ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਭੂਮਿਕਾ। ਸ਼ੌ ਸਾਗਰ ਵੱਲ ਸਫ਼ਰ। ਮਨਦੀਪ ਦੀਆਂ ਕਵਿਤਾਵਾਂ ਤੇ ਗੀਤਾਂ ਦਾ ਸੋਮਾ ਉਹਦੀ ਰੂਹ ਦੀ ਤੜਪ ਹੈ। ਉਹਨਾਂ ਵਿੱਚ ਇੱਕ ਆਪ ਮੁਹਾਰਾ ਵਹਿਣ ਹੈ, ਉਹਦੇ ਦੁੱਖਾਂ ਸੁੱਖਾਂ ਦਾ, ਉਹਦੀ ਤਾਂਘ ਤੜਪ ਦਾ, ਉਹਦੇ ਹਿਜਰ ਵਸਾਲ ਦਾ, ਉਸਦੀ ਕਲਪਨਾ ਦਾ, ਉਸਦੀਆਂ ਸੋਚਾਂ ਤੇ ਸੁਪਨਿਆਂ ਦਾ। ਉਹਦੀ ਰੂਹ ਕਦੀ ਕਦੀ ਦੁੱਖਾਂ ਦੇ ਤੂਫਾਨਾਂ 'ਚ ਘਿਰੀ ਨਜ਼ਰ ਆਉਂਦੀ ਹੈ, ਪਰ ਅਗਲੀ ਪਲ ਅਸੀਂ ਦੇਖਦੇ ਹਾਂ ਕਿ ਉਸਦੀ ਤਲੀ 'ਤੇ ਇੱਕ ਚਿਰਾਗ ਜਗ ਰਿਹਾ ਹੈ। ਉਸਦੀ ਹਰ ਕਵਿਤਾ ਹਥੇਲੀ 'ਤੇ ਜਗਦੇ ਚਿਰਾਗ ਵਰਗੀ ਹੈ। ਜ਼ਿੰਦਗੀ ਦੇ ਤੂਫਾਨਾਂ ਵਿੱਚ ਹਥੇਲੀ 'ਤੇ ਜਗਦਾ ਚਿਰਾਗ ਲੈ ਕੇ ਖੜੇ ਹਾਂ। ਹੋਠਾਂ 'ਤੇ ਮੁਸਕਾਨ ਤੇ ਦਿਲ ਵਿੱਚ ਦਰਦ ਦਾ ਸਾਮਾਨ ਲੈ ਕੇ ਖੜੇ ਹਾਂ। ਭੁੱਲੀ ਭਟਕੀ ਮਾਨਵਤਾ ਨੂੰ ਦੇਣ ਲਈ ਗੁਰੂ ਦਾ ਪੈਗਾਮ ਲੈ ਕੇ ਖੜੇ ਹਾਂ। ਜ਼ਿੰਦਗੀ ਦੇ ਅਣਖੀਲੇ ਯੋਧਿਆਂ ਲਈ ਮੁਹੱਬਤ ਤੇ ਫਰਿਸ਼ਤਿਆਂ ਦਾ ਸਲਾਮ ਲੈ ਕੇ ਖੜੇ ਹਾਂ। ਮਨਦੀਪ ਤੇ ਉਸਦੀ ਕਵਿਤਾ ਇੱਕ ਮਿੱਕ ਹਨ। ਕਵਿਤਾ ਵਿੱਚ ਉਸਦੀ ਰੂਹ ਦੇ ਰਾਜ਼ ਹਨ। ਕਵਿਤਾ ਨੂੰ ਉਹ ਆਪਣਾ ਦੁੱਖ ਸੁੱਖ ਦੱਸ ਕੇ ਹੌਲੀ ਹੋ ਜਾਂਦੀ ਹੈ ਤੇ ਜ਼ਿੰਦਗੀ ਦੇ ਅਗਲੇ ਸੰਘਰਸ਼ ਲਈ ਤਿਆਰ ਬਰ ਤਿਆਰ ਹੋ ਜਾਂਦੀ ਹੈ। ਉਸਦੀ ਕਵਿਤਾ ਉਸਨੂੰ ਸ਼ਕਤੀ ਪ੍ਰਦਾਨ ਕਰਦੀ ਹੈ, ਕਿਉਂਕਿ ਇਹ ਸਿਰਫ ਉਸਦੀ ਕਵਿਤਾ ਨਹੀਂ, ਇਸ ਕਵਿਤਾ ਵਿੱਚ ਗੁਰੂ ਸਾਹਿਬਾਨ, ਸੂਫੀ ਸੰਤਾਂ ਤੇ ਸਬਰਵਾਨ ਬਹਾਦਰ ਕਿਰਤੀਆਂ ਦੇ ਜੀਵਨ, ਦਰਸ਼ਨ ਤੇ ਬੋਲਾਂ ਦੀ ਤਾਸੀਰ ਵੀ ਸ਼ਾਮਲ ਹੈ। ਉਸਦੀ ਕਵਿਤਾ ਉਹਦੀ ਰੂਹ ਤੋਂ ਲੈ ਕੇ ਸਮੇਂ ਦੀ ਰਾਜਨੀਤੀ ਤੇ ਰੱਬਤਾ ਤੱਕ ਫੈਲਣ ਦੀ ਚੇਸ਼ਟਾ ਕਰਦੀ ਹੈ। ਉਹਦੇ ਆਪਣੇ ਜੀਵਨ ਦੇ ਸਰੋਕਾਰ ਸਹਿਜ ਸੁਭਾਅ ਉਹਦੀ ਕਵਿਤਾ ਦੇ ਵਿਸ਼ਿਆਂ ਦੀ ਵੰਨ ਸੁਵੰਨਤਾ ਬਣ ਗਏ ਹਨ। ਰੂਪ ਦੇ ਪੱਖੋਂ ਉਹਦੀ ਕਵਿਤਾ ਵਿੱਚ ਆਪ ਮੁਹਾਰਤਾ, ਤਰਲਤਾ ਤੇ ਸਰੋਦੀਪਨ ਹੈ। ਉਹਦੀਆਂ ਬਹੁਤ ਸਾਰੀਆਂ ਰਚਨਾਵਾਂ ਗੀਤਨੁਮਾ ਹਨ। ਉਹ ਗੀਤਨੁਮਾ ਹਨ, ਗੀਤ ਦੀ ਮੁਕੰਮਲ ਬੰਦਿਸ਼ 'ਚ ਢਲੀਆਂ ਹੋਈਆਂ ਨਹੀਂ। ਮਿਸਾਲ ਵਜੋਂ ਉਹਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਅੰਬਰਾਂ ਦੇ ਤਾਰਿਆ, ਤਾਰਿਆ ਵੇ ਤਾਰਿਆ, ਕਿਸਮਤ ਦੇ ਸਿਤਾਰਿਆ, ਚਮਕਦੇ ਸਿਤਾਰਿਆ, ਰੀਝਾਂ ਨਾਲ ਤੈਨੂੰ ਮੈਂ ਸ਼ਿੰਗਾਰਿਆ, ਜ਼ਿੰਦਗੀ ਬੀਤੀ ਤੈਨੂੰ ਪਾਣ ਲਈ, ਤਕਦੀਰਾਂ ਨੂੰ ਨਹੀਂਓ ਅਸਾਂ ਹਾਰਿਆ, ਸਾਡੀ ਚੁੰਨੀ ਦੇ ਸਿਤਾਰਿਆ, ਜਿੰਦ ਜਾਨ ਤੋਂ ਪਿਆਰਿਆ, ਤਾਰਿਆ ਵੇ ਤਾਰਿਆ, ਸਮਾਂ ਹੱਸ ਕੇ ਬਿਤਾਏ ਜਿਹੜਾ, ਦਰਦ ਛੁਪਾ ਲਏ ਜਿਹੜਾ, ਹੁੰਦਾ ਰੱਬ ਦਾ ਪਿਆਰਾ ਬੰਦਾ, ਸਦਾ ਰੱਬ ਨੂੰ ਧਿਆਏ ਜਿਹੜਾ, ਰੱਬ ਦਾ ਪਿਆਰਾ ਕਹਿੰਦੇ ਹੁੰਦਾ ਰੱਬ ਦਾ ਕਰਿੰਦਾ ਉਹ, ਸੱਚੇ ਰੱਬ ਦਾ ਸਾਜ਼ਿੰਦਾ ਉਹ। ਉਸਦੀ ਕਵਿਤਾ 'ਚ ਮੁਹੱਬਤ ਤੇ ਰੂਹਾਨੀਅਤ ਘੁਲੇ ਮਿਲੇ ਹਨ। ਪੱਤਣ ਬੇੜੀ ਲਹਿਰਾਂ, ਪਹਿਲੇ ਪੂਰ ਦਾ ਜਾਣਾ, ਪੈਰਾਂ ਦੇ ਘੁੰਗਰੂਆਂ ਦੀ ਛਣਕਾਹਟ ਦਾ ਮਿੱਠਾ ਮਿੱਠਾ ਸ਼ੋਰ, ਲੁਪਤ ਹੋਈ ਚੇਤਨਾ, ਗਰੂਰ ਤੇ ਸਰੂਰ, ਅੰਬਰ ਦੀ ਵਿਸ਼ਾਲਤਾ, ਬਾਹਾਂ ਦਾ ਬਲ, ਰੂਹਾਂ ਦਾ ਹਾਣ, ਵਜਦ ਵਿੱਚ ਰੰਗਾਂ ਦਾ ਘੁਲ ਜਾਣਾ, ਸਿਖਰ ਦੀ ਪੌੜੀ, ਅੰਬਰ ਦੀ ਤਾਕੀ, ਮਨ ਮਸਤਕ ਤੇਜ, ਵਿਸ਼ਾਲ ਰੌਸ਼ਨੀ, ਤੇਜ਼ ਬਿੰਬਾਂ ਦਾ ਬਣਨਾ, ਫੈਲ ਜਾਣਾ ਤੇ ਫਿਰ ਇੱਕ ਬਿੰਦੂ ਤੇ ਟਿਕ ਜਾਣਾ, ਪੈਰਾਂ ਦੀ ਝਾਂਜਰ ਤੇ ਮਨ ਦੀ ਤਾਲ ਤੇ ਥਿਰਕਣਾ ਤੇ ਪ੍ਰਭੂ ਚਰਨਾਂ ਵਿੱਚ ਡਿੱਗ ਪੈਣਾ। ਉਸਦੀ ਕਵਿਤਾ ਨਦੀ ਵਾਂਗ ਹੈ, ਜੋ ਪਰਬਤਾਂ, ਥਲਾਂ ਤੇ ਜੰਗਲਾਂ, ਦਿਨਾਂ ਤੇ ਰਾਤਾਂ ਥਾਣੀ ਲੰਘਦੀ, ਕਦੀ ਕਿਸੇ ਅਭਿਸਾਰਕਾ ਵਾਂਗ ਪਿਆਰੇ ਦੀ ਖੁਮਾਰੀ 'ਚ ਮੇਲਦੀ ਗਾਉਂਦੀ, ਕਦੀ ਕਿਸੇ ਵਿਯੋਗਣ ਵਾਂਗ ਰੋਂਦੀ, ਕਿਤੇ ਗਹਿਰੀ ਭੇਤ ਭਰੀ, ਕਿਤੇ ਪਾਰਦਰਸ਼ੀ, ਕਿਤੇ ਰਾਤ ਦਿਆਂ ਪੱਥਰਾਂ 'ਚੋਂ ਰਾਹ ਬਣਾਉਂਦੀ,
ਸ਼ੂਕਦੀ ਆਪਣੇ ਸ਼ੌ ਸਾਗਰ ਵੱਲ ਜਾ ਰਹੀ ਹੈ। ਸੁਰਜੀਤ ਪਾਤਰ। ਸਵੈ ਸੰਵਾਦ ਤੇ ਧੰਨਵਾਦ। ਮਨਦੀਪ ਕੌਰ ਭਮਰਾ ਵੱਲੋਂ। ਸਭ ਤੋਂ ਪਹਿਲਾਂ ਮੈਂ ਸਾਡੇ ਸਮੇਂ ਦੇ ਮਹਾਨ ਦਾਰਸ਼ਨਿਕ, ਕਵੀ ਤੇ ਸ੍ਰੇਸ਼ਠ ਪੁਰਸ਼ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦਾ ਹਾਰਦਿਕ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਪੰਜਾਬ ਕਲਾ ਪਰਿਸ਼ਦ ਦੇ ਵਰਤਮਾਨ ਚੇਅਰਮੈਨ ਦੇ ਵਕਾਰੀ ਅਹੁਦੇ 'ਤੇ ਹੁੰਦਿਆਂ ਹੋਇਆਂ ਆਪਣੀ ਬੇਹੱਦ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬੇਹੱਦ ਕੀਮਤੀ ਵਕਤ ਕੱਢ ਕੇ ਆਪਣੇ ਸ਼ਬਦਾਂ ਨਾਲ ਮੈਨੂੰ ਨਿਵਾਜਿਆ ਹੈ। ਇਹ ਮੇਰੇ ਉਹ ਭਾਗ ਹਨ ਕਿ ਪਾਤਰ ਜੀ ਨੇ ਮੇਰੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਬਾਕਮਾਲ ਭੂਮਿਕਾ ਲਿਖੀ ਹੈ। ਮਾਨੋ ਮੇਰੀ ਸਾਰੀ ਕਵਿਤਾ ਦਾ ਅਰਕ ਕੱਢ ਦਿੱਤਾ ਹੋਵੇ, ਬਹੁਤ ਥੋੜ੍ਹੇ ਸ਼ਬਦਾਂ 'ਚ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੋਵੇ। ਧੰਨਵਾਦ ਸ਼ਬਦ ਇਸ ਕਾਰਜ ਲਈ ਬਹੁਤ ਛੋਟਾ ਹੈ। ਇਸ ਲਈ ਮੈਂ ਪਾਤਰ ਜੀ ਦੀ ਧਰਮ ਪਤਨੀ ਸ੍ਰੀਮਤੀ ਭੁਪਿੰਦਰ ਪਾਤਰ ਜੀ ਦੇ ਸਨੇਹ ਦੀ ਵੀ ਰਿਣੀ ਹਾਂ। ਇਹ ਪਿਆਰਾ ਜਿਹਾ ਪਰਿਵਾਰਕ ਰਿਸ਼ਤਾ ਮੇਰੇ ਲਈ ਬਹੁਤ ਅਹਿਮ ਹੈ। ਦੁਆ ਕਰਦੀ ਹਾਂ ਕਿ ਪਰਮਾਤਮਾ ਦੋਵਾਂ ਜੀਆਂ ਨੂੰ ਤੰਦਰੁਸਤ ਅਤੇ ਲੰਮਾ ਭਰਪੂਰ ਜੀਵਨ ਬਖਸ਼ੇ। ਦੋਸਤੋ, ਖੁੱਲ੍ਹੀ ਕਵਿਤਾ ਕਵੀ ਮਨ ਨੂੰ ਸਾਗਰ ਜਿਹੀ ਅਥਾਹ ਵਿਸ਼ਾਲਤਾ ਤੇ ਆਕਾਸ਼ ਜਿੰਨੀ ਉਚਾਈ ਪ੍ਰਦਾਨ ਕਰਦੀ ਹੈ। ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ, ਲੈਮਈ ਝਰਨੇ ਵਾਂਗ ਝਰਦੀ ਖੁੱਲ੍ਹੀ ਕਵਿਤਾ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਤੋਂ ਮੁਕਤ ਅਤੇ ਨਿਡਰ ਹੋ ਕੇ ਵਿਚਰਦੀ ਹੈ। ਕਵੀ ਮਨ ਦੀਆਂ ਸੋਚਾਂ ਨੂੰ, ਸੰਵੇਦਨਾਵਾਂ ਨੂੰ, ਉਹਦੇ ਖਿਆਲਾਂ ਨੂੰ, ਵਿਚਾਰਾਂ ਨੂੰ ਵਿਸ਼ਾਲ ਡੂੰਘਾਈਆਂ ਤੇ ਪਹਾੜਾਂ ਦੀਆਂ ਚੋਟੀਆਂ ਜਿਹੀਆਂ ਉੱਚਾਈਆਂ ਪ੍ਰਦਾਨ ਕਰਦੀ ਹੈ। ਖੁੱਲ੍ਹੀ ਕਵਿਤਾ ਦਾ ਆਪਣਾ ਹੀ ਨਿਰਾਲਾ ਰੂਪ ਹੁੰਦਾ ਹੈ। ਕਵਿਤਾ ਕਵੀ ਦਾ ਉਸਦੇ ਸਵੈ ਭਾਵ ਆਪੇ ਨਾਲ ਸੰਵਾਦ ਹੁੰਦਾ ਹੈ। ਮਨ ਕਥਨ ਤੇ ਕਥਾਰਸਿਸ ਹੁੰਦਾ ਹੈ। ਕਵੀ ਕਵਿਤਾ ਲਿਖਦਾ ਨਹੀਂ, ਸਗੋਂ ਕਵਿਤਾ ਸਵੈ ਨੂੰ ਕਵੀ ਕੋਲੋਂ ਲਿਖਵਾ ਲੈਂਦੀ ਹੈ। ਹੁੰਦਾ ਇੰਝ ਹੈ ਕਿ ਜਦੋਂ ਕਾਵ ਸ਼ਿੱਦਤ, ਜਿਸ ਨੂੰ ਪੋਇਟਿਕ ਇੰਟੈਂਸਿਟੀ ਆਖਦੇ ਹਾਂ, ਆਪਣੀ ਚਰਮ ਸੀਮਾ ਤੱਕ ਅੱਪੜ ਜਾਂਦੀ ਹੈ, ਤਾਂ ਕਵਿਤਾ ਕਵੀ ਮਨ ਦੇ ਪ੍ਰਸੂਤੀ ਪੀੜਾਂ ਸਹਿਣ ਵਰਗੀ ਸਥਿਤੀ ਤੋਂ ਬਾਅਦ ਜਨਮ ਲੈਂਦੀ ਹੈ। ਕਵਿਤਾ ਜ਼ਿੰਦਗੀ ਦਾ ਰਾਗ ਹੈ, ਨਗਮਾ ਹੈ, ਗੀਤ ਹੈ। ਇਸ ਗੱਲ ਨੂੰ ਇੰਝ ਵੀ ਆਖ ਸਕਦੇ ਹਾਂ ਕਿ ਅਹਿਸਾਸਾਂ ਦੀ ਸ਼ਿੱਦਤ 'ਚੋਂ ਨਗਮਾ ਜਨਮ ਲੈਂਦਾ ਹੈ। ਪੀੜ ਜਦੋਂ ਅਸਹਿ ਹੋ ਜਾਂਦੀ ਹੈ ਤਾਂ ਆਪ ਮੁਹਾਰੇ ਮੂੰਹ ਵਿੱਚੋਂ ਆਹ ਨਿਕਲਦੀ ਹੈ। ਇਹ ਆਹ ਮੂੰਹ ਵਿੱਚੋਂ ਹੀ ਨਹੀਂ, ਸਗੋਂ ਦਿਲ ਵਿੱਚੋਂ ਨਿਕਲਦੀ ਹੈ। ਦਿਲ ਜੋ ਤੜਪਦਾ ਹੈ, ਲੁੱਛਦਾ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਕਿਤੇ ਵੈਰਾਗ ਕਰਦਾ ਹੈ, ਕਦੀ ਕਦੀ ਕੂਕਣ ਵੀ ਲੱਗਦਾ ਹੈ। ਚੁੱਪ ਜ਼ੁਬਾਨ ਨਾਲ ਦਿਲ ਦਾ ਕੂਕਣਾ ਕਵਿਤਾ ਹੈ। ਆਪਣੇ ਆਪ ਨਾਲ ਤੇ ਆਪਣੇ ਆਲੇ ਦੁਆਲੇ ਨਾਲ ਵਾਪਰੇ ਹਾਦਸਿਆਂ ਵਿੱਚੋਂ ਮਹਿਸੂਸ ਕੀਤੇ ਅਹਿਸਾਸਾਂ ਦੀ ਸ਼ਿੱਦਤ ਦਾ ਸੁਮੇਲ ਸਮੇਂ-ਸਮੇਂ ਕਾਵ ਸਫ਼ਰ ਦੇ ਰੂਪ ਵਿੱਚ ਪਾਠਕਾਂ ਦੇ ਸਾਹਮਣੇ ਆਉਂਦਾ ਰਹਿੰਦਾ ਹੈ। ਕਵੀ ਦੀ ਘਾਲਣਾ, ਉਸਦੀ ਸੋਚ ਦੀ ਡੂੰਘਾਈ, ਕਾਵ ਸੂਝ ਦਾ ਪੈਮਾਨਾ ਆਦਿ ਬਹੁ ਰੰਗ ਹਨ, ਜੋ ਕਵਿਤਾ ਦੀ ਘਾੜਤ ਘੜਨ ਲਈ ਅਹਿਮ ਤੱਤ ਬਣ ਕੇ ਕਾਵ ਪਿਛੋਕੜ ਵਿੱਚ ਛੁਪੇ ਹੁੰਦੇ ਹਨ। ਕਵੀ ਦਾ ਸਵੈ ਨਾਲ ਕੀਤਾ ਹੋਇਆ ਸੰਵਾਦ ਵੀ ਕਵਿਤਾ ਦਾ ਰੂਪ ਢਾਲਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਨਸਾਨ ਦੇ ਸਵੈ ਦਾ ਸਰੂਪ ਮਾਂ-ਬਾਪ ਦੇ ਸੰਯੋਗ ਨਾਲ ਹੁੰਦਾ ਹੈ ਤੇ ਮਾਂ-ਬਾਪ ਦਾ ਸੰਯੋਗ ਪਰਿਵਾਰਾਂ ਦੇ ਖਾਨਦਾਨੀ ਵੰਸ਼ਜ ਨਾਲ ਜੁੜਿਆ ਹੁੰਦਾ ਹੈ। ਇਸ ਨਾਤੇ ਮੈਂ ਆਖ ਸਕਦੀ ਹਾਂ ਕਿ ਮੈਂ ਇੱਕ ਤਰਖਾਣ ਦੀ ਪੋਤੀ ਹਾਂ। ਮੈਨੂੰ ਮਾਣ ਹੈ ਕਿ ਮੈਂ ਇੱਕ ਤਰਖਾਣ ਦੀ ਪੋਤੀ ਹਾਂ, ਬੇਬੇ ਰੱਖੋ ਦੀ ਲਾਡਲੀ ਪੋਤੀ। ਆਪਣੇ ਦਾਦਾ ਜੀ ਹੁਣ ਦੇ ਜ਼ਿਲ੍ਹਾ ਮੋਗਾ ਦੇ ਮਿਸਤਰੀ ਸਰਦਾਰ ਉਜਾਗਰ ਸਿੰਘ ਸੈਂਬੀ ਹੋਰਾਂ ਦੀ ਪੋਤੀ। ਪਰ ਕਲਮ ਮੇਰਾ ਔਜ਼ਾਰ ਹੈ, ਕਲਮ ਮੇਰਾ ਹਥਿਆਰ ਹੈ, ਕਲਮ ਮੇਰਾ ਗਹਿਣਾ ਹੈ, ਕਲਮ ਮੇਰਾ ਪਿਆਰ ਹੈ, ਕਲਮ ਪ੍ਰਤੀ ਮੇਰਾ ਸਤਿਕਾਰ ਵੀ ਹੈ।
ਕਲਮ ਮੇਰਾ ਫਰਜ਼ ਵੀ ਹੈ ਅਤੇ ਅਧਿਕਾਰ ਵੀ ਹੈ, ਕਿਉਂਕਿ ਮੈਂ ਇੱਕ ਕਲਮਕਾਰ ਦੀ ਧੀ ਹਾਂ। ਮੇਰੇ ਪਿਤਾ ਡਾਕਟਰ ਆਤਮ ਹਮਰਾਹੀ ਲੁਧਿਆਣਾ ਨਿਵਾਸੀ ਇੱਕ ਤਰਖਾਣ ਦੇ ਪੁੱਤਰ ਸਨ, ਜੋ ਆਪਣੇ ਆਪ ਨੂੰ ਬੜੇ ਮਾਣ ਨਾਲ ਕਰਤਾਰੇ ਲੁਹਾਰ ਦਾ ਭਤੀਜਾ ਆਖਦੇ ਸਨ, ਜਿਸ ਦੀ ਕਾਲੇ ਬੰਡਿਆਲ ਵਰਗੀ ਗਾਲ ਖਿੰਡੀਆਂ ਬਿਰਤੀਆਂ ਦੀ ਝੰਡ ਕਰ ਦਿੰਦੀ ਸੀ। ਲੁਧਿਆਣੇ ਦੀ ਲੋਹ ਨਗਰੀ ਵਿੱਚ ਰਹਿੰਦਿਆਂ ਲੋਹ ਕੁੱਟਾਂ 'ਤੇ ਮਾਣ ਕਰਦਿਆਂ ਉਹ ਅਜਿਹਾ ਆਖਦੇ ਸਨ। ਇਸੇ ਲਈ ਮੈਂ ਵੀ ਆਪਣੇ ਆਪ ਨੂੰ ਲੋਹਾਂ ਕੁੱਟਾਂ ਦੇ ਕੁਨਬੇ ਵਿੱਚ ਦੇਖਿਆ ਜਾਣਾ ਪਸੰਦ ਕਰਦੀ ਸਾਂ। ਇਸ ਕਾਰਨ ਪੰਜਾਬੀ ਭਾਸ਼ਾ 'ਚ ਪੋਸਟ ਗ੍ਰੈਜੂਏਸ਼ਨ ਕਰਕੇ ਵੀ ਮੈਂ ਇੱਕ ਕਾਰਖਾਨੇਦਾਰ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਸੀ। ਮੈਨੂੰ ਮਾਣ ਹੈ ਕਿ ਮੈਂ ਲੋਹਾ ਕੁੱਟਾਂ ਦੀ ਨੂੰਹ ਹਾਂ। ਲੋਹਾ ਕੁੱਟ ਪਤੀ ਦੀ ਪਤਨੀ ਅਤੇ ਮੋਗੇ ਦੇ ਟਰੱਕ ਬਾਡੀ ਬਿਲਡਰ ਬਾਬੇ ਦੀ ਪੋਤੀ ਹਾਂ। ਇਸ ਸਾਰੇ ਵਿਸਥਾਰ ਦਾ ਮਕਸਦ ਸਵੈ ਸੰਵਾਦ ਹੈ ਅਤੇ ਬਜ਼ੁਰਗਾਂ 'ਤੇ ਮਾਣ ਕਰਨਾ ਹੈ। ਜ਼ਿੰਦਗੀ ਇੱਕ ਸਫ਼ਰ ਹੈ, ਜਿਸ 'ਚ ਸੁਹਾਵਣਾ ਸਫ਼ਰ ਵੀ ਹੋ ਸਕਦਾ ਹੈ ਅਤੇ ਕਠਿਨਾਈਆਂ ਵੀ ਆ ਸਕਦੀਆਂ ਹਨ। ਬਚਪਨ ਦੇ ਲਾਡ ਭਰੇ ਜੀਵਨ ਤੋਂ ਬਾਅਦ ਜਵਾਨੀ ਦਾ ਮਿੱਠਾ ਰੰਗ ਸਾਹਮਣੇ ਆਉਂਦਾ ਹੈ, ਜਦੋਂ ਮੁਹੱਬਤ ਨੂਰ ਵਾਂਗ ਝਰਦੀ ਹੈ। ਇਨਸਾਨ ਦਾ ਆਪਾ ਜੀਵਨ ਦੇ ਲੋਰ ਦੀ ਸੰਗੀਤਕ ਛਾਂ ਮਾਣਦਾ ਹੈ। ਉਹ ਅਣਭੋਲ ਜਿਹੇ ਮਨ ਨਾਲ ਮੁਹੱਬਤੀ ਉਡਾਰੀਆਂ ਭਰਦਾ ਹੈ। ਮੁਹੱਬਤ ਇਬਾਦਤ ਹੈ, ਬੰਦਗੀ ਹੈ, ਭਗਤੀ ਹੈ। ਮਹਿਬੂਬ ਦੇ ਨੈਣਾਂ ਵਿਚਲੀ ਚਮਕ, ਰੌਸ਼ਨੀ ਤੇ ਨੂਰ ਰੱਬ ਦੇ ਦਰਸ਼ਨਾਂ ਵਰਗਾ ਅਹਿਸਾਸ ਕਰਵਾ ਦਿੰਦਾ ਹੈ। ਸਾਡੇ ਮਹਾਨ ਕਵੀਆਂ ਨੇ ਇਸ਼ਕ ਮਜਾਜ਼ੀ ਨੂੰ ਇਸ਼ਕ ਹਕੀਕੀ ਦੀ ਪੌੜੀ ਦੱਸਿਆ ਹੈ। ਸੱਚੀ ਮੁਹੱਬਤ ਗੁਨਾਹ ਨਹੀਂ, ਪਾਕ ਜਜ਼ਬਾ ਹੈ। ਮਨੁੱਖ ਦਾ ਦਿਲ ਰੱਬ ਦਾ ਘਰ ਹੈ ਅਤੇ ਰੱਬ ਦੇ ਘਰ ਦੀ ਕੋਈ ਵੀ ਗੱਲ ਨਾਪਾਕ ਨਹੀਂ ਹੋ ਸਕਦੀ। ਦਿਲ ਇੱਕ ਮੰਦਰ ਹੈ। ਜਦੋਂ ਕੋਈ ਇਸ ਮੰਦਰ ਦੀ ਮੂਰਤ ਬਣਦਾ ਹੈ ਅਤੇ ਰੌਸ਼ਨੀਆਂ ਆਪ ਮੁਹਾਰੇ ਜਗ ਜਾਂਦੀਆਂ ਹਨ, ਚੁਫੇਰੇ ਨੂਰ ਖਿਲਰ ਜਾਂਦਾ ਹੈ। ਇਹ ਨੂਰ ਹੀ ਮਨੁੱਖੀ ਮਨ ਦੇ ਹਨੇਰਿਆਂ ਨੂੰ ਰੁਸ਼ਨਾਉਂਦਾ ਹੈ, ਪ੍ਰੇਰਿਤ ਕਰਦਾ ਹੈ ਅਤੇ ਤਾਜ਼ਗੀ ਦਿੰਦਾ ਰਹਿੰਦਾ ਹੈ। ਮਨੁੱਖੀ ਮਨ ਦੀ ਅੰਦਰਲੀ ਜੋਤ, ਰੂਹ ਦੀ ਸਿੱਕ ਇਸੇ ਨੂਰ ਦੀ ਪ੍ਰਾਪਤੀ ਲਈ ਉਤਸੁਕ ਰਹਿੰਦੀ ਹੈ। ਜਦੋਂ ਕਿਤੇ ਰੂਹ ਦੀ ਪਹਿਚਾਣ ਹੋ ਜਾਂਦੀ ਹੈ ਤਾਂ ਜੋਤ ਨਾਲ ਜੋਤ ਮਿਲ ਜਾਂਦੀ ਹੈ, ਤਾਂ ਜੋਤ ਲਾਟ ਬਣ ਜਾਂਦੀ ਹੈ। ਇਸੇ ਜੋਤ ਦੇ ਪ੍ਰਜਵਲਿਤ ਹੋਣ ਲਈ ਮਨੁੱਖ ਅਨੇਕਾਂ ਆਡੰਬਰ ਰਚਦਾ ਹੈ, ਪਰ ਹਿਰਨ ਦੀ ਕਸਤੂਰੀ ਦੀ ਮਹਿਕ ਵਾਂਗ ਇਹ ਉਹਦੀ ਆਪਣੀ ਹੀ ਨਾਭੀ ਵਿੱਚ ਟਿਕੀ ਹੁੰਦੀ ਹੈ। ਬਸ ਇੱਕ ਮੁਹੱਬਤ ਦਾ ਜਜ਼ਬਾ ਹੀ ਇਸ ਮਹਿਕ ਨੂੰ ਮਾਣ ਸਕਣ ਦੇ ਸਮਰੱਥ ਬਣਾ ਸਕਦਾ ਹੈ, ਬਸ਼ਰਤੇ ਉਸ ਵਿੱਚ ਪਾਕੀਜ਼ਗੀ ਹੋਵੇ। ਅਜਿਹੀ ਪਾਕੀਜ਼ਾ ਅਨੁਭੂਤੀ ਨਾਲ ਲਬਰੇਜ਼ ਮਨੁੱਖੀ ਮਨ ਜਦੋਂ ਮੁਹੱਬਤਾਂ ਦੇ ਰਾਹ 'ਤੇ ਟੁਰਦੇ ਹਨ ਤਾਂ ਇੱਕ ਅਨੋਖੇ ਸਰੂਰ ਨਾਲ ਓਤ-ਪੋਤ ਹੁੰਦੇ ਹਨ, ਮਹਿਕਾਂ ਦੇ ਵਣਜਾਰੇ ਬਣਦੇ ਹਨ। ਸ਼ਖਸੀ ਮੁਹੱਬਤ ਤੋਂ ਤਾਂ ਉੱਠ ਜਾਂਦੇ ਹਨ, ਅਨੇਕਾਂ ਦਿਲਾਂ 'ਤੇ ਰਾਜ ਕਰਦੇ ਹਨ। ਪਰ ਐਸੇ ਲੋਕ ਵਿਰਲੇ ਟਾਵੇਂ ਹੀ ਹੁੰਦੇ ਹਨ। ਬਸ ਉਹਨਾਂ ਵਿਰਲੇ ਟਾਵੇਂ ਲੋਕਾਂ ਦੇ ਸਿਰ 'ਤੇ ਦੁਨੀਆ ਚੱਲਦੀ ਹੈ। ਇਸ ਤੋਂ ਬਿਨਾਂ ਸਮਾਜ ਦਾ ਇੱਕ ਕੋਝਾ ਰੂਪ ਵੀ ਜ਼ਿੰਦਗੀ ਦਾ ਹਿੱਸਾ ਹੈ। ਸਮਾਜਿਕ, ਖਾਸ ਕਰਕੇ ਪਰਿਵਾਰਕ ਨੇੜਲੇ ਰਿਸ਼ਤਿਆਂ ਦੀ ਕੁੜੱਤਣ ਜ਼ਿੰਦਗੀ ਨੂੰ ਗਲੀਜ਼ ਕਰ ਦਿੰਦੀ ਹੈ। ਉਹ ਲੋਕ ਨਾ ਆਪ ਜਿਉਣਾ ਜਾਣਦੇ ਹਨ, ਨਾ ਦੂਸਰਿਆਂ ਨੂੰ ਜਿਉਣ ਦਿੰਦੇ ਹਨ। ਆਮ ਮਨੁੱਖਤਾ ਅਜਿਹੇ ਵੇਲਿਆਂ ਨੂੰ ਬਹੁਤਾ ਮਹਿਸੂਸ ਨਹੀਂ ਕਰਦੇ, ਪਰੰਤੂ ਭਾਵੁਕ, ਜਜ਼ਬਾਤੀ ਅਤੇ ਸੰਵੇਦਨਸ਼ੀਲ ਲੋਕ ਇਸ ਦੁੱਖ ਨੂੰ ਸਹਿ ਤਾਂ ਜਾਂਦੇ ਹਨ, ਪਰ ਉਹਨਾਂ ਦੇ ਅੰਦਰ ਇੱਕ ਧਾਰਾ ਵਗ ਪੈਂਦੀ ਹੈ, ਅੱਗੇ ਜਾ ਕੇ ਕਾਵਿ ਰੂਪ ਲੈ ਲੈਂਦੀ ਹੈ। ਮੇਰੀ ਕਵਿਤਾ ਜ਼ਿੰਦਗੀ ਨੂੰ ਸੰਜੀਦਗੀ, ਸੁਹਿਰਦਤਾ ਅਤੇ ਸਨੇਹ ਨਾਲ ਜਿਉਣ ਦਾ ਸੱਦਾ ਦਿੰਦੀ ਹੋਈ ਮਾੜੀਆਂ ਤਾਕਤਾਂ ਨੂੰ ਵੇਗ ਭਰੇ ਜਜ਼ਬੇ ਨਾਲ ਸੰਬੋਧਨ ਹੋਣ ਤੋਂ ਵੀ ਰੁਕ ਨਹੀਂ ਸਕੀ। ਜ਼ਿੰਦਗੀ ਦੇ ਸਾਰੇ ਰੰਗਾਂ ਦਾ ਸੁਮੇਲ ਹੈ ਮੇਰੀ ਇਹ ਪੁਸਤਕ। ਇਸੇ ਕਰਕੇ ਰੰਗਾਂ ਦੀ ਰੌਸ਼ਨੀ ਦੇ ਨਾਲ ਰੂਪਮਾਨ ਹੋਈ ਹੈ। ਪਿਆਰੇ ਤੇ ਸੁਹਿਰਦ ਪਾਠਕੋ, ਸ਼ਿਵ ਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ ਨਾਂ ਦੀ ਮੇਰੀ ਪਲੇਠੀ ਪੁਸਤਕ ਤੋਂ ਬਾਅਦ ਇਹ ਮੇਰੀ ਦੂਜੀ ਪੁਸਤਕ ਹੈ।
ਪਰਮਾਤਮਾ ਦੀ ਕਿਰਪਾ ਨਾਲ ਇਸ ਨੇ ਇੱਕ ਲੰਮੇ ਸਮੇਂ ਤੋਂ ਬਾਅਦ ਰੂਪ ਧਾਰਿਆ ਹੈ। ਅੱਗੋਂ ਰੱਬ ਰਾਖਾ ਪ੍ਰਵਾਨ ਕਰਨਾ ਦੋਸਤੋ। ਇਹ ਮੇਰੀ ਕਾਵਿ ਪੁਸਤਕ ਰੰਗਾਂ ਦੀ ਰੌਸ਼ਨੀ ਪਰਮਾਤਮਾ ਦਾ ਕੋਟि ਕੋਟ ਸ਼ੁਕਰਾਨਾ ਕਰਦੀ ਹੋਈ ਸਤਿਕਾਰਤ ਅਤੇ ਪਿਆਰੇ ਪਾਠਕਾਂ ਨੂੰ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ ਦਾ ਸੱਦਾ ਦਿੰਦੀ ਹਾਂ। ਇਸ ਵਿੱਚ ਮੇਰੀ ਲਗਭਗ 30 ਸਾਲਾਂ ਦੀ ਕਾਵਿ ਯਾਤਰਾ ਹੈ ਦੋਸਤੋ। ਸਤਿ ਸ਼੍ਰੀ ਅਕਾਲ ਜੀਓ। ਮਨਦੀਪ ਕੌਰ ਭਮਰਾ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਪਹਿਲੀ ਕਵਿਤਾ ਹੈ ਆਨੰਦਪੁਰੀ ਸੁਨੇਹਾ। ਹੇ ਮੇਰੇ ਗੁਰੂ, ਤੇਰੇ 'ਚ ਸ਼ਕਤੀ ਧਰਮ ਦੀ, ਤੇਰੇ 'ਚ ਸ਼ਕਤੀ ਕਰਮ ਦੀ, ਤੇਰੇ 'ਚ ਸ਼ਕਤੀ ਤਲਵਾਰ ਦੀ, ਤੇਰੇ 'ਚ ਸ਼ਕਤੀ ਪਿਆਰ ਦੀ। ਮੇਰੀ ਤੈਨੂੰ ਅਰਜ਼ ਹੈ, ਮੈਨੂੰ ਇੱਕ ਅਦਦ ਨਿਮਾਣੀ ਕਲਮ ਦੇ ਦੇ। ਬੁਰਸ਼ ਤੇ ਰੰਗ ਮੈਂ ਆਪੇ ਲੈ ਲਵਾਂਗੀ ਤੇ ਬਣਾ ਦੇਵਾਂਗੀ ਤੇਰੇ ਸਮਿਆਂ ਦਾ ਰੰਗੀਨ ਚਿੱਤਰ। ਉਸਨੂੰ ਸੁਨਹਿਰੀ ਫਰੇਮ ਦੀ ਜੜਤ ਤੂੰ ਆਪੇ ਦੇ ਲਵੇਂਗਾ। ਐਸਾ ਵਿਸ਼ਵਾਸ ਹੈ ਮੈਨੂੰ, ਇਹ ਆਨੰਦਪੁਰੀ ਸੁਨੇਹਾ ਹੈ। ਐਸਾ ਵਿਸ਼ਵਾਸ ਹੈ ਮੈਨੂੰ, ਇਹ ਆਨੰਦਪੁਰੀ ਸੁਨੇਹਾ ਹੈ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਅਗਲੀ ਕਵਿਤਾ। ਸੁਣ ਕਲਮੇ ਮੇਰੀਏ। ਸੁਣ ਕਲਮੇ ਮੇਰੀਏ, ਐਸਾ ਕੋਈ ਤੂੰ ਜ਼ਹੂਰ ਕਰ। ਅੰਬਰ ਨੂੰ ਛੋ ਜਾ, ਪਾਤਾਲ ਨਾਪ ਕੇ ਆ, ਕੋਈ ਕੰਮ ਤਾਂ ਤੂੰ ਜ਼ਰੂਰ ਕਰ। ਗੁਰੂ ਨਾਨਕ ਦੇ ਗੀਤ ਗਾ ਜਾਂ ਗੁਰੂ ਗੋਬਿੰਦ ਦੀ ਗਾਥਾ, ਖੁਦ ਨੂੰ ਤੂੰ ਉਸ ਦੇ ਹਜ਼ੂਰ ਕਰ। ਘਟ ਘਟ 'ਚ ਵਸਦਾ ਜੋ ਦੇਖਿਆ ਤੇ ਜਾਣਿਆ, ਲੋਕਤਾ ਨੂੰ ਦੱਸਦੇ ਉਸ ਤੇ ਗਰੂਰ ਕਰ। ਰੂਹ ਸਰਸਾਰ ਹੋਈ ਤੇਰੀ, ਰੂਹ ਸਰਸ਼ਾਰ ਹੋਈ ਤੇਰੀ ਹੈ ਜੇਕਰ, ਕਰ ਸ਼ੁਕਰਾਨਾ ਤੇ ਉਸ ਤੇ ਸਰੂਰ ਕਰ। ਸੁਣ ਕਲਮੀ ਮੇਰੀਏ, ਐਸਾ ਤੂੰ ਕੋਈ ਜ਼ਹੂਰ ਕਰ। ਸੁਣ ਕਲਮੀ ਮੇਰੀਏ। ਅਗਲੀ ਕਵਿਤਾ ਹੈ ਅਹਿਦ। ਐਸੀ ਕੋਈ ਤਾਕਤ ਨਹੀਂ ਜੋ ਕਲਮ ਨੂੰ ਝੁਕਾ ਸਕੇ। ਇਹ ਅਹਿਦ ਹੈ ਮੇਰਾ ਮੇਰੀ ਕਲਮ ਦੇ ਨਾਲ। ਐਸੀ ਕੋਈ ਤਾਕਤ ਨਹੀਂ ਜੋ ਕਲਮ ਨੂੰ ਝੁਕਾ ਸਕੇ। ਇਹ ਅਹਿਦ ਹੈ ਮੇਰਾ ਮੇਰੀ ਕਲਮ ਦੇ ਨਾਲ। ਅਗਲੀ ਕਵਿਤਾ ਹੈ ਦਰਦ। ਕੋਈ ਕਾਗਜ਼ ਨਹੀਂ, ਕੋਈ ਕਲਮ ਨਹੀਂ, ਕੋਈ ਕਾਗਜ਼ ਨਹੀਂ, ਕੋਈ ਕਲਮ ਨਹੀਂ, ਜੋ ਪੀੜਤ ਹਿਰਦੇ ਦੇ ਦਰਦ ਨੂੰ ਜ਼ੁਬਾਨ ਸਕੇ। ਜੋ ਪੀੜਤ ਹਿਰਦੇ ਦੇ ਦਰਦ ਨੂੰ ਜ਼ੁਬਾਨ ਸਕੇ। ਧੰਨਵਾਦ। ਅਗਲੀ ਕਵਿਤਾ ਵਹਿਣ। ਸੀਤ ਘਟਾਵਾਂ ਦੀ ਯਖ ਰੁੱਤੇ, ਪੰਗਰੇ ਜਜ਼ਬਾਤ ਦੇ ਅਸੀਮ ਸਾਗਰ 'ਚ ਗਰਕ ਹੋਈ ਜਾ ਰਹੀ ਜ਼ਹਿਨੀ ਤਪਸ਼ ਮਨੁੱਖ ਦੀ ਹੋਣੀ ਹੈ ਅੱਜ। ਸੀਤ ਘਟਾਵਾਂ ਦੀ ਯਖ ਰੁੱਤੇ, ਪੰਗਰੇ ਜਜ਼ਬਾਤ ਦੇ ਅਸੀਮ ਸਾਗਰ 'ਚ ਗਰਕ ਹੋਈ ਜਾ ਰਹੀ ਜ਼ਹਿਨੀ ਤਪਸ਼ ਮਨੁੱਖ ਦੀ ਹੋਣੀ ਹੈ ਅੱਜ। ਜ਼ਿੰਦਗੀ ਜਦ ਕਦੀ ਠਹਿਰ ਜਾਵੇ, ਠਹਿਰੇ ਪਾਣੀ ਜਿਹੀ ਜਦ ਬਦਬੂ ਆਵੇ,
ਧੁਰ ਅੰਦਰ ਦਾ ਖਲਾ ਉਦੋਂ ਜ਼ਿਹਨ ਨੂੰ ਟੁਕਰ ਟੁਕਰ ਖਾਈ ਜਾਵੇ। ਕਿਸੇ ਨਾ ਕਿਸੇ ਭੀਸ਼ਮ ਪ੍ਰਤਿਗਿਆ 'ਚ ਕੈਦ ਉਦੋਂ ਹਰ ਮਨੁੱਖ ਪਿਤਾਮਾ ਬਣ ਜਾਵੇ। ਕੁਝ ਅਣਕੀਤਾ ਜਿਹਾ, ਕੁਝ ਅਣਹੋਇਆ ਜਿਹਾ, ਕੁਝ ਰਿਹਾ ਜਿਹਾ ਉਸ ਨੂੰ ਹਰ ਵਕਤ ਲਾਹਨਤਾਂ ਪਾਈ ਜਾਵੇ। ਬੇਚੈਨ ਰੂਹ, ਬੇਕਰਾਰ ਦਿਲ, ਕੁਝ ਕਰਨ ਲਈ ਤਤਪਰ, ਕੁਝ ਕਹਿਣ ਲਈ ਬੇਕਾਬੂ, ਕੁਝ ਲਿਖਣ ਲਈ ਉਤਾਵਲਾ, ਕੁਝ ਬਣਨ ਲਈ ਬੇਚੈਨ ਪਰ ਬੇਬਸ। ਕੁਝ ਐਸੀ ਹੈ ਮਨ ਦੀ ਵੇਦਨ, ਕੁਝ ਐਸੀ ਹੈ ਇਸ ਦਿਲ ਦੀ ਚਾਹਤ। ਭੀਸ਼ਮ ਪ੍ਰਤਿਗਿਆ 'ਚ ਜਕੜੀ ਤਿਲ ਮਿਲਾਉਂਦੀ, ਖਲੋਤੇ ਪਾਣੀ ਤੋਂ ਛੁਟਕਾਰੇ ਲਈ ਉਕਸਾਉਂਦੀ, ਸੋਚਣ 'ਤੇ ਮਜਬੂਰ ਕਰਦੀ ਕਿ ਹੁਣ ਦੁਆਪਰ ਨਹੀਂ ਕਲਯੁਗ ਹੈ। ਕਲਯੁਗ ਜੋ ਉਮੰਗਾਂ ਦਾ ਨਵਯੁਗ ਹੈ। ਸੀਨੇ 'ਚ ਧੜਕਣ ਹੈ, ਧੜਕਣ 'ਚ ਪੈਗਾਮ ਹੈ। ਇਰਾਦਾ ਵੀ ਨੇਕ ਹੈ ਤੇ ਹਿੰਮਤ ਬਲਵਾਨ ਹੈ। ਤੇ ਇੰਜ ਸੋਚ ਇੱਕੋ ਝਟਕੇ ਨਾਲ ਪ੍ਰਤਿਗਿਆ ਦਾ ਜੂਲਾ ਮੈਂ ਲਾ ਸੁੱਟਿਆ ਹੈ। ਬੇਪਨਾਹ ਉਤਸ਼ਾਹ ਵਿੱਚ ਮਾਇਲ ਮੇਰਾ ਮਨ, ਭਰਪੂਰ ਜ਼ਿੰਦਗੀ ਜਿਉਣ ਦਾ ਕਾਇਲ ਮੇਰਾ ਮਨ। ਤੇ ਖਿੜਨ ਲਈ ਬੇਚੈਨ ਮੇਰੀ ਰੂਹ ਵਿੱਚੋਂ ਕਲਮ ਦਾ ਅਰੁੱਕ ਵਹਿਣ ਵਹਿ ਪਿਆ ਹੈ। ਖਲੋਤਾ ਪਾਣੀ ਹੁਣ ਵਹਿ ਰਿਹਾ ਹੈ। ਬੇਪਨਾਹ ਉਤਸ਼ਾਹ ਵਿੱਚ ਮਾਇਲ ਮੇਰਾ ਮਨ, ਭਰਪੂਰ ਜ਼ਿੰਦਗੀ ਜਿਉਣ ਦਾ ਕਾਇਲ ਮੇਰਾ ਮਨ। ਤੇ ਖਿੜਨ ਲਈ ਬੇਚੈਨ ਮੇਰੀ ਰੂਹ ਵਿੱਚੋਂ ਕਲਮ ਦਾ ਅਰੁੱਕ ਵਹਿਣ ਵਹਿ ਪਿਆ ਹੈ। ਖਲੋਤਾ ਪਾਣੀ ਹੁਣ ਵਹਿ ਰਿਹਾ ਹੈ। ਧੰਨਵਾਦ। ਕਵਿਤਾ ਹੈ ਅਮਰ ਰੂਹ। ਮੈਨੂੰ ਮੇਰੀ ਕਾਲ ਕੋਠੜੀ ਵਿੱਚ ਬੰਦ ਰਹਿਣ ਦਿਓ, ਕੈਦ ਰਹਿਣ ਦਿਓ। ਮੈਨੂੰ ਮੇਰੀ ਕਾਲ ਕੋਠੜੀ ਵਿੱਚ ਬੰਦ ਰਹਿਣ ਦਿਓ, ਕੈਦ ਰਹਿਣ ਦਿਓ। ਇਸ ਹਨੇਰੇ ਦੀ ਮੈਂ ਹੁਣ ਆਦੀ ਹੋ ਚੁੱਕੀ ਹਾਂ। ਇਹ ਹਨੇਰਾ ਮੈਨੂੰ ਨਿਗਲ ਨਹੀਂ ਸਕੇਗਾ। ਮੈਂ ਇਸ ਹਨੇਰੇ ਨੂੰ ਆਪਣੇ ਆਪੇ 'ਚ ਸਮੋ ਲਵਾਂਗੀ, ਨਿਗਲ ਜਾਵਾਂਗੀ ਇਸ ਹਨੇਰੇ ਨੂੰ। ਇਸ ਹਨੇਰੇ ਦੀ ਚਾਨਣੀ ਬਣਾ ਓੜ ਲਵਾਂਗੀ ਮੈਂ ਆਪਣੇ ਕੂਲੇ ਬਦਨ ਤੇ ਅਜ਼ਲਾਂ ਦੀ ਨੀਂਦ ਸੌਂ ਜਾਵਾਂਗੀ। ਸਾਰੀਆਂ ਉਮੰਗਾਂ, ਲੋੜਾਂ, ਸੱਧਰਾਂ, ਚਾਹਤਾਂ ਤੇ ਹਸਰਤਾਂ ਦਬਾ ਯੁੱਗਾਂ ਤੇ ਚੁੱਪਚਾਪ ਸੌਂ ਰਹਾਂਗੀ। ਕਿਸੇ ਵੀ ਬਾਹਰੀ ਨਜ਼ਰ ਦੀ ਗਰਮੀ ਨੂੰ ਆਪਣੇ ਕੂਲੇ ਬਦਨ ਦੀ ਮਹਿਕ ਤੋਂ ਦੂਰ ਰੱਖਣ 'ਚ ਉਹ ਮੈਂ ਸਫਲ ਹੋਵਾਂਗੀ। ਤੇ ਤੁਸੀਂ ਵੀ ਇਹ ਜ਼ਮਾਨੇ ਵਾਲਿਓ ਖੁਸ਼ ਹੋ ਜਾਓਗੇ ਡਾਢਿਓ। ਕਦੀ ਵੀ ਆਪਣੇ ਆਪ ਨੂੰ ਨਾ ਸ਼ਰਮਿੰਦਾ ਪਾਓਗੇ। ਸਮਝਦੇ ਹੋ ਤੁਸੀਂ ਜੋ ਕਿ ਮੈਂ ਤਾਂ ਉੜਕ ਇੱਕ ਕਫਨ ਹਾਂ, ਆਪਣੀ ਹੀ ਲਾਸ਼ ਦਾ ਕਫਨ, ਆਪਣੇ ਬੇਜ਼ਿੰਦਾ ਜਿਸਮ ਦਾ, ਆਪਣੀ ਬੇਗੈਰਤ ਰੂਹ ਦਾ ਕਫਨ। ਤੇ ਇਸ ਬੇਰਹਿਮ ਹਨੇਰੇ ਦੀ ਹਰ ਹਕੀਕਤ ਤੇ ਓੜਿਆ ਕਫਨ ਹਾਂ। ਇਸ ਕਫਨ 'ਚ ਦਫਨ ਮੇਰੀ ਆਤਮਾ ਯੁੱਗਾਂ ਤੋਂ ਅਚੇਤ ਪਈ ਕੁਰਲਾ ਰਹੀ ਹੈ। ਇਹ ਮੇਰੀ ਅਰਧ ਸੁੱਤੀ ਚੇਤਨਾ, ਬੇਬਸ ਲਾਚਾਰ ਵੇਦਨਾ, ਹਰ ਪਲ ਆਪਣੇ ਜ਼ਿਹਨ ਤੇ ਸੰਤਾਪ ਭੋਗਦੀ ਇਸ ਕਾਲ ਕੋਠੜੀ ਵਿੱਚ ਕੈਦ ਸੌਂ ਰਹੇਗੀ। ਜਦ
तक भी तुसी चाहोगे दफन हो रहेगी। जद तक चाहोगे तुसी जी लवेगी, जद चाहोगे तुसी तां मर जावेगी। अपनी इस काल कोठड़ी अंदर घबराउंदा नहीं, अपनी इस काल कोठड़ी अंदर घबराउणा नहीं। मर जाएगी तद भी ਤੁਹਾਨੂੰ ਉਹਦੀ ਲਾਸ਼ ਚੋਂ ਬਦਬੂ ਨਹੀਂ ਆਏਗੀ, ਕਿਉਂਕਿ ਉਹ ਤਾਂ ਯੁੱਗਾਂ ਤੋਂ ਪਈ ਇੱਕ ਅਮਰ ਰੂਹ ਹੈ ਜੋ ਕਦੀ ਮਰ ਨਹੀਂ ਸਕਦੀ ਪਰ ਜੀ ਵੀ ਨਹੀਂ ਸਕਦੀ। ਤਦ ਤੱਕ ਰਹਿਮ ਕਰੋ ਮੇਰੇ ਰਹਿਬਰੋ, ਆਪਣੀ ਇਸ ਕਾਲ ਕੋਠੜੀ ਅੰਦਰ ਮੈਨੂੰ ਬੰਦ ਰਹਿਣ ਦਿਓ, ਕੈਦ ਰਹਿਣ ਦਿਓ। ਆਪਣੀ ਇਸ ਕਾਲ ਕੋਠੜੀ ਅੰਦਰ ਮੈਨੂੰ ਬੰਦ ਰਹਿਣ ਦਿਓ, ਕੈਦ ਰਹਿਣ ਦਿਓ। ਧੰਨਵਾਦ। ਅਗਲੀ ਕਵਿਤਾ ਹੈ ਹੁੰਗਾਰਾ। ਅਕਸਰ ਮੈਂ ਆਪਣੀ ਇਕੱਲ ਸੰਗ ਬਾਤ ਪਾਉਂਦੀ ਹਾਂ, ਅਕਸਰ ਮੈਂ ਆਪਣੀ ਇਕੱਲ ਸੰਗ ਬਾਤ ਪਾਉਂਦੀ ਹਾਂ। ਬਾਤ ਪਾਉਂਦੀ ਮੈਂ ਗੀਤ ਗਾਉਂਦੀ ਹਾਂ, ਗੀਤ ਨੂੰ ਮੈਂ ਗੁਣਗੁਣਾਉਂਦੀ ਹਾਂ। ਧੁਰ ਅੰਦਰੋਂ ਮੇਰੇ ਜ਼ਿਹਨ 'ਚੋਂ ਆਵਾਜ਼ ਆਉਂਦੀ ਹੈ, ਮੈਂ ਕੀ ਹਾਂ, ਕੀ ਹੈ ਮੇਰੀ ਹੋਂਦ। ਮਿੱਟੀ ਦੇ ਬਾਵੇ ਜਿਹੀ, ਰੇਤ ਦੀ ਕਿਸੇ ਕੰਧ ਜਿਹੀ, ਜਾਂ ਐਸਕੀਮੋ ਦੇ ਕਿਸੇ ਬਰਫੀਲੇ ਘਰ ਜਿਹੀ, ਜਿੱਥੇ ਚੁਫੇਰੇ ਦੀ ਚਿੱਟੀ ਗਹਿਰੀ ਧੁੰਦ ਵਿੱਚ ਕੋਈ ਮਨੁੱਖ ਨਹੀਂ, ਸਿਰਫ ਰੇਂਡੀਅਰ ਤੁਰੇ ਫਿਰਦੇ ਨੇ। ਤੇ ਬਰਫ਼ ਦੇ ਘਰ ਵਿੱਚ ਛੁਪਿਆ ਮੇਰਾ ਵਜੂਦ ਬਰਫ਼ ਵਾਂਗ ਹੀ ਯੱਖ ਹੋ ਜਾਂਦਾ ਹੈ। ਮੇਰੇ ਜ਼ਿਹਨ ਤੇ ਇੱਕ ਕੱਲ ਦੀ ਤੈਅ ਪਰਤ ਦਰ ਪਰਤ ਚੜ੍ਹਦੀ ਜਾ ਰਹੀ ਹੈ, ਤੇ ਮੇਰੀ ਰੂਹ ਮੇਰੀ ਇਕੱਲ ਸੰਗ ਬਾਤ ਪਾਉਂਦੀ ਉੱਚੀ ਉੱਚੀ ਹੁੰਗਾਰੇ ਭਰਦੀ ਹੋਰ ਹੇਠਾਂ ਦੱਬੀ ਜਾ ਰਹੀ ਹੈ। ਠੀਕ ਉਦੋਂ ਮੇਰੀ ਆਵਾਜ਼ ਦੀ ਸੇਧੇ ਇੱਕ ਰੇਂਡੀਅਰ ਆ ਮੇਰੀ ਬਰਫ਼ ਵਰਗੀ ਇਕੱਲ ਦੀ ਕਬਰ ਨੂੰ ਆਪਣੀਆਂ ਤੇਜ਼ ਨੌਂਦਰਾਂ ਨਾਲ ਜਲਦੀ ਨਾਲ ਕੁਰੇਦ ਰਿਹਾ ਹੈ। ਸ਼ਾਇਦ ਮੇਰੀ ਬਾਤ ਦਾ ਹੁੰਗਾਰਾ ਦੇਣ ਲਈ। ਠੀਕ ਉਦੋਂ ਮੇਰੀ ਆਵਾਜ਼ ਦੀ ਸੇਧੇ ਇੱਕ ਰੇਂਡੀਅਰ ਆ ਮੇਰੀ ਬਰਫ਼ ਵਰਗੀ ਇਕੱਲ ਦੀ ਕਬਰ ਨੂੰ ਆਪਣੀਆਂ ਤੇਜ਼ ਨੌਂਦਰਾਂ ਨਾਲ ਜਲਦੀ ਨਾਲ ਕੁਰੇਦ ਰਿਹਾ ਹੈ। ਸ਼ਾਇਦ ਮੇਰੀ ਬਾਤ ਦਾ ਹੁੰਗਾਰਾ ਦੇਣ ਲਈ। ਧੰਨਵਾਦ। ਅਗਲੀ ਕਵਿਤਾ ਹੈ ਨੀਲ ਪਰੀ। ਹੁਣੇ ਹੁਣੇ ਕੱਟ ਕੇ ਸੁੱਟੇ ਤੇ ਹੁਣ ਸੜ ਰਹੇ ਆਪਣੇ ਸੁਨਹਿਰੀ ਪਰਾਂ ਦਾ ਮਾਤਮ ਕਰ ਰਹੀ, ਸ਼ੀਸ਼ੇ ਦੇ ਮਹਿਲ 'ਚ ਬੈਠੀ ਸੁਨਹਿਰੀ ਬਸਤਰਾਂ 'ਚ ਲਿਪਟੀ, ਨੀਲ ਪਰੀ ਦੀਆਂ ਬੇਆਵਾਜ਼ ਸਿਸਕੀਆਂ ਦੀ ਆਵਾਜ਼ ਕੋਈ ਵੀ ਤਾਂ ਨਹੀਂ ਸੁਣ ਰਿਹਾ। ਹੁਣੇ ਹੁਣੇ ਕੱਟ ਕੇ ਸੁੱਟੇ ਤੇ ਹੁਣ ਸੜ ਰਹੇ ਆਪਣੇ ਸੁਨਹਿਰੀ ਪਰਾਂ ਦਾ ਮਾਤਮ ਕਰ ਰਹੀ, ਸ਼ੀਸ਼ੇ ਦੇ ਮਹਿਲ 'ਚ ਬੈਠੀ ਸੁਨਹਿਰੀ ਬਸਤਰਾਂ 'ਚ ਲਿਪਟੀ, ਨੀਲ ਪਰੀ ਦੀਆਂ ਬੇਆਵਾਜ਼ ਸਿਸਕੀਆਂ ਦੀ ਆਵਾਜ਼ ਕੋਈ ਵੀ ਤਾਂ ਨਹੀਂ ਸੁਣ ਰਿਹਾ। ਪਰ ਸ਼ੀਸ਼ੇ ਦੇ ਮਹਿਲ ਦਾ ਗੁੰਬਦ ਨੀਲ ਪਰੀ ਦੀ ਹਰ ਹਸਰਤ ਦਾ ਗਵਾਹ ਹੈ। ਹਰ ਪਲ ਉਸ ਨੂੰ ਤੱਕਦਾ ਹੈ, ਅੱਜ ਵੀ ਤੱਕ ਰਿਹਾ ਹੈ, ਮਾਤਮ ਕਰ ਰਿਹਾ ਹੈ। ਸ਼ਾਇਦ ਕੁਝ ਵੀ ਨਾ ਕਰ ਸਕਣ ਦੀ ਆਪਣੀ ਮਜਬੂਰੀ ਦਾ। ਗੁੰਬਦ ਗਵਾਹ ਹੈ ਜਦ ਕਦੀ ਵੀ ਨੀਲ ਪਰੀ ਦੇ ਸੁਨਹਿਰੀ ਖੰਭਾਂ ਨੇ ਉੱਡਣਾ ਚਾਹਿਆ, ਉਸੇ ਛਿਨ
ਉਹ ਝਟਕ ਦਿੱਤੇ ਜਾਂਦੇ ਰਹੇ। ਗੁੰਬਦ ਗਵਾਹ ਹੈ ਜਦ ਕਦੀ ਵੀ ਨੀਲ ਪਰੀ ਦੇ ਸੁਨਹਿਰੀ ਖੰਭਾਂ ਨੇ ਉੱਡਣਾ ਚਾਹਿਆ, ਉਸੇ ਛਿਣ ਉਹ ਝਟਕ ਦਿੱਤੇ ਜਾਂਦੇ ਰਹੇ। ਸ਼ੀਸ਼ੇ ਦੇ ਮਹਿਲ ਦਾ ਰਿਵਾਜ਼ ਨਹੀਂ, ਜਾਂ ਆਕਾਸ਼ੀ ਉੱਡਣ ਦੀ ਹੁਣ ਖੰਭਾਂ 'ਚ ਪਰਵਾਜ਼ ਨਹੀਂ। ਉਂਝ ਵੀ ਇਹ ਸ਼ੀਸ਼ੇ ਦਾ ਮਹਿਲ ਹੈ, ਨੀਲਾ ਅੰਬਰ ਨਹੀਂ। ਸ਼ੀਸ਼ੇ ਦਾ ਮਹਿਲ ਜਿਸ ਦੀ ਕੋਈ ਵੀ ਬਾਰੀ ਜਾਂ ਝਰੋਖਾ ਆਕਾਸ਼ ਵੱਲ ਨਹੀਂ ਖੁੱਲ੍ਹਦਾ। ਸਿਰਫ ਬਾਰੀਕ ਝੀਥਾਂ ਨੇ ਜਿਨ੍ਹਾਂ ਰਾਹੀਂ ਨੀਲ ਪਰੀ ਦੀ ਰੂਹ ਉੱਡ ਉੱਡ ਜਾਂਦੀ ਬਾਹਰ। ਸਿਰਫ ਬਾਰੀਕ ਝੀਥਾਂ ਨੇ ਜਿਨ੍ਹਾਂ ਰਾਹੀਂ ਨੀਲ ਪਰੀ ਦੀ ਰੂਹ ਉੱਡ ਉੱਡ ਬਾਹਰ ਜਾਂਦੀ, ਤੇ ਬਾਰੀਆਂ ਝਰੋਖੇ ਨੀਲ ਪਰੀ ਵੱਲ ਤੱਕਦੇ, ਕਦੇ ਉਦਾਸ ਹੁੰਦੇ, ਕਦੀ ਹੱਸਦੇ, ਕਦੀ ਖਿੱਲੀ ਉਡਾਉਂਦੇ। ਇੰਝ ਮਹਿਸੂਸ ਹੁੰਦਾ ਨੀਲ ਪਰੀ ਨੂੰ, ਤੇ ਉਹ ਤੜਪ ਕੇ ਰਹਿ ਜਾਂਦੀ ਕਿ ਮੇਰੇ ਦੁਸ਼ਮਣ ਨੇ ਜਾਂ ਮਿਹਰਬਾਨ। ਦੂਜੇ ਹੀ ਪਲ ਖਾਮੋਸ਼ ਝਰੋਖੇ ਉਸਦਾ ਮੂੰਹ ਚੜਾਉਂਦੇ ਜਾਪਦੇ, ਤੇ ਨੀਲ ਪਰੀ ਫਿਰ ਉਦਾਸ ਹੋ ਜਾਂਦੀ। ਪਰ ਸ਼ੀਸ਼ੇ ਦਾ ਗੁੰਬਦ ਉਸ 'ਤੇ ਕਦੀ ਨਾ ਹੱਸਦਾ। ਉਸ ਨੂੰ ਤੱਕ ਨੀਲ ਪਰੀ ਇੱਕੋ ਉਡਾਰੀ ਨਾਲ ਉੱਡ ਜਾਣਾ ਲੋਚਦੀ, ਪਰ ਉਸਨੂੰ ਤਾਂ ਆਪਣੇ ਸ਼ੀਸ਼ੇ ਦੇ ਮਹਿਲ ਦੇ ਰਾਜਕੁਮਾਰ ਨਾਲ ਅੰਤਾਂ ਦਾ ਪਿਆਰ ਸੀ, ਜੋ ਉਸਨੂੰ ਅੰਤਾਂ ਦਾ ਪਿਆਰ ਕਰਦਾ ਸੀ। ਬਸ ਕਿਸੇ ਬਾਹਰੀ ਨਜ਼ਰ ਦੀ ਹਵਾ ਵੀ ਨਹੀਂ ਸੀ ਲੱਗਣ ਦੇਣੀ ਚਾਹੁੰਦਾ। ਪਰ ਪੇਟ ਦੀ ਮਜਬੂਰੀ ਉਹਨੂੰ ਹਰ ਸੁਬਹ ਤੋਂ ਸ਼ਾਮ ਤੱਕ ਆਪਣੀ ਨੀਲ ਪਰੀ ਤੋਂ ਦੂਰ ਲੈ ਜਾਂਦੀ, ਤੇ ਹਰ ਰਾਤ ਉਹ ਆਪਣੀ ਨੀਲ ਪਰੀ ਕੋਲ ਉਡਾਰੀ ਮਾਰ ਆਣ ਪਹੁੰਚਦਾ। ਨੀਲ ਪਰੀ ਸੋਚਦੀ, ਕੀ ਹੋਇਆ ਜੇ ਉਹ ਸਾਰਾ ਸਾਰਾ ਦਿਨ ਸ਼ੀਸ਼ੇ ਦੀਆਂ ਦੀਵਾਰਾਂ 'ਚ ਕੈਦ ਰਹਿੰਦੀ ਹੈ, ਤੇ ਕੁਝ ਸੋਚ ਝਰੋਖੇ ਬੂਹੇ ਤੇ ਬਾਰੀਆਂ ਦੇ ਬੰਦ ਹੋਣ ਦਾ ਯਕੀਨ ਕਰ ਲੈਂਦੀ, ਮਤੇ ਉਸ ਤੋਂ ਇੱਕ ਵੀ ਉਡਾਰੀ ਖੁੱਲ੍ਹੇ ਅਸਮਾਨ ਵੱਲ ਵੱਜ ਜਾਵੇ। ਉਸ ਦੀ ਇੱਕੋ ਉਡਾਰੀ ਉਸਨੂੰ ਆਪਣੇ ਰਾਜਕੁਮਾਰ ਤੋਂ ਹਮੇਸ਼ਾ ਲਈ ਦੂਰ ਲੈ ਜਾਵੇਗੀ, ਤੇ ਇਸ ਡਰੋਂ ਅੱਜ ਉਹਨੇ ਆਪਣੇ ਸੁਨਹਿਰੀ ਪਰ ਸਾੜ ਸੁੱਟੇ ਨੇ, ਤੇ ਹੁਣ ਉਹ ਸਧਾਰਨ ਕੁੜੀ ਬਣ ਕੇ ਆਪਣੇ ਰਾਜਕੁਮਾਰ ਦੀ ਉਡੀਕ ਕਰ ਰਹੀ ਹੈ, ਤੇ ਉਸ ਦੀਆਂ ਸਿਸਕੀਆਂ ਦੀ ਆਵਾਜ਼ ਉਡੀਕ ਦੀਆਂ ਘੜੀਆਂ 'ਚ ਸਿਮਟ ਚੁੱਕੀ ਹੈ। ਨੀਲ ਪਰੀ ਹੁਣ ਉਦਾਸ ਨਹੀਂ ਹੈ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੋਸ਼ਨੀ ਦੀ ਅਗਲੀ ਕਵਿਤਾ ਹੈ ਖੰਡਰਾਤ। ਪੱਥਰਾਂ ਦੇ ਇਸ ਸ਼ਹਿਰ ਅੰਦਰ, ਚੱਟਾਨਾਂ ਦੀ ਇਸ ਬਸਤੀ ਅੰਦਰ, ਪੱਥਰਾਂ ਦੇ ਇਸ ਸ਼ਹਿਰ ਅੰਦਰ, ਚੱਟਾਨਾਂ ਦੀ ਇਸ ਬਸਤੀ ਅੰਦਰ, ਖਾਮੋਸ਼ ਹਸਰਤਾਂ ਦੀ ਬਣਦੀ ਰਹੀ ਕਹਾਣੀ ਨਵੀਂ ਨਹੀਂ, ਇਹ ਹੈ ਯੁੱਗਾਂ ਦੀ ਪੁਰਾਣੀ। ਖਾਮੋਸ਼ ਹਸਰਤਾਂ ਦਾ ਦਮ ਘੁੱਟਦਾ ਰਿਹਾ, ਪੀੜਾਂ ਨਾਲ ਬੋਝਲ ਮਨ ਵਿਲਕਦਾ ਰਿਹਾ। ਉਸ ਨਗਰੀ ਵਿੱਚ ਵਸਦੇ ਲੋਕੀ, ਮੋਹ ਮਮਤਾ ਤੋਂ ਕੋਰੇ ਲੋਕੀ, ਪਿਆਰ ਦੀ ਕਦਰ ਤੋਂ ਅਣਜਾਣ, ਤੇਰੀ ਸਿਦਕ ਦਿਲੀ ਦਾ ਕੀ ਮੁੱਲ ਪਾਣ। ਤੇਰੇ ਹਿੱਸੇ ਮਰਨਾ ਆਇਆ, ਪੀੜ ਪਰਾਗਾ ਜਰਨਾ ਆਇਆ। ਮਨ ਤੇਰਾ ਕੋਮਲ ਫੁੱਲ ਦੀ ਡਾਲੀ ਜਿਹਾ, ਕੋਈ ਨਾ ਮਿਲਿਆ ਤੈਨੂੰ ਮਾਲੀ ਜਿਹਾ। ਤੇਰੇ ਮਨੂਏ ਦੇ ਬੂਟੇ ਨੂੰ ਜੋ ਕੋਈ ਸਿੰਜਦਾ, ਦੁੱਖ ਤੈਨੂੰ ਫਿਰ
ਕੋਈ ਨਾ ਪਿੰਜਦਾ, ਵਾਂਗ ਵੇਲਣੇ ਪੀੜਿਆ ਤੈਨੂੰ, ਆਪਣਿਆਂ ਇੰਝ ਨਪੀੜਿਆ ਤੈਨੂੰ। ਤੇਰੇ ਆਪਣੇ ਕਦੇ ਨਾ ਹੋਏ, ਉਈਓ ਤੇਰੇ ਦੁਸ਼ਮਣ ਹੋਏ। ਕਿਹਦੀ ਕਿਹਦੀ ਬਾਤ ਸੁਣਾਵਾਂ, ਕਿਹੜਾ ਕਿਹੜਾ ਹਾਲ ਸੁਣਾਵਾਂ। ਸ਼ਹਿਰ ਸਾਰੇ ਦੀ ਬਾਤ ਹੈ ਇੱਕੋ, ਪੱਥਰਾਂ ਦਾ ਖੰਡਰਾਤ ਹੈ ਇੱਕੋ। ਕਿਹਦੀ ਕਿਹਦੀ ਬਾਤ ਸੁਣਾਵਾਂ, ਕਿਹੜਾ ਕਿਹੜਾ ਹਾਲ ਸੁਣਾਵਾਂ। ਸ਼ਹਿਰ ਸਾਰੇ ਦੀ ਬਾਤ ਹੈ ਇੱਕੋ, ਪੱਥਰਾਂ ਦਾ ਖੰਡਰਾਤ ਹੈ ਇੱਕੋ। ਧੰਨਵਾਦ। ਅਗਲੀ ਕਵਿਤਾ ਹੈ ਸ਼ੇਰਨੀ। ਇਸ ਤੋਂ ਪਹਿਲਾਂ ਮੈਕਸਿਮ ਗੋਰਕੀ ਦੀ ਇੱਕ ਲਾਈਨ ਲਿਖੀ ਹੈ, ਤੂਫਾਨੀ ਜ਼ਿੰਦਗੀ ਜੀਓ, ਸੰਤੁਸ਼ਟਤਾ ਤੋਂ ਪਲੇਗ ਵਾਂਗ ਡਰੋ। ਕਵਿਤਾ ਸ਼ੇਰਨੀ। ਡਰਾਉਣਾ ਮੈਂ ਵੀ ਜਾਣ ਗਈ ਹਾਂ ਹੁਣ, ਤੇ ਤੇਰੀ ਗਿੱਦੜ ਘੁਰਕੀ ਦਾ ਅੰਦਾਜ਼ਾ ਵੀ ਹੈ ਮੈਨੂੰ। ਡਰਾਉਣਾ ਮੈਂ ਵੀ ਜਾਣ ਗਈ ਹਾਂ ਹੁਣ, ਤੇ ਤੇਰੀ ਗਿੱਦੜ ਘੁਰਕੀ ਦਾ ਅੰਦਾਜ਼ਾ ਵੀ ਹੈ ਮੈਨੂੰ। ਤੈਨੂੰ ਬੇਸ਼ੱਕ ਮੇਰੇ ਬੁਲੰਦ ਹੌਸਲੇ ਦੀ ਖਬਰ ਨਾ ਹੋਵੇ, ਮੈਂ ਮੰਨੂ ਦੇ ਜ਼ਮਾਨੇ ਦੀ ਨਿਤਾਣੀ ਨਾਰੀ ਨਹੀਂ ਹਾਂ। ਮੇਰੀ ਆਤਮਾ ਤੇ ਮੇਰੀ ਬੁੱਧੀ ਸਮੇਂ ਦੀਆਂ ਥਪੇੜਾਂ ਤੇ ਰਗੜਾਂ ਖਾ ਖਾ ਕੇ ਪ੍ਰਜਵੱਲਤ ਤੇ ਪ੍ਰੌੜ ਹੋ ਚੁੱਕੀ ਹੈ। ਮਤਾ ਭੁਲੇਖਾ ਖਾ ਜਾਵੇਂ ਕਿ ਉੱਚੀ ਬੋਲ ਕੇ ਡਰਾ ਲਵੇਂਗਾ। ਮੇਰਾ ਹਾਣੀ ਮਰਦ ਵੀ ਮੈਨੂੰ ਜੀਵਨ ਸਾਥਣ ਮਨ ਟੁਰਨ ਲੱਗ ਪਿਆ ਹੈ। ਪਰ ਇਹ ਵੀ ਸੱਚ ਹੈ ਕਿ ਤੈਨੂੰ ਤੇ ਉਸਨੂੰ ਬਦਲ ਰਹੀਆਂ ਸਮਾਜੀ ਕਦਰਾਂ ਕੀਮਤਾਂ ਨੇ ਛੋਟੇ ਵੱਡੇ ਦਾ ਲਿਹਾਜ਼ ਭੁਲਾ ਦਿੱਤਾ ਹੈ। ਤੇਰੇ ਜਿਹੀਆਂ ਕਈ ਦਹਾੜਾਂ ਮੈਂ ਰੋਜ਼ ਸੁਣਦੀ ਹਾਂ, ਨਾ ਕਿਸੇ ਮਾਂ ਦਾ, ਨਾ ਕਿਸੇ ਭਰਾ ਦਾ, ਤੇ ਨਾ ਕਿਸੇ ਭਰਜਾਈ ਦਾ ਲਿਹਾਜ਼ ਹੈ ਤੇਰੀ ਕਾਲੀ ਜ਼ੁਬਾਨ ਨੂੰ। ਤੇਰੀ ਲੰਗਾਰੀ ਹੋਈ ਜੀਭ, ਤੇਰਾ ਕਾਲਾ ਨਿਕੰਮਾ ਦਿਲ, ਬੇਗਾਨਾ ਹੱਕ ਖਾ ਖਾ ਕੇ ਮੱਸਿਆ ਦੀ ਅੱਧ ਰਾਤਰੀ ਸਿਆਹੀ ਵਰਗਾ ਹੋ ਗਿਆ ਹੈ। ਪਰ ਯਾਦ ਰੱਖ, ਵਕਤ ਦੇ ਜ਼ਾਲਮ ਪੰਜੇ ਮੁੜ ਤੇਰੀ ਧੌਣ ਤੇ ਉਦੋਂ ਵਾਂਗ ਹੱਥ ਫੈਲਾਉਣਗੇ ਜਦ ਤੈਨੂੰ ਅਹਿਸਾਸ ਹੋਏਗਾ ਕਿ ਆਪਣੇ ਕਿਵੇਂ ਹੁੰਦੇ ਹਨ। ਭਰਾ ਇੱਕ ਦੂਜੇ ਦੀਆਂ ਬਾਹੀਂ ਹੁੰਦੇ ਹਨ। ਅਫਸੋਸ ਤੇਰੇ ਲਹੂ ਦਾ ਰੰਗ ਸਫੈਦ ਹੋ ਚੁੱਕਾ ਹੈ, ਪਰ ਮੇਰੇ ਲਹੂ ਦਾ ਰੰਗ ਮਗਦੀ ਹੋਈ ਲਾਲੀ ਵਾਂਗ ਦਗਦਾ ਹੈ। ਤੈਨੂੰ ਲੂ ਸੁੱਟੇਗਾ ਤੇ ਆਪਣੇ ਸਵੈਮਾਨ ਲਈ ਲੜ ਮਰੇਗਾ। ਆਪਣੇ ਹੱਕ ਨੂੰ ਤੇਰੇ ਬੌਣੇ ਕੱਦ ਤੋਂ ਕੁਰਬਾਨ ਕਰ ਦੇਵਾਂਗੀ। ਇਹ ਤਿਆਗ ਹੀ ਹੈ ਜਿਸ ਨੇ ਮੈਨੂੰ ਤੇਰੇ ਬੌਣੇ ਕੱਦ ਤੋਂ ਉੱਚਾ ਚੁੱਕਿਆ ਹੈ, ਤੇ ਇਸ ਲਈ ਤੇਰੀ ਕਿਸੇ ਵੀ ਗਿੱਦੜ ਧਮਕੀ ਤੋਂ ਹੁਣ ਮੈਨੂੰ ਡਰ ਨਹੀਂ ਆਉਂਦਾ। ਕਿਸੇ ਇੱਕ ਚਾਹ ਦੀ ਵੀ ਜੇ ਤੂੰ ਕਦਰ ਕੀਤੀ ਹੁੰਦੀ ਤਾਂ ਤੈਨੂੰ ਅਹਿਸਾਸ ਹੁੰਦਾ ਕਿ ਰਿਸ਼ਤਿਆਂ ਦਾ ਕੀ ਮਹੱਤਵ ਹੁੰਦਾ ਹੈ। ਪਰ ਖੈਰ, ਇਸੇ ਲਈ ਹੁਣ ਤੂੰ ਮੈਨੂੰ ਤਾਂ ਕੀ ਕਿਸੇ ਨੂੰ ਵੀ ਡਰਾ ਨਹੀਂ ਸਕੇਗਾ। ਤੇਰੀ ਗਿੱਦੜ ਘੁਰਕੀ ਦਾ ਅਸਰ ਕਿਸੇ 'ਤੇ ਵੀ ਹੋਵੇ, ਕਿਸੇ ਸ਼ੇਰਨੀ 'ਤੇ ਨਹੀਂ ਹੋ ਸਕੇਗਾ। ਤੇਰੀ ਗਿੱਦੜ ਘੁਰਕੀ ਦਾ ਅਸਰ ਕਿਸੇ 'ਤੇ ਵੀ ਹੋਵੇ, ਕਿਸੇ ਸ਼ੇਰਨੀ 'ਤੇ ਨਹੀਂ ਹੋ ਸਕੇਗਾ। ਧੰਨਵਾਦ। ਅਗਲੀ ਕਵਿਤਾ ਮੱਥੇ ਦੀ ਸ਼ਿਕਨ। ਮੱਥੇ ਦੀ ਸ਼ਿਕਨ ਕਿਉਂ ਉੱਭਰਦੀ ਹੈ? ਦਿਲ ਲੀਰੋ ਲੀਰ ਹੋ ਜਾਂਦਾ ਹੈ ਮੇਰਾ ਜਦ ਵੀ ਮੱਥੇ 'ਤੇ ਸ਼ਿਕਨ ਉੱਭਰਦੀ ਹੈ। ਬੜੀਆਂ ਸਦਰਾਂ ਨਾਲ ਸਜਾਉਂਦੀ ਹਾਂ ਮੈਂ ਉਡੀਕਦੇ ਪਲਾਂ ਦੀਆਂ ਲਕੀਰਾਂ। ਮੱਥੇ ਦੀ ਸ਼ਿਕਨ ਉਦੋਂ ਹੀ ਆਣ ਮਿਟਾਉਂਦੀ ਹੈ ਸਭ
ਤੇ ਉਹਨੂੰ ਤੱਕ ਮੇਰੀ ਉਡੀਕ ਜ਼ਖਮੀ ਹੋ ਜਾਂਦੀ ਹੈ। ਬੜੀ ਬੇਚੈਨ ਰਹਿੰਦੀ ਹਾਂ, ਇੱਕ ਇੱਕ ਮੁਸਕਰਾਹਟ ਲਈ ਮੈਂ ਹਰ ਪਲ, ਪਰ ਇਹ ਚਾਹਤ ਮੇਰੀ ਸਦਾ ਹੀ ਹਸਦ ਬਣ ਜਾਂਦੀ ਹੈ। ਰੂਹ ਮੇਰੀ ਬੜੀ ਤਿਲ ਮਿਲਾਉਂਦੀ ਹੈ। ਮਸ਼ੀਨੀ ਰੋਬੋਟ ਜਿਹੇ ਇਨਸਾਨਾਂ ਦੀ ਖਾਮੋਸ਼ ਬਸਤੀ ਵਿੱਚ ਇਕੱਲੀ ਇਕਹਿਰੀ ਉਦਾਸ ਰੂਹ ਮੇਰੀ ਘਬਰਾ ਜਾਂਦੀ ਹੈ ਤੇ ਮੱਥੇ ਦੀ ਸ਼ਿਕਨ ਦੇਖ ਹਰ ਮਰਮੀ ਰੂਹ ਤਿਲ ਮਿਲਾ ਕੇ ਰਹਿ ਜਾਂਦੀ ਹੈ। ਤੇ ਮੱਥੇ ਦੀ ਸ਼ਿਕਨ ਦੇਖ ਹਰ ਮਰਮੀ ਰੂਹ ਤਿਲ ਮਿਲਾ ਕੇ ਰਹਿ ਜਾਂਦੀ ਹੈ। ਧੰਨਵਾਦ। ਅਗਲੀ ਕਵਿਤਾ ਹੈ ਚਾਨਣ ਦੀ ਲਾਟ। ਨਾ ਰੋਕੋ ਵਾਸਤਾ ਤੁਹਾਨੂੰ ਮੇਰੇ ਦਰਦ ਦਾ, ਨਾ ਰੋਕੋ ਵਾਸਤਾ ਤੁਹਾਨੂੰ ਮੇਰੇ ਦਰਦ ਦਾ, ਲਿਖਾਂਗੀ ਨਹੀਂ ਤਾਂ ਮਰੇ ਜਾਵਾਂਗੀ ਮੈਂ। ਬੜੀ ਬੇਜ਼ਾਰ ਰਹਿੰਦੀ ਇਸ ਇਕੱਲ ਹੱਥੋਂ, ਇਕੱਲੀ ਰਹਾਂਗੀ ਤਾਂ ਡਰ ਹੀ ਜਾਵਾਂਗੀ ਮੈਂ। ਕਾਲੇ ਡੂਮਣਿਆਂ ਜਿਹੀ ਚੁੱਪ ਹੈ ਚੁਪਾਸੀ, ਇਸ ਚੁੱਪ 'ਚ ਇੱਕ ਦਿਨ ਖੁਰ ਜਾਵਾਂਗੀ ਮੈਂ। ਕਲਮ ਉੱਠੀ ਹੈ ਅੱਜ ਮੇਰੀ ਮੇਰੇ ਰਹਿਬਰੋ, ਸਮੇਂ ਦੀ ਇੱਕ ਦਿਨ ਪੁਕਾਰ ਬਣ ਜਾਵਾਂਗੀ ਮੈਂ। ਹਿਤਕਾਰੀ ਬੰਦਸ਼ਾਂ ਤੋੜ ਕੇ ਸਭ ਇੱਕ ਦਿਨ, ਨੀਲ ਕੰਠ ਬਣ ਤੁਹਾਨੂੰ ਅੰਮ੍ਰਿਤ ਦੇ ਜਾਵਾਂਗੀ ਮੈਂ। ਖਿੜਦੀ ਕਲੀ ਜਿਹਾ ਨਹੀਂ ਮੇਰਾ, ਖਿੜਦੀ ਕਲੀ ਜਿਹਾ ਨਹੀਂ ਮਨ ਮੇਰਾ ਬੇਸ਼ੱਕ, ਕੰਡਿਆਂ ਸੰਗ ਜੂਝ ਫਿਰ ਵੀ ਗੁਲਾਬ ਬਣ ਜਾਵਾਂਗੀ ਮੈਂ। ਨਹੀਂ ਸੁਣੋਗੇ ਜੇ ਬੇਨਤੀ ਮੇਰੀ ਤੁਸੀਂ, ਕਾਲੀ ਬੋਲੀ ਮੱਸਿਆ ਦੀ ਰਾਤ ਬਣ ਜਾਵਾਂਗੀ ਮੈਂ। ਨਾ ਰੋਕੋ ਰਸਤਾ ਵਾਸਤਾ ਤੁਹਾਨੂੰ ਮੇਰੇ ਲੋਕਾਂ ਦਾ ਹੈ, ਨਾ ਰੋਕੋ ਰਸਤਾ ਵਾਸਤਾ ਤੁਹਾਨੂੰ ਮੇਰੇ ਲੋਕਾਂ ਦਾ ਹੈ। ਇਸ ਪੰਧ 'ਤੇ ਇੱਕ ਦਿਨ ਚਾਨਣ ਦੀ ਲਾਟ ਬਣ ਜਾਵਾਂਗੀ ਮੈਂ। ਇਸ ਪੰਧ 'ਤੇ ਇੱਕ ਦਿਨ ਚਾਨਣ ਦੀ ਲਾਟ ਬਣ ਜਾਵਾਂਗੀ ਮੈਂ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੋਸ਼ਨੀ ਦੀ ਅਗਲੀ ਕਵਿਤਾ ਨੀ ਮਾਈ। ਕੀ ਜਾਣੇ ਕੋਈ ਕੀ ਪਹਿਚਾਣੇ, ਅਸੀਂ ਕਿਸ ਮਿੱਟੀ ਦੇ ਬਣੇ ਹਾਂ ਮਾਏ। ਰੂਹ ਸਾਡੀ ਅਸਲੋਂ ਭੋਲੀ, ਜਿੰਦੜੀ ਮੂਲ ਨਿਮਾਣੀ। ਕੀ ਜਾਣੇ ਕੋਈ ਕੀ ਪਹਿਚਾਣੇ, ਸਾਡੀ ਜਿੰਦ ਨਿਮਾਣੀ। ਝੱਲ ਨਾ ਹੁੰਦੀ ਕੋਈ ਉਦਾਸੀ, ਨਾ ਦਿਲ ਦੀ ਦਿਲਗੀਰੀ। ਦਿਲ ਸਾਡੇ ਨੇ ਸਾਂਭ ਰੱਖੀ ਹੈ ਫਕਰਾਂ ਵਾਲੀ ਫਕੀਰੀ। ਜੀਕਰ ਚੰਨ ਦੇ ਟੋਟੇ ਤਾਈਂ, ਨਿਸ ਦਿਨ ਚੜ੍ਹਦਾ ਰੂਪ ਸਵਾਇਆ। ਮੁੱਖ ਸਾਡੇ ਇਹੋ ਰੂਪ ਵਟਾਇਆ, ਮਹਿੰਗਾ ਮਹਿੰਗਾ ਰੂਪ ਸਾਡਾ ਚੰਦਨ ਨੇ ਮਹਿਕਾਇਆ ਨੀ ਮਾਏ। ਇਸ ਜੂਨੀ ਅਸਾਂ ਰੱਬ ਹੈ ਪਾਇਆ, ਇਸ ਜੂਨੀ ਅਸਾਂ ਰੱਬ ਹੈ ਪਾਇਆ। ਧੰਨਵਾਦ। ਅਗਲੀ ਕਵਿਤਾ ਹੈ ਕੌਣ ਸੁਣੇ। ਕੌਣ ਸੁਣੇ ਅਸਾਂ ਦਰਦਮੰਦਾਂ ਦੀਆਂ ਆਹੀਂ, ਕੌਣ ਸੁਣੇ। ਕਿਹੜੇ ਥਾਂ ਦੀ ਮਿੱਟੀ ਲਾਈ, ਕਿਹੜੇ ਵਣਜ ਵਿਹਾਈ। ਪੀੜ ਹਿਜਰ ਦੀ ਹੱਡਾਂ ਦਾ ਬਾਲਣ,
ਸਾਡੇ ਨੈਣ ਸਦਾ ਤਰਿਹਾਈ। ਅੱਗ ਦੀ ਉਮਰੇ ਅੱਕ ਚਬਾ ਕੇ ਮਰ ਮਰ ਜਾਈਏ, ਦਰਦੀ ਸਾਂਝਾਂ ਪਾ ਕੇ। ਨਾ ਕੋਈ ਦਰਦੀ ਨਾ ਕੋਈ ਆਪਣਾ, ਜਿਸ ਨੂੰ ਆਪਣੇ ਦਿਲ ਦੀ ਹਾਲਤ ਨਿਸ ਦਿਨ ਖੋਲ੍ਹ ਸੁਣਾਈਏ। ਕਿਹਨੂੰ ਕਹੀਏ ਕੀਕਣ ਕਹੀਏ, ਬਸ ਝੁਰ ਝੁਰ ਮਰਦੇ ਜਾਈਏ। ਕੌਣ ਸੁਣੇ ਅਸਾਂ ਦਰਦਮੰਦਾਂ ਦੀਆਂ ਆਹੀਂ, ਕੌਣ ਸੁਣੇ ਅਸੀਂ ਸਾਂਝੀ ਅੰਮੀ ਦੇ ਜਾਏ। ਅਸੀਂ ਨਾ ਸਾਂਝੇ ਹੋਏ, ਸਾਡੀਆਂ ਸਾਂਝਾਂ ਤਿੜਕ ਗਈਆਂ ਨੇ, ਸਾਡੇ ਸੁਪਨੇ ਮੋਏ। ਅੰਮੀ ਸਾਡੀ ਬੇਬਸ ਹੋਈ, ਸਾਰੇ ਪੁੱਤਰ ਸਾਰੀਆਂ ਧੀਆਂ ਜੰਗਲੀ ਹੋਈਆਂ ਲੜ ਲੜ ਮਰੀਆਂ। ਅੰਮੀ ਸਾਡੀ ਨਿੰਮੋ ਝੂਣੀ ਹੋ ਗਈ ਤਾਣ ਨਿਤਾਣੀ। ਇੱਕ ਦਿਨ ਅੰਬਰੋਂ ਬੁੱਲਾ ਆਇਆ, ਅੰਮੀ ਉਸਨੂੰ ਹਾਲ ਸੁਣਾਇਆ। ਬੁੱਲੇ ਆਖਿਆ, ਇਹਨਾਂ ਦਾ ਕੋਈ ਹੱਲ ਨਹੀਂ ਹੈ, ਆ ਆਪਾਂ ਉੱਡ ਚਲੀਏ ਦੋਵੇਂ, ਅੰਬਰੀ ਡੇਰੇ ਲਾਈਏ। ਬੇਬਸ ਅੰਮੀ ਹੌਕੇ ਭਰਦੀ ਮਾਰ ਉਡਾਰੀ ਅੰਬਰੀ ਟੁਰ ਗਈ। ਉਸ ਦਿਨ ਤੋਂ ਅੱਜ ਤਾਈਂ ਅਸੀਂ ਮਾਂ ਮੈਟਰ ਬਾਲ ਦੇ ਵਾਂਗੂ ਵਿਲਕ ਰਹੇ ਹਾਂ। ਉਸ ਦਿਨ ਤੋਂ ਅੱਜ ਤਾਈਂ ਅਸੀਂ ਮਾਂ ਮੈਟਰ ਬਾਲ ਦੇ ਵਾਂਗੂ ਵਿਲਕ ਰਹੇ ਹਾਂ, ਸਿਸਕ ਰਹੇ ਹਾਂ, ਆਖ ਰਹੇ ਹਾਂ, ਕੌਣ ਸੁਣੇ ਅਸਾਂ ਦਰਦਮੰਦਾਂ ਦੀਆਂ ਆਹੀਂ, ਕੌਣ ਸੁਣੇ। ਧੰਨਵਾਦ। ਅਗਲੀ ਕਵਿਤਾ ਹੈ ਸ਼ੁਕਰੀਆ ਅਦਾ। ਐ ਮੇਰੇ ਦੋਸਤ, ਮੇਰੇ ਹਮਨਵਾ, ਮੇਰੇ ਹਜ਼ੂਰ, ਮੈਂ ਤੈਨੂੰ ਸਿਜਦਾ ਕਰਦੀ ਹਾਂ ਤੇ ਇਸ ਜਨਮ ਦੇ ਸਾਥ ਲਈ ਸ਼ੁਕਰੀਆ ਉਸ ਖੁਦਾ ਦਾ ਅਦਾ ਕਰਦੀ ਹਾਂ। ਹੋਰ ਸ਼ੁਕਰੀਆ ਕਰਦੀ ਹਾਂ ਆਪਣੇ ਦਿਲ ਦੇ ਭਾਵਾਂ ਦਾ, ਇਹਨਾਂ ਹਵਾਵਾਂ ਦਾ, ਉਹਨਾਂ ਫਿਜ਼ਾਵਾਂ ਦਾ, ਤੇਰੀਆਂ ਦੁਆਵਾਂ ਦਾ, ਹੋਰਾਂ ਦੀਆਂ ਚੁਆਤੀਆਂ ਤੇ ਸ਼ੁਆਵਾਂ ਦਾ, ਵਿਲਕਦੇ ਨੈਣਾਂ ਦੇ ਨੀਰਾਂ ਦਾ, ਸੰਭਲਦੇ ਦਿਲ ਦੇ ਕਰਾਰਾਂ ਦਾ, ਹੌਕਿਆਂ ਤੇ ਹਾਵਿਆਂ ਦਾ, ਖੁਸ਼ੀਆਂ ਤੇ ਚਾਵਾਂ ਦਾ, ਮਨ ਦੇ ਵਿਹੜੇ ਦੀ ਦਹਿਲੀਜ਼ ਤੇ ਉਕਰੀ ਹੋਈ ਉਡੀਕ ਦਾ, ਟਿਕੀਆਂ ਹੋਈਆਂ ਨਿਗਾਹਾਂ ਦਾ ਤੇ ਉਡੀਕਵਾਨ ਰਾਹਾਂ ਦਾ। ਐ ਮੇਰੇ ਦੋਸਤ, ਮੇਰੇ ਜਨਾਬੇ ਆਲੀ, ਸ਼ੁਕਰੀਆ ਤੇਰੀ ਨਿਗਾਹੇ ਖੈਰ ਦਾ, ਮੇਰੀ ਸੁੱਚੀ ਤੇ ਪਾਕ ਜਿਹੀ ਮੁਹੱਬਤ ਦੇ, ਤੇਰੇ ਹੌਲੇ ਜਿਹੇ ਹੁੰਗਾਰੇ ਦਾ, ਤੇਰੀ ਨਿੱਘੀ ਅਪਣੱਤ ਦਾ, ਤੇਰੀ ਅਣਮੋਲ ਦੋਸਤੀ ਦੀ ਸੌਗਾਤ ਦਾ, ਮੇਰੀ ਅਣਭੋਲ ਜਿਹੀ ਚਾਹਤ ਦਾ, ਤੇਰੇ ਰੇਸ਼ਮੀ ਸਾਹਾਂ ਦਾ, ਤੇਰੀਆਂ ਮਲੂਕ ਜਿਹੀਆਂ ਸੋਚਾਂ ਦਾ, ਤੇਰੀਆਂ ਭਰਪੂਰ ਉਡਾਣਾਂ ਦਾ। ਹੇ ਮੇਰੇ ਸਮੇਂ ਦੇ ਸਮਰੱਥ ਪੁਰਸ਼, ਮੈਂ ਤੈਨੂੰ ਸਲਾਮ ਆਖਦੀ ਹਾਂ। ਤੇਰੀ ਤੰਦਰੁਸਤੀ ਅਤੇ ਤੇਰੀ ਲੰਮੀ ਉਮਰ ਲਈ ਦੁਆ ਕਰਦੀ ਹਾਂ ਤੇ ਤੇਰੇ ਸਮੇਂ ਦੇ ਹਾਣ ਦੀ ਹੋਣ ਲਈ, ਤੇਰੀ ਸਮਕਾਲੀਤਾ ਲਈ ਉਸ ਪਰਵਰਦਗਾਰ ਦਾ 100 ਵਾਰ ਸ਼ੁਕਰੀਆ ਅਦਾ ਕਰਦੀ ਹਾਂ। ਧੰਨਵਾਦ। ਕਵਿਤਾ ਹੈ ਗਜ਼ਾਲਾ। ਮੈਂ ਕਾਇਲ ਮਿਰਗਣੀ ਸਾਹਾਂ ਤੋਂ ਵਿਰਵਣੀ, ਮੈਂ ਕਾਇਲ ਮਿਰਗਣੀ ਸਾਹਾਂ ਤੋਂ ਵਿਰਵਣੀ, ਹਿੱਕੜੀ ਅੰਦਰ ਤੁਖਦਾ
ਅੰਗਿਆਰ ਮਗਾਈ ਬੈਠੀ ਹਾਂ, ਦਰਦਾਂ ਦੀ ਇੱਕ ਭੱਠ ਤਪਾਈ ਬੈਠੀ ਹਾਂ। ਕੋਈ ਪੀੜਾਂ ਦਾ ਪਰਾਗਾ ਹੀ ਲੈ ਆਵੇ, ਇਹ ਆਸ ਜਗਾਈ ਬੈਠੀ ਹਾਂ। ਮੈਂ ਘਾਇਲ ਮਿਰਗਣੀ, ਸਾਹਾਂ ਤੋਂ ਸੱਖਣੀ, ਮੇਰੇ ਨੈਣਾਂ ਦੇ ਕਟੋਰੇ ਨੇ ਭਰੇ ਭਰੇ, ਜ਼ਖਮ ਰਹਿੰਦੇ ਮੇਰੇ ਸਦਾ ਹਰੇ ਹਰੇ। ਕੋਈ ਐਸਾ ਜੋਗੀ ਆਵੇ, ਦਿਲ ਦੇ ਵਿਹੜੇ ਅਲਖ ਜਗਾਵੇ, ਮੈਂ ਉੱਠ ਉੱਠ ਨੱਸਾਂ, ਬੇਹਾਲ ਹੁੰਦੀ ਜਾਵਾਂ, ਇਹ ਆਸ ਲਗਾਈ ਬੈਠੀ ਹਾਂ, ਮੈਂ ਤਾਕ ਲਗਾਈ ਬੈਠੀ ਹਾਂ। ਮੈਂ ਘਾਇਲ ਮਿਰਗਣੀ, ਸਾਹਾਂ ਤੋਂ ਵਿਰਵਣੀ, ਦਿਲ ਦੀਆਂ ਪੀੜਾਂ ਪੀ, ਬੇਹੋਸ਼ ਹੁੰਦੀ ਜਾਵਾਂ। ਸੁਪਨਿਆਂ ਦੀ ਓੜ ਚਾਨਣੀ, ਮੈਂ ਅਜ਼ਲਾਂ ਦੀ ਨੀਂਦ ਸੌਵਾਂ। ਕੋਈ ਐਸਾ ਜੋਗੀ ਆਵੇ, ਕੋਈ ਐਸੀ ਬੀਨ ਬਜਾਵੇ, ਪ੍ਰੀਤ ਵਿਗੁੱਚੀ ਮੇਰੀ ਆਤਮਾ, ਸਦੀਆਂ ਤੋਂ ਸੁੱਤੀ ਮੇਰੀ ਚੇਤਨਾ 'ਚ ਤਰੰਗ ਕੋਈ ਛਿੜ ਜਾਵੇ, ਮੇਰੇ ਅੱਲੇ ਜ਼ਖਮਾਂ ਨੂੰ ਅੰਗੂਰ ਆ ਜਾਵੇ, ਦਰਦ ਕੁੱਠੀ ਮੇਰੀ ਰੂਹ ਨੂੰ ਚੈਨ ਆ ਜਾਵੇ, ਗਜ਼ਾਲਾ ਸੌਂ ਜਾਵੇ, ਦਰਦ ਕੁੱਠੀ ਮੇਰੀ ਰੂਹ ਨੂੰ ਚੈਨ ਆ ਜਾਵੇ, ਗਜ਼ਾਲਾ ਸੌਂ ਜਾਵੇ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਅਗਲੀ ਕਵਿਤਾ, ਸੁਪਨਿਆਂ ਦੀ ਤਾਬੀਰ। ਆਪਣੇ ਸੁਪਨਿਆਂ ਦੀ ਤਾਬੀਰ ਦੀ ਉਡੀਕ ਤੁਸੀਂ ਕਦ ਤੱਕ ਕਰੋਗੇ? ਆਪਣੇ ਸੁਪਨਿਆਂ ਦੀ ਤਾਬੀਰ ਦੀ ਉਡੀਕ ਤੁਸੀਂ ਕਦ ਤੱਕ ਕਰੋਗੇ? ਹੁਸੀਨ ਬਹਾਰਾਂ ਦੀ ਉਡੀਕ ਵਿੱਚ ਤੁਸੀਂ ਆਖਰ ਕਦ ਤੱਕ ਜੀਓਗੇ? ਆਪਣੇ ਜਜ਼ਬਿਆਂ ਨੂੰ ਚੁੱਪ ਦਾ ਲਿਬਾਸ ਕਦ ਤੱਕ ਪਹਿਨਾਈ ਰੱਖੋਗੇ? ਕਦ ਤੱਕ ਦਬਾ ਰੱਖੋਗੇ ਆਪਣੇ ਅੰਤਰ ਮਨ ਦੀਆਂ ਕੋਮਲ ਭਾਵਨਾਵਾਂ ਨੂੰ? ਜ਼ਿੰਦਗੀ ਦੇ ਸੁਕਰਾਤੀ ਸੱਚ ਦਾ ਜ਼ਹਿਰੀਲਾ ਪਿਆਲਾ ਹੱਥਾਂ 'ਚ ਫੜ, ਸਬਰ ਦੀ ਪੀੜ੍ਹੀ 'ਤੇ ਬੈਠ, ਭਵਿੱਖ ਦੇ ਧੁੰਦਲੇ ਆਕਾਰ ਨੂੰ ਕਦ ਤੱਕ ਨਿਹਾਰਦੇ ਰਹੋਗੇ? ਆਖਰ ਕਦ ਤੱਕ? ਸ਼ਾਇਦ ਉਦੋਂ ਤੱਕ ਜਦੋਂ ਤੱਕ ਤੁਸੀਂ ਆਪਣੇ ਦੁਆਲੇ ਕਿਸੇ ਨਾ ਕਿਸੇ ਭਰਮ ਦਾ ਤਾਣਾ ਬੁਣੀ ਰੱਖੋਗੇ ਤੇ ਤੁਸੀਂ ਲੰਮਾ ਸਮਾਂ ਉਸ ਵਿੱਚ ਉਲਝੇ ਰਹੋਗੇ। ਆਪਣੇ ਆਪ ਨੂੰ ਜ਼ਮਾਨੇ ਦੀਆਂ ਬੇਰਹਿਮ ਹਕੀਕਤਾਂ ਤੇ ਨਿਰਦਈ ਕੀਮਤਾਂ ਦੇ ਸ਼ਿਕੰਜੇ ਵਿੱਚੋਂ ਛੁਡਾ ਨਹੀਂ ਲਵੋਗੇ, ਤਦ ਹੀ ਤੁਸੀਂ ਆਪਣੇ ਸੁਪਨਿਆਂ ਦੀ ਤਾਬੀਰ ਕਰ ਸਕੋਗੇ। ਵਕਤ ਦੇ ਭੰਬਲ ਭੂਸਿਆਂ 'ਚੋਂ ਆਪਣੀਆਂ ਚਾਰੇ ਕੰਨੀਆਂ ਬਚਾ ਜੇ ਤੁਸੀਂ ਨਿਰਲੇਪ ਹੋ ਨਿਕਲ ਜਾਓਗੇ, ਤਦ ਹੀ ਬਹਾਰਾਂ ਦੇ ਮੌਸਮ ਨੂੰ ਮਾਣ ਸਕੋਗੇ। ਵਕਤ ਦੇ ਭੰਬਲ ਭੂਸਿਆਂ 'ਚੋਂ ਆਪਣੀਆਂ ਚਾਰੇ ਕੰਨੀਆਂ ਬਚਾ ਜੇ ਤੁਸੀਂ ਨਿਰਲੇਪ ਹੋ ਨਿਕਲ ਜਾਓਗੇ, ਤਦ ਹੀ ਬਹਾਰਾਂ ਦੇ ਮੌਸਮ ਨੂੰ ਮਾਣ ਸਕੋਗੇ ਤੇ ਤੁਹਾਡੇ ਜਜ਼ਬਿਆਂ ਨੂੰ ਕਾਸ਼ਣੀ ਰੰਗਤ ਮਿਲ ਸਕੇਗੀ। ਪਰ ਕੀ ਇੰਜ ਹੋਵੇਗਾ? ਡਰ ਹੈ ਮੈਨੂੰ ਕਿ ਹਕੀਕਤ ਨਾਲ ਜੂਝਦਿਆਂ ਉਦੋਂ ਤੱਕ ਤੁਸੀਂ ਬੁਢਾਪੇ ਦੀ ਸਰਦਲ ਤੱਕ ਪਹੁੰਚ ਚੁੱਕੇ ਹੋਵੋਗੇ, ਸ਼ਾਇਦ ਸਰਦਲ ਟੱਪ ਚੁੱਕੇ ਹੋ। ਆਪਣੇ ਅਣਗੌਲੇ ਤੇ ਨੇਸਤੋ ਨਾਬੂਦ ਹੋਏ ਚਿਹਰੇ ਨੂੰ ਜਦ ਤੁਸੀਂ ਕਿਸੇ ਰੋਜ਼ ਅਚਾਨਕ ਸ਼ੀਸ਼ੇ ਵਿੱਚ ਹੀ ਦੇਖੋਗੇ ਤਾਂ ਇੱਕੋ ਝਟਕੇ ਨਾਲ ਤੁਹਾਡੇ ਸੁਪਨਿਆਂ ਦੀ ਲੜੀ ਟੁੱਟ ਜਾਵੇਗੀ, ਬਹਾਰਾਂ ਦੇ ਮੋਤੀ ਬਿਖਰ ਜਾਣਗੇ ਤੇ ਤੁਸੀਂ ਖਿੱਲਰ ਕੇ ਰਹਿ ਜਾਓਗੇ। ਪਰ ਕਿਸੇ ਅਣਜਾਣੀ ਸੋਚ
ਵਿੱਚ ਵਿਗੁੱਤੇ ਦੂਜੇ ਹੀ ਪਲ ਤੁਸੀਂ ਆਪਣਾ ਆਪ ਸਮੇਟ ਫਿਰ ਜੁਟ ਜਾਓਗੇ, ਤਾਂ ਜੋ ਤੁਹਾਡੇ ਬੱਚਿਆਂ ਦੇ ਸੁਪਨਿਆਂ ਦੀ ਤਾਬੀਰ ਹੋ ਸਕੇ, ਤਾਂ ਜੋ ਤੁਹਾਡੇ ਬੱਚਿਆਂ ਦੇ ਸੁਪਨਿਆਂ ਦੀ ਤਾਬੀਰ ਹੋ ਸਕੇ। ਧੰਨਵਾਦ। ਕਵਿਤਾ ਹੈ ਸੁਰਖ ਗੁਲਾਬ। ਤੂੰ ਕਦੀ ਗੌਰ ਨਾਲ ਤੱਕੀ ਆਪਣੇ ਮਹਿਬੂਬ ਦੇ ਨਰਗਸੀ ਨੈਣਾਂ ਦੀ ਸ਼ੋਖੀ। ਤੂੰ ਕਦੀ ਗੌਰ ਨਾਲ ਤੱਕੀ ਆਪਣੇ ਮਹਿਬੂਬ ਦੇ ਨਰਗਸੀ ਨੈਣਾਂ ਦੀ ਸ਼ੋਖੀ, ਸਮੇਂ ਦੀ ਸਿਆਹੀ 'ਚ ਲੁਪਤ ਹੋਈ ਦੇਖੇਂਗਾ। ਉਮਰਾਂ ਦੀ ਉਦਾਸੀ ਦੀਆਂ ਬਾਰੀਕ ਕੀਚਰਾਂ ਤੈਨੂੰ ਉੱਥੇ ਜ਼ਰੂਰ ਦਿਸਣਗੀਆਂ। ਤੂੰ ਕਦੀ ਗੌਰ ਨਾਲ ਤੱਕੀ ਬਿਰਹਾ ਦੀ ਉਦਾਸ ਰੁੱਤ ਦੇ ਸ਼ਿਕਵੇ ਨਹੋਰੇ ਤੇ ਪਛਤਾਵੇ, ਉਹਦੇ ਜ਼ਿਹਨ ਦੀ ਹਰ ਪਰਤ ਤੇ ਗਹਿਰੀ ਛਾਪ ਛੱਡ ਚੁੱਕੇ। ਤੂੰ ਮਹਿਸੂਸ ਕਰੇਂਗਾ ਵਕਤ ਦੀ ਖਾਮੋਸ਼ ਸਾਜ਼ਿਸ਼ ਦਾ ਸ਼ਿਕਾਰ ਤੇਰਾ ਜਲਾ ਵਤਨ ਮਹਿਬੂਬ, ਕਾਲੇ ਪਾਣੀਆਂ ਦੀ ਸਜ਼ਾ ਕੱਟ ਜਦ ਕਦੀ ਮੁੜ ਮੁਹੱਬਤ ਦੀ ਜੂਹ 'ਚ ਪੈਰ ਧਰੇਗਾ। ਤਾਂ ਤੂੰ ਗੌਰ ਨਾਲ ਸੋਚੀ ਕਿ ਕਿਸੇ ਕਾਲੀ ਸਰਾਪੀ ਰੁੱਤੇ ਤੂੰ ਆਪਣੇ ਮਹਿਬੂਬ ਨੂੰ ਆਪਣੇ ਹੀ ਹੱਥਾਂ ਨਾਲ ਆਪਣੀ ਮੁਹੱਬਤ ਦਾ ਗਲਾ ਘੁੱਟ ਦੇਣ 'ਤੇ ਮਜਬੂਰ ਤਾਂ ਨਹੀਂ ਸੀ ਕਰ ਦਿੱਤਾ। ਤੇ ਉਹਨਾਂ ਕਾਤਲ ਹੱਥਾਂ 'ਚ ਉਮਰ ਭਰ ਤੇਰਾ ਮਹਿਬੂਬ ਸੰਦਲੀ ਮਹਿਕ ਸਾਂਭਦਾ, ਦੁੱਖ ਦੀ ਕਿਸੇ ਵੀ ਇੰਤਹਾ 'ਚ ਖੁਰ ਨਹੀਂ ਸਕਿਆ। ਤੇ ਹੁਣ ਆਖਰੀ ਸਾਹਾਂ ਤੀਕ ਪਹੁੰਚਣ ਤੋਂ ਪਹਿਲਾਂ ਤੂੰ ਆਵੀਂ ਤੇ ਗੌਰ ਨਾਲ ਤੱਕੀ ਕਿ ਤੇਰਾ ਮਹਿਬੂਬ ਯੁੱਗਾਂ ਯੁਗਾਂਤਰਾਂ ਦੀ ਤਪਸ਼ ਸਹਿੰਦਾ, ਸੁਰਖ ਗੁਲਾਬ ਦੀ ਜੂਨੇ ਪੈ ਆਪਣੀ ਹੀ ਕਬਰ 'ਤੇ ਖਿੜਨ ਲਈ ਬੇਤਾਬ ਹੈ। ਤੂੰ ਗੌਰ ਨਾਲ ਤੱਕੀ ਕਿ ਤੇਰਾ ਮਹਿਬੂਬ ਯੁੱਗਾਂ ਯੁਗਾਂਤਰਾਂ ਦੀ ਤਪਸ਼ ਸਹਿੰਦਾ, ਸੁਰਖ ਗੁਲਾਬ ਦੀ ਜੂਨੇ ਪੈ ਆਪਣੀ ਹੀ ਕਬਰ 'ਤੇ ਖਿੜਨ ਲਈ ਬੇਤਾਬ ਹੈ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੋਸ਼ਨੀ ਦੀ ਕਵਿਤਾ ਜ਼ਮਾਨਾ ਸਲਾਮ ਕਰੇਗਾ। ਡਰਦੀ ਹਾਂ ਨਾ, ਔਰਤ ਹਾਂ ਨਾ, ਕਿਤੇ ਵੀ ਜਾਵਾਂਗੀ ਜ਼ਰਾ ਵੀ ਹੱਸਾਂਗੀ, ਕਿਸੇ ਨਾਲ ਬੋਲਾਂਗੀ ਤਾਂ 100 ਗੱਲਾਂ ਬਣਨਗੀਆਂ। ਡਰਦੀ ਹਾਂ ਨਾ, ਔਰਤ ਹਾਂ ਨਾ, ਕਿਤੇ ਵੀ ਜਾਵਾਂਗੀ ਜ਼ਰਾ ਵੀ ਹੱਸਾਂਗੀ, ਕਿਸੇ ਨਾਲ ਬੋਲਾਂਗੀ ਤਾਂ 100 ਗੱਲਾਂ ਬਣਨਗੀਆਂ। ਔਰਤ ਹਾਂ ਨਾ, ਇਹ ਔਰਤ ਦੀ ਦਾਸਤਾਂ ਹੈ, ਕਿਸੇ ਨਾਤੇ ਧੋਤੇ ਮਰਦ ਦੀ ਨਹੀਂ, ਜੋ ਸਾਰਾ ਦਿਨ ਸੜਕ 'ਤੇ ਜਾਂਦੀ ਹਰੇਕ ਔਰਤ ਨੂੰ ਆਪਣੀਆਂ ਅਸ਼ਲੀਲ ਲਾਲਸਾਈ ਅੱਖਾਂ ਨਾਲ ਦੇਖਦਿਆਂ ਦੂਰ ਤੱਕ ਛੱਡਣ ਜਾਂਦਾ ਹੈ। ਇਹ ਔਰਤ ਦੀ ਦਾਸਤਾਨ ਹੈ। ਹਾਲੇ ਕੱਲ੍ਹ ਦੀ ਗੱਲ ਹੈ, ਮੇਰੀਆਂ ਅੱਖਾਂ ਗਵਾਹ ਨੇ, ਆਪਣੇ ਮਾਸੂਮ 4 ਬੱਚਿਆਂ ਦੀ ਰੋਟੀ ਰੋਜ਼ੀ ਦੀ ਖਾਤਰ ਸਾਰਾ ਦਿਨ ਕੰਮ ਕਰਦੀ ਮੇਰੀ ਅਨਪੜ੍ਹ ਗੁਆਂਢਣ ਕ੍ਰਿਸ਼ਨਾ ਜਦ ਦੇਰ ਤੱਕ ਘਰ ਮੁੜਦੀ ਹੈ ਤਾਂ ਸ਼ਰੀਕਾਂ ਦਾ ਮਿਹਣਾ ਉਹਦੇ ਮੱਥੇ ਆਣ ਵੱਜਦਾ ਹੈ। ਸ਼ਰੀਕ ਜੋ ਉਹਦੇ ਬੱਚਿਆਂ ਨੂੰ ਰੋਟੀ ਤੱਕ ਕੀ 2 ਮੋਹ ਭਿੱਜੇ ਬੋਲ ਵੀ ਨਹੀਂ ਦੇ ਸਕਦੇ, ਉਸ ਮਾਂ ਦੇ ਚਰਿੱਤਰ 'ਤੇ ਸ਼ੱਕ ਕਰਦੇ, ਉੱਚੀ ਬਾਹਾਂ ਉਲਾਰ ਕੇ 100 ਗੱਲਾਂ ਕਰਦੇ ਹਨ। ਵੱਡੇ ਭਰਾ ਨੂੰ ਮਿਹਣੇ ਮਾਰਦੇ ਹਨ। ਬਚਪਨ ਤੋਂ ਮਾਂ ਮਹਿਟਰ ਉਹ ਔਰਤ ਸੁੰਨ ਹੋ ਕੇ ਰਹਿ ਜਾਂਦੀ ਹੈ। ਸੋਚਦੀ ਹੈ ਆਪਣੇ ਉਗੜੇ ਦੁਗੜੇ ਸੁਪਨਿਆਂ ਬਾਰੇ,
ਸੋਹਣੇ ਘਰ ਬਾਰੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੰਮ ਕਰਨਾ ਲੋਚਦੀ ਉਹ ਔਰਤ ਕ੍ਰਿਸ਼ਨਾ ਸੋਚਦੀ ਹੈ ਕਿ ਆਖਰ ਕਿੱਧਰ ਜਾਵੇ। ਪਤੀ ਦੀ ਅਧੂਰੀ ਕਮਾਈ ਨਾਲ ਚੱਲਦੀ ਲੰਗੜੀ ਗ੍ਰਸਤੀ ਉਹਨੂੰ ਜਿਉਣ ਨਹੀਂ ਦਿੰਦੀ ਤੇ ਮਾਸੂਮ ਬੱਚਿਆਂ ਦੀਆਂ ਵਿਲਕਦੀਆਂ ਆਂਦਰਾਂ ਉਸਨੂੰ ਮਜਬੂਰ ਕਰਦੀਆਂ ਹਨ ਤੇ ਸ਼ਰੀਕਾਂ ਦਾ ਮਿਹਣਾ ਰੋਜ਼ ਮੱਥੇ ਆਣ ਵੱਜਦਾ ਹੈ। ਪਰ ਮੈਂ ਉਸਨੂੰ ਆਖਦੀ ਹਾਂ ਕਿ ਉੱਠ ਭੈਣੇ, ਹਿੰਮਤ ਕਰ, ਉਦਮ ਮਿਹਨਤ ਤੇ ਹਿੰਮਤ ਦਾ ਪੱਲਾ ਘੁੱਟ ਕੇ ਫੜੀ ਰੱਖ। ਪਰਮਾਤਮਾ ਇੱਕ ਦਿਨ ਤੇਰੀ ਮਿਹਨਤ ਨੂੰ ਭਾਗ ਲਾਏਗਾ। ਸਮਾਂ ਉਹ ਦੂਰ ਨਹੀਂ ਜਦੋਂ ਤੈਨੂੰ ਜ਼ਮਾਨਾ ਸਲਾਮ ਕਰੇਗਾ। ਸਮਾਂ ਉਹ ਦੂਰ ਨਹੀਂ ਜਦੋਂ ਤੈਨੂੰ ਜ਼ਮਾਨਾ ਸਲਾਮ ਕਰੇਗਾ। ਧੰਨਵਾਦ। ਕਵਿਤਾ ਹੈ ਵਕਤ। ਵਕਤ ਤਾਂ ਬਸ ਇਜ਼ਹਾਰ ਮੰਗਦਾ ਹੈ, ਵਫਾ ਤੇ ਪਿਆਰ ਦਾ ਹਿਸਾਬ ਮੰਗਦਾ ਹੈ। ਆਪਣੇ ਮੱਥੇ ਤੇ ਲੱਗੇ ਬਦਨੁਮਾ ਲਮਿਆਂ ਨੂੰ ਵਕਤ ਸੂਲੀ ਤੇ ਟੰਗਦਾ ਹੈ ਤੇ ਖੁਦ ਸਿਰਫ ਇਜ਼ਹਾਰ ਮੰਗਦਾ ਹੈ। ਰਿਸ਼ਤਿਆਂ ਦੀ ਰੇਸ਼ਮੀ ਚਾਦਰ ਜਦੋਂ ਲੰਗਾਰ ਬਣਦੀ ਹੈ, ਫਰਜ਼ ਜਦੋਂ ਕੁਤਾਹੀ ਕਰਦਾ ਹੈ, ਮੋਹ ਜਦੋਂ ਲਾਲਚੀ ਹੁੰਦਾ ਹੈ ਤੇ ਮਮਤਾ ਜਦੋਂ ਹਉਮੈ ਦੀ ਕੈਦ 'ਚ ਆਪਣਾ ਆਪ ਵਲੂੰਦਰ ਲੈਂਦੀ ਹੈ, ਪਰ ਆਪਣੀ ਮੈਂ ਦੇ ਘੇਰੇ 'ਚੋਂ ਬਾਹਰ ਨਹੀਂ ਆਉਂਦੀ। ਜਦੋਂ ਆਉਂਦੀ ਹੈ ਤਾਂ ਵਕਤ ਬੀਤ ਗਿਆ ਹੁੰਦਾ ਹੈ ਤੇ ਬੀਤਿਆਂ ਵਕਤ ਕਦੀ ਕਿਸੇ ਨੂੰ ਹਿਸਾਬ ਨਹੀਂ ਦਿੰਦਾ, ਆਪਣੀ ਰੌਂ 'ਚ ਵਗਿਆ ਟੁਰਿਆ ਜਾਂਦਾ ਹੈ। ਪਿੱਛੇ ਰਹਿ ਜਾਂਦੀ ਹੈ ਪੱਲਾ ਝਾੜਦੀ ਨਮੋਸ਼ੀ ਤੇ ਧਰਤੀ 'ਚ ਗੱਡ ਹੋਈਆਂ ਅੱਖਾਂ 'ਚ ਫੈਲੀ ਹਉਮੈ ਤੇ ਪਛਤਾਵੇ ਦੀ ਤਪਸ਼ ਜੋ ਕਿਸੇ ਬਿਰਧ ਬਾਪ ਦੇ ਅੰਦਰ ਦਾ ਉਮਰ ਭਰ ਸੇਕਿਆ ਹੰਢਾਇਆ ਸੇਕ ਹੋ ਸਕਦੀ ਹੈ, ਜਾਂ ਕਿਸੇ ਵਿਗੜੇ ਪੁੱਤ ਦੀ ਬਰਬਾਦ ਜਵਾਨੀ ਜੋ ਵਕਤ ਦੀ ਚੱਕੀ ਵਿੱਚ ਖੁਦ ਸਹੇੜੇ ਐਬਾਂ ਦੀ ਗੰਢ 'ਚ ਪੈਣ ਲਈ ਤਿਆਰ ਖੜੀ ਹੁੰਦੀ ਹੈ। ਜਿੱਥੇ ਉਮਰ ਦਾ ਤਿੱਖੜ ਪੈਂਡਾ ਮਾਸੂਮ ਰੂਹ ਦੇ ਅਰਮਾਨਾਂ ਦੇ ਕਤਲ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਵਕਤ ਖੁੰਝ ਚੁੱਕਾ ਹੁੰਦਾ ਹੈ। ਵਕਤ ਤਾਂ ਸਿਰਫ ਇਜ਼ਹਾਰ ਮੰਗਦਾ ਹੈ ਤੇ ਸੰਭਲ ਜਾਣ ਦੀ ਨੌਬਤ ਆਉਂਦੀ ਹੀ ਨਹੀਂ। ਵਕਤ ਤਾਂ ਸਿਰਫ ਇਜ਼ਹਾਰ ਮੰਗਦਾ ਹੈ ਤੇ ਦੋਸਤੀ ਦੁਸ਼ਮਣੀ 'ਚੋਂ ਨਫੇ ਹੋਏ ਲਮੇ ਤੇ ਦੋਸਤੀ ਦੁਸ਼ਮਣੀ 'ਚੋਂ ਨਫੀ ਹੋਏ ਲਮੇ ਵਕਤ ਦੀ ਗਰਦਿਸ਼ ਦੇ ਸਿਤਾਰੇ ਬਣਦੇ ਹਨ। ਵਕਤ ਦੀ ਇਹੋ ਨਜ਼ਾਕਤ ਹੈ, ਵਕਤ ਦੀ ਇਹੋ ਨਜ਼ਾਕਤ ਹੈ ਕਿ ਗਲਤ ਬੀਤੇ ਪਲਾਂ ਦੀ ਸਲੀਬ ਤੇ ਹਰ ਮੁਜਰਮ ਨੂੰ ਟੰਗਦਾ ਹੈ ਤੇ ਖੁਦ ਸਿਰਫ ਇਜ਼ਹਾਰ ਮੰਗਦਾ ਹੈ। ਵਕਤ ਦੀ ਆਪਣੀ ਅਦਾਲਤ ਵਿੱਚ ਹਰ ਸਵਾਲ ਆਖਰ ਖੁਦ ਬਖੁਦ ਹੱਲ ਹੁੰਦਾ ਹੈ। ਸਬਰ ਦਾ ਮੁਦਈ ਹੀ ਉਸ ਅਦਾਲਤ ਦਾ ਜੱਜ ਹੁੰਦਾ ਹੈ। ਸਬਰ ਦਾ ਮੁਦਈ ਹੀ ਉਸ ਅਦਾਲਤ ਦਾ ਜੱਜ ਹੁੰਦਾ ਹੈ। ਧੰਨਵਾਦ। ਕਵਿਤਾ ਹੈ ਮਨ ਦਾ ਗੀਤ। ਰੰਗੀਨ ਫਿਜ਼ਾਵਾਂ ਦੇ ਸਾਏ ਮੁੱਦਤਾਂ ਬਾਅਦ ਮੇਰੇ ਘਰ ਆਏ। ਰੰਗੀਨ ਫਿਜ਼ਾਵਾਂ ਦੇ ਸਾਏ ਮੁੱਦਤਾਂ ਬਾਅਦ ਮੇਰੇ ਘਰ ਆਏ। ਅੰਬਰ ਦੀ ਸਾਰੀ ਲਾਲੀ ਇੱਕ ਬਿੰਦੂ ਤੇ ਸਿਮਟ ਆਈ। ਖੁਸ਼ੀਆਂ ਨਾਲ ਤਨ ਮਨ ਦਾ ਵਿਹੜਾ ਭਰੀਚ ਗਿਆ। ਬੰਜਰ ਧਰਤੀ ਤੇ ਕਹਿਕਸ਼ਾਂ ਦੇ ਫੁੱਲ ਖਿੜ ਪਏ। ਜੜੋਂ ਪੁੱਟੀਆਂ ਘਾਹ ਦੀਆਂ ਤੰਦਾਂ ਮੁੜ ਹਰੀਆਂ ਹੋ ਗਈਆਂ।
ਮੁਸਕਾਣਾਂ ਦੀਆਂ ਕੁਰੰਬਲਾਂ ਫੁੱਟ ਪਈਆਂ, ਦਰਦਾਂ ਦੇ ਪਰਛਾਵੇਂ ਢਲਦੇ ਗਏ ਤੇ ਆਖਰ ਲੋਪ ਹੋ ਗਏ। ਖੁਸ਼ੀਆਂ ਖੇੜਿਆਂ ਤੇ ਮਹਿਕਾਂ ਭਰੀ ਖੁਸ਼ੀ ਦੀ ਰਾਤ ਆਈ, ਅਸਮਾਨੀ ਹੁਲਾਰੇ ਲੈਂਦੀ ਮਿਲਣ ਦੀ ਪ੍ਰਭਾਤ ਆਈ। ਖੁਸ਼ੀਆਂ ਖੇੜਿਆਂ ਤੇ ਮਹਿਕਾਂ ਭਰੀ ਖੁਸ਼ੀ ਦੀ ਰਾਤ ਆਈ, ਅਸਮਾਨੀ ਹੁਲਾਰੇ ਲੈਂਦੀ ਮਿਲਣ ਦੀ ਪ੍ਰਭਾਤ ਆਈ। ਨੱਚਦਾ ਗਾਉਂਦਾ ਵਜੂਦ ਮੇਰਾ, ਉਛਲਦਾ ਤਾਂਘਦਾ ਦਿਲ, ਖੁਸ਼ੀਆਂ ਲੋਚਦਾ ਮਨ ਸੋਚਦਾ ਕਿ ਹਰ ਘਰ 'ਚ ਇਹ ਸੌਗਾਤ ਵੰਡ ਦੇਵਾਂ। ਰੰਗੀਨ ਫਿਜ਼ਾਵਾਂ ਦੇ ਸਾਏ ਬਖੇਰ ਦੇਵਾਂ, ਅੰਬਰ ਦੀ ਸਾਰੀ ਲਾਲੀ ਹਰ ਘਰ 'ਚ ਖਲੇਰ ਦੇਵਾਂ। ਭਰੀ ਚੰਗੇਰ 'ਚੋਂ ਫੁੱਲ ਪੱਤੀਆਂ ਦੀ ਬਰਸਾਤ ਕਰਾਂ, ਲੋਰ ਵਿੱਚ ਮਨ ਦਾ ਗੀਤ ਗਾਵਾਂ ਕਿ ਉਦਾਸ ਰਾਤਾਂ ਦੀ ਬਾਤ ਮੁੱਕ ਜਾਵੇ, ਕਿ ਹੌਕਿਆਂ ਦੀ ਨਦੀ ਸੁੱਕ ਜਾਵੇ। ਚੁਫੇਰੇ ਖਿਲ ਉੱਠੇ ਕਹਿਕਸ਼ਾਂ ਦਾ ਬਾਗ, ਕਿ ਹਾਸਿਆਂ ਦੀ ਰੁੱਤ ਮੁੜ ਆਵੇ, ਕਿ ਹਾਸਿਆਂ ਦੀ ਰੁੱਤ ਮੁੜ ਆਵੇ। ਧੰਨਵਾਦ। ਕਵਿਤਾ ਹੈ ਜ਼ਿੰਦਗੀ ਦਾ ਗੀਤ। ਇੱਕ ਖ਼ੁਆਬ ਖਿਆਲੀ ਏ, ਨਿਰੀ ਜ਼ਹਿਰ ਪਿਆਲੀ ਏ। ਇੱਕ ਖ਼ੁਆਬ ਖਿਆਲੀ ਏ, ਨਿਰੀ ਜ਼ਹਿਰ ਪਿਆਲੀ ਏ। ਇੱਕ ਘੁੰਮਣ ਘੇਰੀ ਏ, ਇਹ ਗੂੜ ਹਨੇਰੀ ਏ। ਬਿਖੜਾ ਜਿਹਾ ਪੈਂਡਾ ਏ ਤੇ ਵਾਟ ਲਮੇਰੀ ਏ। ਇਸ ਜਿੰਦ ਨਿਮਾਣੀ ਨੂੰ ਆਜ਼ਾਬ ਬਥੇਰੀ ਏ। ਜਿੰਦ ਘਟਦੀ ਜਾਂਦੀ ਏ, ਰੂਹ ਟੁੱਟਦੀ ਜਾਂਦੀ ਏ। ਦਰਦਾਂ ਦੀਆਂ ਸੂਲਾਂ ਨੇ ਅਸਾਂ ਪੀੜ ਸਹੇੜੀ ਏ। ਜਾਣੇ ਜਾਂ ਕੋਈ ਨਾ ਜਾਣੇ, ਇਹ ਸਾਂਝ ਪਕੇਰੀ ਏ। ਪਲ ਪਲ ਘਟਦੇ ਸਾਹਾਂ ਨੂੰ ਇੱਕ ਆਸ ਸੀ ਤੇਰੀ ਏ। ਮੈਂ ਕੀਕਣ ਕੱਤਾਂਗੀ, ਇਹ ਤੰਦ ਲਮੇਰੀ ਏ। ਜ਼ਿੰਦਗੀ ਦਾ ਗੀਤ ਏ ਤੇ ਪ੍ਰੀਤ ਕਨੇਰੀ ਏ। ਜ਼ਿੰਦਗੀ ਦਾ ਗੀਤ ਏ ਤੇ ਪ੍ਰੀਤ ਕਨੇਰੀ ਏ। ਧੰਨਵਾਦ। ਕਵਿਤਾ ਹੈ ਸੁਨੇਹੜਾ। ਅਸੀਂ ਵਾਂਗ ਫਕੀਰਾਂ ਜੀਂਦੇ ਹਾਂ, ਅਸੀਂ ਲਹੂ ਜਿਗਰ ਦਾ ਪੀਂਦੇ ਹਾਂ। ਤੇਰੀ ਯਾਦ 'ਚ ਹਰਦਮ ਰਹਿੰਦੇ ਹਾਂ, ਤੇਰੀ ਹਰ ਪਲ ਖੈਰ ਮਨੀਂਦੇ ਹਾਂ। ਅਸੀਂ ਠੰਡੜੇ ਹੌਕੇ ਭਰਦੇ ਹਾਂ, ਅਸੀਂ ਸੱਲ ਵਿਛੋੜੇ ਦਾ ਜਰਦੇ ਹਾਂ। ਕਦੀ ਜੀਂਦੇ ਹਾਂ, ਕਦੀ ਮਰਦੇ ਹਾਂ, ਸੀ ਨਹੀਂ ਪਰ ਕਰਦੇ ਹਾਂ। ਸਾਡਾ ਤਤੜਾ ਜੀ ਨਹੀਂ ਭਰਦਾ ਏ, ਇਹ ਡੁਬਕੂੰ ਕਰਦਾ ਏ। ਇਹ ਪਿਆਰ ਜੋ ਤੈਨੂੰ ਕਰਦਾ ਏ, ਇਹ ਇਸ਼ਕ ਦਾ ਰੋਗ ਅਵਲੜਾ ਏ। ਬਿਰਹੋਂ ਦਾ ਭਾਰਾ ਪਲੜਾ ਏ, ਭਰੇ ਜੱਗ ਦੇ ਵਿੱਚ ਵੀ ਜਾਪਦਾ ਏ। ਸਾਡਾ ਤਤੜਾ ਜੀਉ ਇਕਲੜਾ ਏ। ਅਸੀਂ ਵਾਂਗ ਸ਼ੁਦਾਈਆਂ ਵਹਿੰਦੇ ਆਂ, ਤੇਰੀ ਵਾਟ ਨੂੰ ਰਹਿੰਦੇ ਜਿਉਂਦੇ ਆਂ। ਤੂੰ ਘੱਲ ਸੁਨੇੜਾ ਵਾਹ ਹੱਥੀਂ, ਅਸੀਂ ਖੰਭ ਲਾ ਉੱਡ ਕੇ ਆਉਂਦੇ ਹਾਂ। ਤੂੰ ਘੱਲ ਸੁਨੇੜਾ ਵਾਹ ਹੱਥੀਂ, ਅਸੀਂ ਖੰਭ ਲਾ ਉੱਡ ਕੇ ਆਉਂਦੇ ਹਾਂ। ਧੰਨਵਾਦ। ਕਵਿਤਾ ਹੈ ਅਨੰਤ ਸਫ਼ਰ। ਹੁਣ ਤੂੰ ਮੈਨੂੰ ਮੁਕਤ ਕਰ ਦੇ, ਆਪਣੇ ਪਿਆਰ ਦੀਆਂ ਵਲਗਣਾਂ ਦੀ ਕੈਦ 'ਚੋਂ। ਹੁਣ ਤੂੰ ਮੈਨੂੰ ਮੁਕਤ ਕਰ ਦੇ, ਤੇਰੇ ਨੈਣਾਂ ਦੀ ਕਾਸ਼ਨੀ ਰੰਗਤ 'ਚੋਂ। ਮੈਂ ਜੋ ਮੁਹੱਬਤ ਦੀ ਇੰਤਹਾ ਦਾ ਸਰੂਰ ਪਾਇਆ, ਅਕੈ ਆਨੰਦ ਦੇ ਉਸ ਪਲ ਨੂੰ ਸਦੀਵੀ ਬਣਾ ਮੈਂ ਸਦਾ ਮਾਣਦੀ ਰਹਿਣਾ ਲੋਚਾਂ। ਆਪਣੇ ਅੰਤਰ ਕਰਨ 'ਚ ਬਣੀ ਉਸ ਛਵੀ ਨੂੰ ਆਪਣੇ ਬੰਦ ਨੈਣਾਂ ਦੇ ਝਰੋਖੇ ਥਾਣੀ। ਜਦੋਂ ਚਾਹਾਂ ਵੇਖ ਸਕਦੀ ਹਾਂ ਮੈਂ, ਤੇ ਉਸ ਅਨੰਤ ਸਫ਼ਰ 'ਤੇ ਟੁਰ ਸਕਦੀ ਹਾਂ, ਜਿੱਥੇ ਚਾਰ ਚੁਫੇਰੇ ਨੂਰ ਦੀ ਛਹਿਬਰ ਹੈ।
ਉਸ ਨੂਰ ਦੀ ਜਿਹੜਾ ਮੈਂ ਤੇਰੇ ਨੈਣਾਂ ਦੀ ਕਾਸ਼ਨੀ ਰੰਗਤ 'ਚੋਂ ਚੁਰਾ ਲਿਆ ਸੀ ਉਹਨਾਂ ਮੁਹੱਬਤੀ ਪਲਾਂ ਵੇਲੇ। ਤੇ ਹੁਣ ਉਹ ਸਦਾ ਲਈ ਮੇਰੇ ਜ਼ਿਹਨ ਦਾ ਹਿੱਸਾ ਬਣ ਗਿਆ ਹੈ। ਉਸ ਨੂਰ ਦੀ ਥਾਂ ਤੇਰੇ ਸਿਵਾ ਕੋਈ ਨਹੀਂ ਪਾ ਸਕਦਾ ਤੇ ਹੋਰ ਕੋਈ ਨਾ ਪਾ ਸਕੇ। ਬਸ ਇਹੀ ਚਾਹੁੰਦੀ ਹਾਂ ਮੈਂ, ਤੇ ਇਹ ਵੀ ਚਾਹੁੰਦੀ ਹਾਂ ਕਿ ਉਸ ਨੂਰ ਦੀ ਖਾਤਰ ਤੂੰ ਵੀ ਮੈਨੂੰ ਹੁਣ ਮੁਕਤ ਕਰ ਦੇ। ਤੂੰ ਮੁਕਤ ਕਰ ਦੇ ਆਪਣੇ ਪਿਆਰ ਦੀਆਂ ਵਲਗਣਾਂ ਦੀ ਕੈਦ 'ਚੋਂ ਮੈਨੂੰ ਹੁਣ ਮੁਕਤ ਕਰ ਦੇ, ਤਾਂ ਜੋ ਮੈਂ ਅਨੰਤ ਸਫ਼ਰ 'ਤੇ ਟੁਰ ਜਾਵਾਂ ਜਦੋਂ ਚਾਹਵਾਂ। ਉਸ ਨੂਰ ਦੇ ਸਦੀਵੀ ਅਹਿਸਾਸ ਨਾਲ ਭਰੀ ਰਵਾਂ, ਹਰ ਪਲ ਉਸ ਨੂਰ ਦੇ ਅੰਗ ਸੰਗ ਰਵਾਂ। ਸੋ ਹੁਣ ਮੈਨੂੰ ਤੂੰ ਮੁਕਤ ਕਰ ਦੇ ਉਸ ਅਨੰਤ ਸਫ਼ਰ ਲਈ, ਉਸ ਆਨੰਦ ਲਈ ਮੁਕਤ ਕਰ ਦੇ, ਉਸ ਆਨੰਦ ਲਈ ਮੁਕਤ ਕਰ ਦੇ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੋਸ਼ਨੀ ਦੀ ਕਵਿਤਾ ਹੈ। ਔਰਤ ਸਵਾਲ ਪੁੱਛਦੀ ਹੈ। ਤੁਹਾਡੀ ਅਪਾਰਦਰਸ਼ੀ ਨਜ਼ਰ ਵਿੱਚ ਮੈਂ ਅੱਜ ਵੀ ਮੰਨੂ ਦੇ ਜ਼ਮਾਨੇ ਦੀ ਨਿਤਾਣੀ ਨਾਰੀ ਹਾਂ। ਤੁਹਾਡੀ ਅਪਾਰਦਰਸ਼ੀ ਨਜ਼ਰ ਵਿੱਚ ਮੈਂ ਅੱਜ ਵੀ ਮੰਨੂ ਦੇ ਜ਼ਮਾਨੇ ਦੀ ਨਿਤਾਣੀ ਨਾਰੀ ਹਾਂ, ਪਰ ਨਹੀਂ, ਹੁਣ ਮੈਂ ਪੁਰਅਮਨ ਬਗਾਵਤ ਦੀ ਝੰਡਾ ਬਰਦਾਰ ਹਾਂ। ਸਦੀਆਂ ਤੋਂ ਹਰ ਜੂਨ 'ਚ ਮੈਂ ਪਿਸਦੀ ਆਈ ਹਾਂ, ਹਰ ਪਲ ਮੈਂ ਖੁਰਦੀ ਰਹੀ ਹਾਂ। ਹਰ ਰਿਸ਼ਤੇ ਨੇ ਮੈਨੂੰ ਲਤਾੜਿਆ ਹੈ, ਮੇਰੀ ਅਜ਼ਮਤ ਨੂੰ ਵੰਗਾਰਿਆ ਹੈ। ਮੇਰੇ ਸਬਰ ਦਾ ਉੜਕ ਦੇਖਿਆ ਹੈ, ਜ਼ਮਾਨੇ ਨੇ ਪੈਰ ਪੈਰ 'ਤੇ ਮੇਰੇ ਸਬਰ ਦੀ ਅਗਨੀ ਪ੍ਰੀਖਿਆ ਲਈ ਹੈ। ਅੰਮਾ ਹਵਾ ਦੇ ਜ਼ਮਾਨੇ ਤੋਂ ਹੁਣ ਤੱਕ ਸ਼ਾਹੀ ਮਹਿਲਾਂ ਤੋਂ ਸੀਵਰੇਜ ਦੇ ਪਾਈਪਾਂ ਵਿੱਚ ਘਰ ਬਣਾ ਰਹਿੰਦਿਆਂ ਮੈਂ ਖੁਸ਼ੀ ਮਰਦ ਦੀ ਅਧੀਨਗੀ ਸਹੀ ਹੈ। ਪਰ ਉਸਨੂੰ ਮੇਰਾ ਕੋਈ ਉੱਚਾ ਬੋਲ ਤੇ ਕੋਈ ਨਵਾਂ ਕਦਮ ਕਦੇ ਨਹੀਂ ਪਾਇਆ ਹੈ। ਡਾਕਟਰ, ਵਕੀਲ, ਅਧਿਆਪਿਕਾ ਤੇ ਸੁਚੱਜੀ ਗ੍ਰਹਿਣੀ ਹੋ ਕੇ ਵੀ ਮੈਂ ਮਰਦ ਦੀ ਹਮਦਮ ਨਹੀਂ, ਗੁਲਾਮ ਰਹੀ ਹਾਂ। ਬੇਸ਼ੱਕ ਹਰ ਜਗ੍ਹਾ ਨਹੀਂ। ਆਪਣੀ ਸਮਰੱਥਾ ਦੇ ਬਾਵਜੂਦ ਮੈਂ ਮੁਹਤਾਜ ਰਹੀ ਹਾਂ। ਪਹਿਲਾਂ ਮਾਪਿਆਂ ਦੀ, ਫਿਰ ਪਤੀ ਦੀ ਤੇ ਫਿਰ ਬੱਚਿਆਂ ਦੀ ਸੋਚਦੀ ਹਾਂ ਕੀ ਮਿਲਿਆ ਹੈ ਮੈਨੂੰ, ਮੇਰੀ ਮਿਹਨਤ ਦਾ ਸਿਲਾ। ਔਰਤ ਸਵਾਲ ਪੁੱਛਦੀ ਹੈ। ਦੁੱਖ, ਦਰਦ, ਬੇਚਾਰਗੀ, ਲਾਹਨਤ ਤੇ ਘੁਟਨ ਜਿਹੇ ਅਜ਼ੀਮ ਤੋਹਫਿਆਂ ਨਾਲ ਮੈਨੂੰ ਜ਼ਮਾਨੇ ਨੇ ਨਿਵਾਜ਼ਿਆ ਹੈ। ਔਰਤ ਸਵਾਲ ਪੁੱਛਦੀ ਹੈ। ਦੁੱਖ, ਦਰਦ, ਬੇਚਾਰਗੀ, ਲਾਹਨਤ ਅਤੇ ਘੁਟਨ ਜਿਹੇ ਅਜ਼ੀਮ ਤੋਹਫਿਆਂ ਨਾਲ ਮੈਨੂੰ ਜ਼ਮਾਨੇ ਨੇ ਨਵਾਜ਼ਿਆ ਹੈ, ਜਾਂ ਫਿਰ ਰੱਬ ਨੇ ਮੇਰੇ ਲਈ ਇਹ ਦਾਤ ਧੁਰੋਂ ਵਰਸਾਈ ਹੈ। ਧੰਨਵਾਦ। ਕਵਿਤਾ ਹੈ ਮੈਂ ਤੇ ਦਰਖਤ। ਕਵਿਤਾ ਵਿਸ਼ੇਸ਼। ਮੈਂ ਕੀ ਹਾਂ ਮੈਂ ਨਹੀਂ ਜਾਣਦਾ, ਮੈਂ ਕੀ ਹਾਂ ਮੈਂ ਨਹੀਂ ਜਾਣਦਾ, ਜਾਣਦਾ ਹਾਂ ਤਾਂ ਬਸ ਉਸ ਦਰਖਤ ਨਾਲ ਮੇਲ ਖਾਂਦੀ ਆਪਣੀ ਹੋਣੀ ਨੂੰ। ਉਸ ਦਰਖਤ ਨਾਲ ਜੋ ਹਨੇਰੀਆਂ, ਝੱਖੜਾਂ ਤੇ ਬਾਰਿਸ਼ਾਂ ਵਿੱਚ ਵੀ ਖੜੋਤਾ ਰਹਿੰਦਾ ਹੈ, ਸਦਾ ਸੀਨਾ ਤਾਣ ਕੇ। ਕਦੀ ਗਰਮ ਹਵਾਵਾਂ ਦੀ ਬੇਉੜਕ ਤਪਸ਼ ਸਹਿੰਦਾ ਤੇ ਕਦੀ ਸੀਤ ਥਪੇੜਿਆਂ ਦੀ ਮਾਰ ਸਹਿੰਦਾ, ਠੁਠਰਦਾ ਰਹਿੰਦਾ, ਪਰ ਸੀਨਾ ਤਾਣ ਕੇ ਤਣਿਆ ਖੜੋਤਾ ਰਹਿੰਦਾ ਹੈ।
ਆਪਣੇ ਇਰਾਦਿਆਂ ਦੇ ਪੌਡਿਆਂ 'ਤੇ ਅੜ ਖੜੋਂਦਾ। ਅਡੋਲ ਖੜਾ ਰਹਿੰਦਾ ਹੈ। ਜਿਸਮ ਦੇ ਲੂੰ ਕਦੀ ਕੰਡਿਆਲੀ ਬਣ ਜਾਂਦੇ ਤੇ ਕਦੀ ਸ਼ਾਂਤ ਹੋ ਵਿੱਚ ਜਾਂਦੇ। ਮੇਰੇ ਪਿੰਡੇ ਦੀ ਅਗਨ ਧਰਤ ਤੇ ਅਗਨ ਧਰਤ ਜੋ ਮੇਰੇ ਸੁਭਾਅ ਦਾ ਰੂਪਾਂਤਰਣ ਕਰਦੀ ਹੈ। ਮੇਰੇ ਉਸ ਸੁਭਾਅ ਦਾ ਜਿਸ ਦੀ ਚਰਚਾ ਮੇਰੇ ਕੰਨਾਂ ਵਿੱਚੀ ਪਿਘਲੇ ਹੋਏ ਸ਼ੀਸ਼ੇ ਵਾਂਗ ਚੀਰਦੀ ਹੋਈ ਨਿਕਲ ਜਾਂਦੀ ਹੈ ਕਿ ਵੱਤ ਦਾ ਤਤੜਾ ਹੈ, ਖਰਵਾ ਤੇ ਡਾਢਾ ਅਗਨ ਵਾਂਗ ਜਲਦਾ। ਕੌਣ ਜਾਣਦਾ ਹੈ? ਕੋਈ ਨਹੀਂ ਜਾਣਦਾ ਕਿ ਮੇਰਾ ਇਹ ਸੁਭਾਅ ਵਕਤ ਦੇ ਲੰਮੇ ਪੈਂਡੇ ਥਾਣੀ ਗੁਜ਼ਰਦਿਆਂ ਮੈਨੂੰ ਮੇਰੇ ਉਸ ਆਲੇ ਦੁਆਲੇ ਨੇ ਦਿੱਤਾ ਹੈ। ਕੌਣ ਜਾਣਦਾ ਹੈ? ਕੋਈ ਨਹੀਂ ਜਾਣਦਾ ਕਿ ਮੇਰਾ ਇਹ ਸੁਭਾਅ ਵਕਤ ਦੇ ਲੰਮੇ ਪੈਂਡੇ ਥਾਣੀ ਗੁਜ਼ਰਦਿਆਂ ਮੈਨੂੰ ਮੇਰੇ ਉਸ ਆਲੇ ਦੁਆਲੇ ਨੇ ਦਿੱਤਾ ਹੈ, ਜਿਸ ਦੀ ਮੈਂ ਸਿਰਫ ਛਾਂ ਮਾਨਣੀ ਸੀ, ਨਾ ਕਿ ਤਪਸ਼ ਸਹਿਣੀ ਸੀ, ਜਾਂ ਸੀਤ ਰੁੱਤ ਜਿਹੇ ਬੋਲਾਂ ਦੇ ਤੀਰ ਸੁਣਨੇ ਸਨ। ਖੈਰ, ਹੁਣ ਮੈਂ ਜਾਣ ਗਿਆ ਹਾਂ ਕਿ ਮੈਂ ਉਸ ਦਰਖਤ ਦੀ ਤਰ੍ਹਾਂ ਹਾਂ ਜਿਹੜਾ ਆਪਣੀ ਹੋਣੀ ਸਮੇਤ ਖੜਾ ਰਹਿੰਦਾ ਹੈ ਸਦਾ, ਸੀਨਾ ਤਾਣ ਕੇ ਤੇ ਵਕਤ 'ਤੇ ਲੋੜ ਪੈਣ 'ਤੇ ਰਾਹੀਆਂ ਨੂੰ ਛਾਂ ਵੀ ਦੇ ਜਾਂਦਾ ਹੈ, ਨਿਮਾਣਾ ਬਣ ਕੇ, ਇਹ ਸੋਚਦਾ ਕਿ ਇੱਕੋ ਹਾਂ ਮੈਂ ਤੇ ਦਰਖਤ। ਖੜਾ ਰਹਿੰਦਾ ਹੈ ਸਦਾ ਸੀਨਾ ਤਾਣ ਕੇ ਤੇ ਵਕਤ 'ਤੇ ਲੋੜ ਪੈਣ 'ਤੇ ਰਾਹੀਆਂ ਨੂੰ ਛਾਂ ਵੀ ਦੇ ਜਾਂਦਾ ਹੈ, ਨਿਮਾਣਾ ਬਣ ਕੇ, ਇਹ ਸੋਚਦਾ ਕਿ ਇੱਕੋ ਹਾਂ ਮੈਂ ਤੇ ਦਰਖਤ। ਧੰਨਵਾਦ। ਦਿੱਤਾ ਹੈ ਸਲਾਮ। ਜ਼ਿੰਦਗੀ ਦੇ ਤੂਫਾਨ ਵਿੱਚ ਹਥੇਲੀ ਤੇ ਜਗਦਾ ਚਿਰਾਗ ਲੈ ਕੇ ਖੜੇ ਹਾਂ। ਜ਼ਿੰਦਗੀ ਦੇ ਤੂਫਾਨ ਵਿੱਚ ਹਥੇਲੀ ਤੇ ਜਗਦਾ ਚਿਰਾਗ ਲੈ ਕੇ ਖੜੇ ਹਾਂ। ਹੋਠਾਂ 'ਤੇ ਮੁਸਕਾਨ ਤੇ ਦਿਲ ਵਿੱਚ ਦਰਦ ਦਾ ਸਾਮਾਨ ਲੈ ਕੇ ਖੜੇ ਹਾਂ। ਭੁੱਲੀ ਭਟਕੀ ਮਾਨਵਤਾ ਨੂੰ ਦੇਣ ਲਈ ਗੁਰੂ ਦਾ ਪੈਗਾਮ ਲੈ ਕੇ ਖੜੇ ਹਾਂ। ਜ਼ਿੰਦਗੀ ਦੇ ਅਣਖੀਲੇ ਯੋਧਿਆਂ ਲਈ ਮੁਹੱਬਤ ਦੇ ਫਰਿਸ਼ਤਿਆਂ ਦਾ ਸਲਾਮ ਲੈ ਕੇ ਖੜੇ ਹਾਂ। ਜ਼ਿੰਦਗੀ ਦੇ ਅਣਖੀਲੇ ਯੋਧਿਆਂ ਲਈ ਮੁਹੱਬਤ ਦੇ ਫਰਿਸ਼ਤਿਆਂ ਦਾ ਸਲਾਮ ਲੈ ਕੇ ਖੜੇ ਹਾਂ। ਧੰਨਵਾਦ। ਕਵਿਤਾ ਹੈ ਰੱਬ ਆਖਦਾ ਰੂਹ ਨੂੰ। ਸਾਰੇ ਰਿਸ਼ਤੇ ਨਾਤੇ ਤੋੜ ਕੇ ਕੁੜੀਏ, ਕੁੜੀਏ ਮਤਲਬ ਰੂਹ, ਸਾਰੇ ਰਿਸ਼ਤੇ ਨਾਤੇ ਤੋੜ ਕੇ ਕੁੜੀਏ, ਆ ਗਲ ਲੱਗ ਜਾ ਮੇਰੇ। ਬਾਹਾਂ ਦਾ ਤੈਨੂੰ ਹਾਰ ਪਹਿਨਾਵਾਂ, ਚੁੰਮਣ ਦਾ ਤੇਰੇ ਪਾਵਾਂ ਸਿੰਦੂਰ, ਨਾ ਜਾਵੀਂ ਹੁਣ ਮੈਥੋਂ ਦੂਰ। ਮੈਂ ਤੇਰਾ ਅਜ਼ਲਾਂ ਦਾ ਹਾਣੀ, ਮੁੱਢ ਕਦੀਮਾਂ ਦਾ ਮੈਂ ਯਾਰ, ਆ ਕਰੀਏ ਪਿਆਰ, ਮੈਂ ਤੇਰਾ ਪਿਆਰ, ਤੂੰ ਮੇਰਾ ਪਿਆਰ। ਯੁਗਾਂ ਯੁਗਾਂ ਤੋਂ ਆਪਾਂ ਦੋਵੇਂ ਹਾਣੀ, ਰਹੂਗੀ ਆਪਣੇ ਪਿਆਰ ਦੀ ਸਦਾ ਹੀ ਅਮਰ ਕਹਾਣੀ। ਚਾਹੇ ਬੀਤ ਜਾਵਣ ਯੁੱਗ ਚਾਰ, ਰੱਬ ਆਖਦਾ ਰੂਹ ਨੂੰ, ਰੱਬ ਆਖਦਾ ਰੂਹ ਨੂੰ, ਆ ਕਰੀਏ ਪਿਆਰ, ਆ ਕਰੀਏ ਪਿਆਰ। ਧੰਨਵਾਦ। ਹਰ ਵਿਅਕਤੀ ਦੇ ਅੰਦਰ ਇੱਕ ਸੂਫੀ ਲੁਕਿਆ ਹੁੰਦਾ ਹੈ, ਫਖਰ ਜ਼ਮਾਨ ਅਨੁਸਾਰ। ਅਗਲੀ ਕਵਿਤਾ ਹੈ ਫਕੀਰੀ ਨੂਰਾਨੀ। ਇਹ ਹੁਸਨ ਦਾ ਤੇਜ, ਇਹ ਮਨ ਦਾ ਵੇਗ, ਇਹ ਹੁਸਨ ਦਾ ਤੇਜ, ਇਹ ਮਨ ਦਾ ਵੇਗ, ਉਮਰ ਦੀ ਰਵਾਨੀ, ਜਜ਼ਬਿਆਂ ਦੀ ਕਹਾਣੀ, ਇਹ ਖਾਲੀ ਜ਼ਿੰਦਗਾਨੀ, ਰੂਹ ਦੀ ਵੀਰਾਨੀ। ਤੇਰੀ ਯਾਦ ਨਿਸ਼ਾਨੀ, ਇਸ ਅੱਗ ਦੀ ਨਾਦਾਨੀ,
वक्त दी बेईमानी, ए पीड़ पुरानी, ए जहनी गुलामी, ए फकीरी नूरानी, है गम दी जुबानी, किसे ने ना जानी, कित्थे मैं मुक जावां, तू ही दस मेरे दिल जानी, कित्थे मैं मुक जावां, तू ही दस मेरे दिल जानी। धन्यवाद। है आबशार। यार मेरे मैं बलिहार तेरे, यार मेरे मैं बलिहार तेरे, तू हुसन दा मुजस्मा, तू है आबशार, तू सुच्चा मोती है, अत सुच्चे पानियां दी पैदावार। तेरी रूह दा खिड़िया कमल, जीकों खिड़ी हुई कोई गुलजार, मिठे पानियां दा चश्मा, तू है कोई आबशार, मिठे पानियां दा चश्मा, तू है कोई आबशार। धन्यवाद। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੋਸ਼ਨੀ ਦੀ ਅਗਲੀ ਕਵਿਤਾ ਹੈ ਰਿਸ਼ਮ। ਮੇਰੇ ਅੰਦਰ ਝਰਨੇ ਨੇ, ਪਾਣੀ ਦੇ ਚਸ਼ਮੇ ਨੇ, ਵਹਿੰਦੇ ਹੋਏ ਦਰਿਆ ਨੇ, ਰੰਗਾਂ ਦੀ ਛਹਿਬਰ ਹੈ, ਕੁਦਰਤ ਦੇ ਜਲਵੇ ਨੇ, ਸੋਹਣੇ ਉਹ ਨਜ਼ਾਰੇ ਨੇ, ਅੰਤਾਂ ਦੇ ਪਿਆਰੇ ਨੇ, ਮਨਮੋਹਕ ਘਟਾਵਾਂ ਨੇ, ਮਦਮਸਤ ਹਵਾਵਾਂ ਨੇ, ਅਲੋਕਾਰ ਫਿਜ਼ਾਵਾਂ ਨੇ, ਇਹ ਬਖਸ਼ੀ ਹੋਈ ਰੰਗਤ ਮੇਰੀ ਮਾਹੀ ਦੀ, ਬੜੀ ਪਿਆਰੀ ਦੁਨੀਆ ਮੈਨੂੰ ਇਹੋ ਚਾਹੀਦੀ। ਮੈਂ ਕੀ ਲੈਣਾ ਦੁਨੀਆ ਘੁੰਮ ਘੁੰਮ ਕੇ, ਮੇਰੇ ਨੈਣੀ ਵਸਦੀ ਹੈ ਤਸਵੀਰ ਇਲਾਹੀ ਦੀ, ਮਹਿਕਾਂ ਦਾ ਖਜ਼ਾਨਾ ਹੈ, ਬੜਾ ਅਮੀਰ ਖਜ਼ਾਨਾ ਹੈ। ਦੁਨੀਆ ਨੂੰ ਦੌਲਤ ਵੰਡਦਾ ਹੈ, ਮੇਰਾ ਮਾਹੀ ਮਾਲਕ ਬ੍ਰਹਿਮੰਡ ਦਾ ਹੈ। ਮੈਂ ਦਾਸੀ ਉਹਦੇ ਚਰਨਾਂ ਦੀ, ਉਹ ਮੇਰਾ ਦੀਵਾਨਾ ਹੈ। ਅੱਖੀਆਂ ਦੇ ਝਰੋਖੇ 'ਚੋਂ ਜਦ ਚਾਹਾਂ ਮੈਂ ਦੀਦਾਰ ਕਰਾਂ, ਉਹਦਾ ਨੂਰ ਏ ਰਿਸ਼ਮ ਨਿਰੀ, ਮੇਰਾ ਅੰਦਰ ਚਾਨਣ ਚਾਨਣ ਕਰ ਜਾਵੇ। ਉਹਦਾ ਨੂਰ ਏ ਰਿਸ਼ਮ ਨਿਰੀ, ਮੇਰਾ ਅੰਦਰ ਚਾਨਣ ਚਾਨਣ ਕਰ ਜਾਵੇ। ਧੰਨਵਾਦ। ਕਵਿਤਾ ਹੈ ਪੌਣੇ ਨੀ। ਨੀਮ ਗੁਲਾਬੀ ਮੌਸਮ ਅੰਦਰ, ਸਿੱਲੀ ਸਿੱਲੀ ਪੌਣ ਵਗੇ। ਨੀਮ ਗੁਲਾਬੀ ਮੌਸਮ ਅੰਦਰ, ਸਿੱਲੀ ਸਿੱਲੀ ਪੌਣ ਵਗੇ, ਛੋ ਕੇ ਆ ਜਾਵੇ ਮੇਰੇ ਸੱਜਣ ਦਾ ਗੁਲਾਬੀ ਮੁਖ। ਪਿਆਰਾ ਮੁਖ, ਨਿਆਰਾ ਮੁਖ ਤੇ ਜਸਵੀ ਮੁਖ, ਮੇਰਾ ਮੁਖ। ਪੌਣੇ ਨੀ ਮੁੜ ਛੋ ਆਪਣੀ ਦਾ, ਚੁੰਮਣ ਸਾਨੂੰ ਦੇ ਜਾਵੀਂ। ਅਸੀਂ ਉਸ ਸੱਜਣ ਦੇ ਮਤਵਾਲੇ ਹਾਂ, ਰਾਹਾਂ 'ਚ ਖੜੇ ਪਿਆਰ ਦੇ ਭਿਖਾਰੀ, ਪ੍ਰੇਮ ਦੇ ਪੁਜਾਰੀ। ਸਾਡਾ ਸੱਜਣ ਜ਼ਰਾ ਦੂਰ ਵਸੇਂਦਾ ਹੈ, ਵਸ ਚੱਲੇ ਸਾਡਾ ਤਾਂ ਅਸੀਂ ਪੌਣ ਬਣ ਜਾਈਏ, ਤੇ ਉਹਦੀਆਂ ਗੁਲਾਬੀ ਆਬੂਰਾਈਆਂ ਚੁੰਮ ਆਈਏ। ਪਰ ਹੁਣ ਤੂੰ ਕਰਦੇ ਸਾਡਾ ਇਹ ਕੰਮ ਪੌਣੇ ਨੀ, ਸਭ ਦੀਏ ਸਾਂਝੀਏ ਪੌਣੇ, ਪੌਣੇ ਨੀ ਸਭ ਦੀਏ ਸਾਂਝੀਏ ਪੌਣੇ। ਧੰਨਵਾਦ। ਕਵਿਤਾ ਹੈ ਸ਼ਮਾਂ ਦੇ ਪਰਵਾਨੇ। ਅਸੀਂ ਤੇਰੇ ਦੀਵਾਨੇ ਹੋ ਗਏ ਹਾਂ, ਅਸੀਂ ਤੇਰੇ ਦੀਵਾਨੇ ਹੋ ਗਏ ਹਾਂ। ਗਲ ਪਾਟੀਆਂ ਲੀਰਾਂ ਪਾਈਆਂ ਨੇ, ਫਿਰ ਵੀ ਸ਼ਾਹਾਨੇ ਹੋ ਗਏ ਹਾਂ। ਅਸੀਂ ਲੁੱਟ ਗਏ ਸਰੇ ਬਾਜ਼ਾਰ ਹਾਂ, ਮੂਲੋਂ ਹੀ ਮਸਤਾਨੇ ਹੋ ਗਏ ਹਾਂ। ਤੇਰੇ ਇਸ਼ਕ ਦਾ ਹੈ ਪਰ ਜ਼ੋਰ ਬੜਾ, ਅਸੀਂ ਆਪ ਹੀ ਭਰੇ ਖਜ਼ਾਨੇ ਹੋ ਗਏ ਹਾਂ। ਉਹ ਪਈ ਏ ਦੌਲਤ ਦੁਨੀਆ ਦੀ, ਨਹੀਂ ਛੂਹਣਾ ਅਸੀਂ ਬੜੇ ਚੁਕੰਨੇ ਹੋ ਗਏ ਹਾਂ। ਤੇਰਾ ਹੁਸਨ ਏ ਜਲਵਾ ਤੂਰ ਦਾ,
ਤੇਰਾ ਹੁਸਨ ਏ ਜਲਵਾ ਤੂਰ ਦਾ, ਬਿਨ ਦੇਖਿਆ ਸੁਣ ਕੇ ਹੀ ਅੰਨੇ ਹੋ ਗਏ ਹਾਂ। ਨੈਣਾਂ ਦੀਆਂ ਲਾਟਾਂ ਦੇ ਵਿੱਚ ਕਿਹਾ ਨੂਰੇ ਕਿ ਅਸੀਂ ਬਲਦੀ ਸ਼ਮਾਂ ਦੇ ਪਰਵਾਨੇ ਹੋ ਗਏ ਹਾਂ। ਅਸੀਂ ਤੇਰੇ ਦੀਵਾਨੇ ਹੋ ਗਏ ਹਾਂ। ਅਸੀਂ ਤੇਰੇ ਦੀਵਾਨੇ ਹੋ ਗਏ ਹਾਂ। ਅਗਲੀ ਕਵਿਤਾ ਹੈ ਰੰਗਾਂ ਦੀ ਰੌਸ਼ਨੀ। ਇੰਨਾ ਵੀ ਦਰਦ ਨਾ ਦੇ ਦੇਵੀਂ ਕਿ ਮੁੜ ਤੈਨੂੰ ਹੀ ਦਵਾ ਬਣਨਾ ਪਵੇ। ਇੰਨਾ ਵੀ ਦਰਦ ਨਾ ਦੇ ਦੇਵੀਂ ਕਿ ਮੁੜ ਤੈਨੂੰ ਹੀ ਦਵਾ ਬਣਨਾ ਪਵੇ। ਇੰਨੀ ਦਇਆ ਕਰੀ ਕਿ ਮਸੀਹਾ ਬਣ ਕੇ ਦੁਆ ਦੇ ਦੇਵੀਂ। ਸਾਰੀ ਸਾਰੀ ਰਾਤ ਮੈਂ ਜਾਗ ਕੇ ਸੌਂਦੀ ਹਾਂ, ਕਦੀ ਤਾਂ ਤੂੰ ਆਵੇਂਗਾ, ਨਿਤ ਔਸੀਆਂ ਮੈਂ ਪਾਉਂਦੀ ਹਾਂ। ਤੂੰ ਨਿਰੀ ਰੰਗਾਂ ਦੀ ਰੌਸ਼ਨੀ, ਰੰਗ ਕੇਵਲ ਤੇਰੇ ਹੁਸਨ ਸਦਕਾ ਖਿਲਦੇ ਨੇ। ਤੇਰੇ ਰੰਗਾਂ ਦੀ ਰੌਸ਼ਨੀ ਖਿਲਾ ਦੇਵੇਗੀ ਮੇਰੀ ਜ਼ਿੰਦਗੀ ਦੀ ਸੁਰਮਈ ਰਾਤ, ਤੇ ਚੜ੍ਹ ਪਵੇਗਾ ਤੇਰੇ ਮਹਿਕਦੇ ਹੁਸਨ ਜਿਹਾ ਮੇਰੀ ਜ਼ਿੰਦਗੀ ਦਾ ਨਵਾਂ ਦਿਨ। ਘੁਲ ਜਾਣਗੇ ਦਰਦਾਂ ਦੇ ਗੂੜੇ ਗਹਿਰੇ ਪਰਛਾਵੇਂ, ਤੇ ਸਤਰੰਗੀ ਪੀਂਗ ਜਿਹਾ ਖਿਲ ਉੱਠੇਗਾ ਨਵਾਂ ਉਜਲਾ ਤੇ ਸੰਦਲੀ ਰੰਗ। ਕੇਸਰ ਘੁਲਿਆ ਤੇ ਸ਼ਰਬਤੀ, ਸ਼ਹਿਦ ਵਰਗਾ ਕੂਲਾ ਤੇ ਮਿੱਠਾ ਮੇਰੇ ਹਰ ਦਰਦ ਦੀ ਦਵਾ ਬਣੇਗਾ। ਮੇਰੇ ਨੈਣਾਂ 'ਚੋਂ ਝਾਤੀਆਂ ਮਾਰਦਾ ਕਾਸ਼ਨੀ ਰੰਗ ਤੇਰੇ ਬਲੌਰੀ ਰੰਗੇ ਨੈਣਾਂ ਵਿੱਚ ਜਦ ਇੱਕ ਮਿਕ ਹੋਵੇਗਾ, ਤਾਂ ਖਿਲ ਉੱਠਣਗੇ ਜ਼ਿੰਦਗੀ ਦੇ ਸਭੋ ਰੰਗ, ਤੇ ਰੰਗਾਂ ਦੀ ਰੌਸ਼ਨੀ ਚੁਫੇਰੇ ਫੈਲ ਜਾਏਗੀ। ਤੇ ਰੰਗਾਂ ਦੀ ਰੌਸ਼ਨੀ ਚੁਫੇਰੇ ਫੈਲ ਜਾਵੇਗੀ। ਧੰਨਵਾਦ। ਕਵਿਤਾ ਹੈ ਰੱਬ ਦੇ ਦੀਦਾਰ। ਮੇਰੇ ਇਹ ਨੈਣ ਤੇਰੇ ਦੀਦਾਰ ਦੇ ਤਲਬਗਾਰ ਨੇ। ਮੇਰੇ ਇਹ ਨੈਣ ਤੇਰੇ ਦੀਦਾਰ ਦੇ ਤਲਬਗਾਰ ਨੇ। ਤੇਰਾ ਦਰਸ ਮੇਰੇ ਨੈਣਾਂ ਦੀ ਇਬਾਦਤ ਗਾਹ ਹੈ। ਤੇਰੇ ਮੁਖ 'ਚੋਂ ਝਲਕਦਾ ਆਫਤਾਬੀ ਨੂਰ ਦੁਨੀਆ ਦੇ ਕਿਸੇ ਵੀ ਆਫਤਾਬ ਨਾਲ ਨਹੀਂ ਮਿਲਦਾ, ਕੇਵਲ ਮੇਰੇ ਅੰਦਰਲੇ ਆਫਤਾਬ ਨਾਲ ਮਿਲਦਾ ਹੈ। ਇਸੇ ਲਈ ਮੇਰੇ ਤ੍ਰਿਖਾਵੰਤ ਨੈਣ ਤੇਰੇ ਦੀਦਾਰ ਦੇ ਤਲਬਗਾਰ ਰਹਿੰਦੇ ਨੇ। ਆਪਣੇ ਅੰਦਰ ਸਮੇਟੇ ਨੂਰ ਨੂੰ ਅਤੇ ਤੇਰੇ ਚਿਹਰੇ ਦੀ ਬੇਪਰਦਗੀ ਤੇ ਨਮੂਦਾਰ ਹੋਏ ਪ੍ਰਕਾਸ਼ ਨੂੰ ਜਦ ਵੀ ਮੈਂ ਇੱਕ ਮਿਕ ਹੋਇਆ ਮਹਿਸੂਸ ਕਰਦੀ ਹਾਂ, ਤਾਂ ਰੱਬ ਦੇ ਦੀਦਾਰ ਹੋ ਜਾਂਦੇ ਹਨ। ਤਾਂ ਰੱਬ ਦੇ ਦੀਦਾਰ ਹੋ ਜਾਂਦੇ ਹਨ। ਧੰਨਵਾਦ। ਹੈ ਦੀਵਾਨਗੀ। ਮਹਿਬੂਬ ਦੀ ਜ਼ਾਤ ਹੁੰਦੀ ਬੜੀ ਉੱਚੀ, ਬੜਾ ਪਾਕ ਰੁਤਬਾ ਹੁੰਦਾ ਮਹਿਬੂਬ ਦਾ। ਹੁੰਦਾ ਰੱਬ ਦੇ ਵਿੱਚ ਅਭੇਦ ਮਹਿਬੂਬ ਯਾਰੋ, ਹਰ ਕੋਈ ਪਰ ਹਰ ਕਿਸੇ ਦਾ ਨਹੀਂ ਮਹਿਬੂਬ ਹੁੰਦਾ। ਹੁੰਦਾ ਇਸ਼ਕ ਤੇ ਰੱਬ ਦੀ ਜ਼ਾਤ ਦਾ ਰੰਗ ਇੱਕੋ, ਕੋਈ ਟਾਵਾਂ ਹੀ ਇਸ ਗਲੀ ਲੰਘਦਾ ਜੇ। ਮਹਿਬੂਬ ਮਹਿਬੂਬ ਤੋਂ ਵਿਛੜ ਕੇ ਫਿਰ ਗਲੀ ਗਲੀ ਫਿਰਦਾ, ਅਲੀ ਅਲੀ ਕਰਦਾ। ਰਹਿੰਦਾ ਹਸ਼ਰ ਤਾਈਂ ਨਾਮ ਜਹਾਨ ਉੱਤੇ, ਹਰ ਸਾਹ ਨਾਲ ਯਾਰ ਨੂੰ ਜੋ ਸੱਦਦਾ ਏ। ਚੰਗੇ ਕਰਮ ਹੁੰਦੇ ਜਿਹਨੂੰ ਯਾਰ ਮਿਲਦਾ, ਮਿਲਣਾ ਯਾਰ ਦਾ ਕੰਮ ਸਬੱਬ ਦਾ ਏ। ਅੰਦਰੋਂ ਭਾਲਿਆਂ ਮਿਲਦਾ ਏ ਰੱਬ ਯਾਰੋ, ਦਿਸਦਾ ਪਰ ਯਾਰ ਦੇ ਮੁਖ ਤੋਂ ਨੂਰ ਉਹਦਾ। ਜਿਹਨੂੰ ਲੱਗੀਆਂ ਸਿਖਰ ਦੀਆਂ ਉਹੀ ਜਾਣੇ, ਨਹੀਂ ਹਰ ਇੱਕ ਦੇ ਰੋਗ ਏ ਵਸਦਾ। ਇਸ਼ਕ ਬਾਤ ਐਸੀ, ਇਸ਼ਕ ਜ਼ਾਤ ਐਸੀ, ਦਿੰਦੀ ਰਤ ਹੈ ਤਨੋਂ ਨਿਚੋੜ ਸਾਰੀ।
ਜਦੋਂ ਇਸ਼ਕ ਦੇ ਸਿਖਰ ਦੀ ਸਿਖਰ ਹੋ ਜੇ, ਬੌੜ ਪੈਂਦਾ ਹੈ ਆਪ ਹੀ ਜੱਗ ਵਿੱਚੋਂ। ਸਾਰਾ ਜੱਗ ਉਦੋਂ ਬਹਾਰਥੀ ਨਜ਼ਰ ਆਵੇ, ਜਦੋਂ ਮਹਿਬੂਬ ਦੀ ਮਹਿਬੂਬ ਨਾਲ ਸਾਂਝ ਪੈ ਜੇ। ਲੱਖ ਤੋਮਤਾਂ ਯਾਰੀਆਂ ਲਾਉਣ ਉੱਤੇ, ਜੱਗ ਮਾਰਦਾ ਤਾਨੜੇ ਰੋਜ਼ ਐਸੇ। ਕੋਈ ਸਾਰ ਨਾ ਨਿੰਦਕਾਂ ਦੋਖੀਆਂ ਦੀ, ਇੱਕ ਖਬਰ ਹੁੰਦੀ ਸੋਹਣੀ ਯਾਰ ਵਾਲੀ। ਇਸ਼ਕ ਰੱਬ ਦੇ ਨਾਲ ਹੈ ਮੇਲ ਦਿੰਦਾ, ਨਹੀਂ ਆਖਿਆ ਕੋਈ ਝੂਠ ਫਕੀਰਾਂ ਨੇ। ਰਹਿਮਤ ਖੁਦਾ ਦੀ ਜਦੋਂ ਅਖੀਰ ਹੋ ਜਾਏ, ਬਣਦਾ ਇਸ਼ਕ ਦੀ ਸਿਖਰ ਦਾ ਸੁਆਬ ਉਦੋਂ। ਇਸ਼ਕ ਰੱਬ ਦੇ ਨਾਂ ਜਿਹਾ ਸੁੱਚਾ ਹੁੰਦਾ, ਨਹੀਂ ਹੁੰਦੀ ਇਹਦੇ ਵਿੱਚ ਮੈਲ ਤਨ ਦੀ। ਖੁਸ਼ਬੂ ਖਿੜੀ ਰਹਿੰਦੀ ਮੋਤੀਏ ਦੇ ਫੁੱਲ ਵਰਗੀ, ਰਹਿੰਦਾ ਆਲਮ ਦੀਵਾਨਗੀ ਦਾ ਸਦਾ ਤਾਰੀ। ਖੁਸ਼ਬੂ ਖਿੜੀ ਰਹਿੰਦੀ ਮੋਤੀਏ ਦੇ ਫੁੱਲ ਵਰਗੀ, ਰਹਿੰਦਾ ਆਲਮ ਦੀਵਾਨਗੀ ਦਾ ਸਦਾ ਤਾਰੀ। ਕਵਿਤਾ ਹੈ ਹਿੱਕ ਦਾ ਤਵੀਤ। ਰਾਤਾਂ ਲੰਮੀਆਂ ਮਾਹੀ ਦਾ ਵਿਛੋੜਾ, ਭਰ ਭਰ ਸਾਡੇ ਨੈਣ ਆਉਂਦੇ। ਰਾਤਾਂ ਲੰਮੀਆਂ ਮਾਹੀ ਦਾ ਵਿਛੋੜਾ, ਭਰ ਭਰ ਸਾਡੇ ਨੈਣ ਆਉਂਦੇ। ਸਾਡੀ ਜਿੰਦ ਵਿਯੋਗਣ ਹੋਈ, ਮਾਹੀ ਬਿਨਾਂ ਨਾ ਸਾਡੀ ਢੋਈ। ਅੱਠੋ ਪਹਿਰ ਦਾ ਸੰਸਾ ਲੱਗਾ, ਜਗ ਤੇ ਨਾ ਸਾਡੀ ਕੋਈ ਅਰਜ਼ੋਈ। ਇੱਕੋ ਮਾਹੀ ਦੇ ਦਰਬਾਰ ਅਰਜ਼ ਗੁਜ਼ਾਰਾਂਗੇ, ਜਿਗਰ ਦੇ ਦੁੱਖ ਬੁਰੇ ਲਿਖ ਚਿੱਠੀਆਂ ਪਾਵਾਂਗੇ। ਡਾਢੀ ਦੁਨੀਆ ਨੇ ਵੈਰ ਕਮਾਇਆ, ਸੀ ਜਿੰਦ ਸਾਡੀ ਫੁੱਲ ਵਰਗੀ। ਸਾਨੂੰ ਮਾਹੀ ਦਾ ਵੈਰਾਗ ਤਾਂ ਹੀ ਆਇਆ, ਸੀ ਜਿੰਦ ਸਾਡੀ ਰੁਲ ਗਈ ਤਾਂ। ਅਸੀਂ ਹੰਝੂਆਂ ਦੇ ਹੰਝੂ ਨੇ ਵਗਾਏ, ਕਿਸੇ ਨੇ ਸਾਡੀ ਗੱਲ ਨਾ ਸੁਣੀ। ਅਸੀਂ ਜਿੰਦ ਨੂੰ ਵੀ ਹੰਝੂ ਨੇ ਪਿਆਏ, ਕਿਸੇ ਨੇ ਸਾਡੀ ਬਾਂਹ ਨਾ ਫੜੀ। ਸਾਡੇ ਆਪਣੇ ਹੀ ਹੋ ਗਏ ਪਰਾਏ, ਭਰੇ ਜੱਗ ਵਿੱਚ ਜਿੰਦ ਸਾਡੀ ਕੱਲੀ ਰਹਿ ਗਈ। ਵਿਛੜੀ ਕੂੰਜ ਵਾਂਗੂ ਕੁਰਲਾਈ, ਅਸੀਂ ਰੋ ਰੋ ਫਾਵੇ ਹੋ ਗਏ। ਸਾਡੀ ਕਿਸੇ ਨੇ ਨਾ ਸੁਣੀ ਉਹ ਦੁਹਾਈ। ਇੱਕ ਮਾਹੀ ਸਾਡਾ ਬੌੜ ਪਿਆ, ਸਾਨੂੰ ਧੀਰਜ ਆਣ ਬਣਾਈ। ਹੁਣ ਮਾਹੀ ਸਾਡੀ ਹਿੱਕ ਦਾ ਤਵੀਤ, ਸਾਥੋਂ ਝੱਲੀ ਜਾਂਦੀ ਨਾ ਪਲ ਦੀ ਜੁਦਾਈ। ਹੁਣ ਮਾਹੀ ਸਾਡਾ ਹਿੱਕ ਦਾ ਤਵੀਤ, ਸਾਥੋਂ ਝੱਲੀ ਜਾਂਦੀ ਨਾ ਪਲ ਦੀ ਜੁਦਾਈ। ਧੰਨਵਾਦ। ਕਵਿਤਾ ਹੈ ਚਾਨਣ ਦੇ ਵਣਜਾਰੇ। ਇਹ ਅੱਜ ਦੀ ਦੀਵਾਲੀ ਵਾਲੀ ਰਾਤ, ਸਾਡੀ ਜ਼ਿੰਦਗੀ ਦੀ ਕੈਸੀ ਹੈ ਇਹ ਰਾਤ। ਇਹ ਅੱਜ ਦੀ ਦੀਵਾਲੀ ਵਾਲੀ ਰਾਤ, ਸਾਡੀ ਜ਼ਿੰਦਗੀ ਦੀ ਕੈਸੀ ਹੈ ਇਹ ਰਾਤ। ਕਿ ਅਸਾਂ ਐਸਾ ਚਾਨਣ ਪਾਇਆ ਹੈ, ਸਾਡਾ ਦਿਲ ਗਿਆ ਰੁਸ਼ਨਾਇਆ ਹੈ। ਅਸੀਂ ਚਾਨਣ ਦੇ ਵਣਜਾਰੇ ਸਾਂ, ਤੇਰੇ ਦਰਸ ਲਈ ਫਿਰਦੇ ਮਾਰੇ ਮਾਰੇ ਸਾਂ। ਇਹ ਕਿਹੀ ਰਹਿਮਤ ਕੀਤੀ ਏ, ਸਾਨੂੰ ਭਰੀ ਦੀਵਾਲੀ ਦਿੱਤੀ ਏ। ਸਾਡੀਆਂ ਸਭੋ ਤੋਟਾਂ ਹਰੀਆਂ ਨੇ, ਸਾਡੀਆਂ ਖਾਲੀ ਝੋਲੀਆਂ ਭਰੀਆਂ ਨੇ। ਤੇਰੀ ਮਿਹਰ ਦਾ ਕਿੰਜ ਮੈਂ ਸ਼ੁਕਰ ਕਰਾਂ, ਤੇਰੇ ਹੁੰਦਿਆਂ ਮੈਂ ਕਾਹਦਾ ਫਿਕਰ ਕਰਾਂ। ਤੇਰਾ ਅਜਬ ਜਿਹਾ ਝਲਕਾਰਾ ਹੈ, ਸਭ ਦੁਨੀਆ ਤੋਂ ਨਿਆਰਾ ਹੈ। ਇਹ ਚਾਨਣ ਦਾ ਲਿਸ਼ਕਾਰਾ ਹੈ, ਇਹ ਮਸੀਹ ਦੇ ਚੰਨ ਦਾ ਚਮਕਾਰਾ ਹੈ। ਕੀ ਗੱਲ ਦੱਸਾਂ ਇਸ ਭੇਦ ਦੀਆਂ, ਗੂੰਗੇ ਦੇ ਗੁੜ ਵਰਗੇ ਸਵਾਦ ਦੀਆਂ। ਤੂੰ ਦਿਲ ਦਾ ਮਹਿਰਮ ਰਹੀਂ ਬਣਿਆ, ਇੱਕ ਤੂੰ ਹੀ ਸਾਡਾ ਚਾਨਣ ਬਣਿਆ। ਅਸੀਂ ਜਿਸ ਚਾਨਣ ਦੇ ਵਣਜਾਰੇ ਸਾਂ, ਉਹ ਚਾਨਣ ਬਸ ਤੇਰੇ ਹੀ ਮੱਥੇ ਹੈ ਖੁਣਿਆ। ਉਹ ਚਾਨਣ ਬਸ ਤੇਰੇ ਹੀ ਮੱਥੇ ਹੈ ਖੁਣਿਆ। ਧੰਨਵਾਦ। ਕਵਿਤਾ ਹੈ ਮੁਕਾਮ। ਬੇਜੋੜ
ਬੇਤੋੜ ਮੁਕਾਮ ਸੀ। ਬੇਜੋੜ ਬੇਤੋੜ ਮੁਕਾਮ ਸੀ, ਬਾਜਾਂ ਵਾਲੇ ਦੇ ਹੱਥ 'ਚ ਲਗਾਮ ਸੀ। ਫਤਿਹ ਦਾ ਜਸ਼ਨ ਸੀ, ਮਹਿਲਾਂ ਦਾ ਵਸਣ ਸੀ, ਪਿਆਰ ਦਾ ਪੈਗਾਮ ਸੀ, ਵਤਨ ਨੂੰ ਮੇਰਾ ਸਲਾਮ ਸੀ। ਨੈਣਾਂ ਵਿੱਚ ਦੋਨੋਂ ਜਹਾਨ ਸੀ, ਬੇਜੋੜ ਬੇਤੋੜ ਮੁਕਾਮ ਸੀ। ਪ੍ਰੀਤ ਦਾ ਸੁਨੇਹਾ ਸੀ, ਰੂਹ ਦਾ ਬੁਲਾਵਾ ਸੀ, ਰੱਬ ਦਾ ਭੁਲਾਵਾ ਸੀ, ਨੂਰ ਦਾ ਕੋਈ ਜਲਵਾ ਸੀ, ਪਿਆਰ ਦਾ ਐਸਾ ਝਰਨਾ ਸੀ, ਸੀਨਾ ਤਾਂ ਆਪੇ ਠਰਨਾ ਸੀ। ਹੈ ਸੀ ਰੂਹ ਦੀ ਐਸੀ ਪਕੜ, ਸੀਨੇ ਦੇ ਵਿੱਚ ਨਗਮਾ ਸੀ, ਹੋਠਾਂ 'ਤੇ ਗੀਤ ਸੀ, ਦਿਲ 'ਚ ਸੰਗੀਤ ਸੀ, ਖੁਸ਼ੀਆਂ ਦਾ ਖਜ਼ਾਨਾ ਸੀ, ਮਾਹੀ ਐਸਾ ਦੀਵਾਨਾ ਸੀ, ਦਿਲ 'ਚ ਉਹਦੇ ਵੀ ਤਰਾਨਾ ਸੀ, ਮਿਲਣਾ ਤਾਂ ਬਹਾਨਾ ਸੀ। ਮਿਲਣ ਤਾਂ ਪੁਰਾਣਾ ਸੀ, ਵਕਤ ਹੀ ਬੇਗਾਨਾ ਸੀ, ਮਿਲਣ ਦਾ ਜ਼ਮਾਨਾ ਸੀ, ਫਿਰ ਵੀ ਸਮਾਂ ਤਾਂ ਸੁਹਾਣਾ ਸੀ। ਮਾਹੀ ਦੀ ਬੜੀ ਸ਼ਾਨ ਸੀ, ਜਿਵੇਂ ਨੀਲਾ ਅਸਮਾਨ ਸੀ, ਉਹ ਬੜਾ ਮਾਣਮੱਤਾ ਸੀ, ਕਾਲਾ ਸੀ ਤੇ ਤੱਤਾ ਸੀ, ਉਹਦੇ ਨੈਣੀ ਪਿਰਮ ਪਿਆਲਾ ਸੀ, ਉਹ ਛੋਹ ਦਾ ਮਤਵਾਲਾ ਸੀ। ਜੱਗੋਂ ਉਹ ਨਿਰਾਲਾ ਸੀ, ਉਹਦਾ ਰੂਪ ਕੋਈ ਆਲਾ ਸੀ, ਉਹਦੀ ਚਾਲ ਬੜੀ ਮਾਣਮੱਤੀ ਸੀ, ਉਹਦੀ ਸ਼ਾਨ ਬੜੀ ਉੱਚੀ ਸੁੱਚੀ ਸੀ। ਭੇਖ ਤੋਂ ਉਹ ਕੋਹਾਂ ਦੂਰ ਸੀ, ਬਸ ਉਹ ਨੂਰੋ ਨੂਰ ਸੀ, ਲੱਬਾ ਲੱਭ ਭਰਿਆ ਸੀ, ਕਿਸੇ ਤੋਂ ਨਾ ਡਰਿਆ ਸੀ, ਉਹਨੇ ਆਣ ਪੱਲਾ ਫੜਿਆ ਸੀ, ਉਹਦੇ ਅੱਗੇ ਕੋਈ ਵੀ ਨਾ ਖੜਿਆ ਸੀ। ਮਾਹੀ ਫੇਰ ਆਵੇਗਾ, ਸਾਨੂੰ ਧੀਰਜ ਬਣਾਵੇਗਾ, ਜਿਉਣ ਜਾਚ ਦੱਸੇਗਾ, ਹਸਾਏਗਾ ਤੇ ਹੱਸੇਗਾ, ਜੋੜ ਤੋੜ ਕਰੇਗਾ, ਮਿੱਠਾ ਮਿੱਠਾ ਲੜੇਗਾ, ਪੀੜਾ ਕਟਾਏਗਾ, ਸਹਿਣਾ ਸਿਖਾਏਗਾ, ਸਾਡੀ ਸੋਚ ਨੂੰ ਨਿਖਾਰੇਗਾ, ਸਾਡੀ ਜ਼ਿੰਦਗੀ ਸੰਵਾਰੇਗਾ, ਅਸੀਂ ਜਿਉਣ ਜੋਗੇ ਹੋ ਜਾਵਾਂਗੇ, ਮਾਹੀ ਦੇ ਅਸੀਂ ਹੋ ਜਾਵਾਂਗੇ। ਬੇਜੋੜ ਬੇਤੋੜ ਮੁਕਾਮ ਸੀ, ਬੇਜੋੜ ਬੇਤੋੜ ਮੁਕਾਮ ਸੀ। ਧੰਨਵਾਦ। ਕਵਿਤਾ ਹੈ ਸਬੱਬੀ ਮੇਲੇ। ਹੁੰਦੇ ਨੇ ਸਬੱਬੀ ਮੇਲੇ ਜੱਗ ਤੇ, ਉਂਝ ਕੌਣ ਕਿਸੇ ਦਾ ਮੇਲੀ, ਕਈ ਜਨਮਾਂ ਦੀ ਹੁੰਦੀ ਏ ਪਿਆਲੀ, ਜਦ ਮਿਲਦੇ ਦੋ ਨੇ ਖਿਆਲੀ। ਹੁੰਦੀ ਰਹਿਮਤ ਰੱਬ ਦੀ, ਜੋੜੀ ਜੱਗ ਤੇ ਫੱਬਦੀ, ਰੂਹਾਂ ਦਾ ਮਿਲਣ ਹੁੰਦਾ, ਗੱਲ ਹੁੰਦੀ ਏ ਸਬੱਬ ਦੀ। ਸੱਜਣਾ ਦੀ ਤੰਗ ਹੁੰਦੀ, ਹੁੰਦੀ ਨਜ਼ਰ ਉੱਤੇ ਸਾਰੇ ਜੱਗ ਦੀ, ਨੈਣੀ ਦੋ ਦੀਵੇ ਜਗਦੇ ਨੇ, ਨੈਣੀ ਦੋ ਦੀਵੇ ਜਗਦੇ ਨੇ, ਜੋਤ ਜਿਗਰ ਵਿੱਚ ਜਗਦੀ, ਤੇਰਾ ਮਿਲਣਾ ਸੱਜਣ ਜੀ ਨਿਰੀ ਗੱਲ ਏ ਸਬੱਬ ਦੀ, ਤੇਰਾ ਮਿਲਣਾ ਸੱਜਣ ਜੀ ਨਿਰੀ ਗੱਲ ਏ ਸਬੱਬ ਦੀ, ਤੇਰਾ ਮਿਲਣਾ ਸੱਜਣ ਜੀ ਹੁੰਦੇ ਨੇ ਸਬੱਬੀ ਮੇਲੇ ਜੱਗ ਤੇ, ਤੇਰਾ ਮਿਲਣਾ ਸੱਜਣ ਜੀ। ਧੰਨਵਾਦ। ਇਹ ਕਵਿਤਾ ਹੈ ਸੁਨੇਹੜੇ। ਐਨਾ ਨਾ ਤੜਪਾਵੇ, ਦੂਰ ਵਸੇਂਦਿਆ ਸੱਜਣਾ ਵੇ, ਐਨਾ ਨਾ ਤੜਪਾ, ਐਨਾ ਨਾ ਤੜਪਾਵੇ, ਦੂਰ ਵਸੇਂਦਿਆ ਸੱਜਣਾ ਵੇ, ਐਨਾ ਨਾ ਤੜਪਾ, ਇੰਜ ਨਾ ਜਿੰਦੂ ਤਾ, ਐਨਾ ਨਾ ਤੜਪਾ, ਪਿਆਰ ਤੇਰੇ ਦੀਆਂ ਠੰਡੀਆਂ ਛਾਵਾਂ, ਮਾਨਣ ਦਾ ਸਾਨੂੰ ਚਾਅ। ਤੂੰ ਸਾਡੇ ਦਿਲ ਦੇ ਵਿਹੜੇ ਆ, ਰੀਝਾਂ ਦੀ ਮੈਂ ਤਾਣੀ ਡਾਹਾਂ, ਵਿਚਦੀ ਤੇਰੇ ਸੁਪਨੇ ਦਿਆਂ ਵਗਾ। ਜਿਸ ਰੁੱਤੇ ਮੇਰਾ ਮਾਹੀ ਆਵੇ, ਉਸ ਰੁੱਤ ਦਾ ਕਿਹੜਾ ਨਾਂ, ਜਿੰਦ ਆਪਣੀ ਦਾ ਚਰਖਾ ਡਾਹਿਆ, ਯਾਦ ਦੀ ਪੂਣੀ ਕੱਤੀ। ਜਿਸ ਰੁੱਤੇ ਮੇਰਾ ਮਾਹੀ ਆਵੇ, ਮੈਂ ਮਰ ਜਾਸਾਂ ਤੱਤੀ,
ਜਿਸ ਰੁੱਤੇ ਮੇਰਾ ਮਾਹੀ ਆਵੇ, ਬਿਰਹੋਂ ਰੁੱਤੋਂ ਦਾ ਨਾਂ। ਬਿਰਹੋਂ ਰੁੱਤੇ ਮੇਰੇ ਮਾਹੀ ਆ ਜਾ, ਜਿੰਦੇ ਨੇ ਤੈਨੂੰ ਨਿੱਤ ਸੁਨੇੜੇ ਘੱਲਾਂ। ਜਿੰਦੇ ਨੇ ਤੈਨੂੰ ਨਿੱਤ ਸੁਨੇੜੇ ਘੱਲਾਂ। ਧੰਨਵਾਦ। ਕਵਿਤਾ ਹੈ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਇੱਕ ਵੱਖਰੀ ਜਿਹੀ ਕੋਈ ਥਾਂ ਹੋਵੇ। ਤੇਰਾ ਚੰਨ ਜਿਹਾ ਮੁੱਖ ਹੋਵੇ, ਸਾਡੀ ਜ਼ਿੰਦਗੀ 'ਚ ਸੁੱਖ ਹੋਵੇ। ਦਿਲ 'ਚ ਸਰੂਰ ਹੋਵੇ, ਸਾਡੀ ਤੋਰ 'ਚ ਗਰੂਰ ਹੋਵੇ। ਮੰਦ ਮੰਦ ਮੁਸਕਾਨ ਹੋਵੇ, ਤੇਰੀ ਉੱਚੀ ਸੁੱਚੀ ਸ਼ਾਨ ਹੋਵੇ। ਸਾਡੇ ਹੋਠਾਂ ਉੱਤੇ ਹਾਸੇ ਹੋਣ, ਮਿੱਠੇ ਖੰਡ ਦੇ ਪਤਾਸੇ ਹੋਣ। ਕਦੇ ਬੱਦਲਾਂ 'ਚ ਚੰਨ ਹੋਵੇ, ਕਿਤੇ ਤਾਰਿਆਂ ਦੀ ਛੰਨ ਹੋਵੇ। ਜ਼ੁਲਫਾਂ ਦਾ ਸੰਗ ਹੋਵੇ, ਰੌਸ਼ਨੀ ਦਾ ਰੰਗ ਹੋਵੇ। ਬਿਜਲੀ ਦੀ ਗਰਜ ਹੋਵੇ, ਸੀਨੇ ਵਿੱਚ ਲਰਜ਼ ਹੋਵੇ। ਅੰਬਰਾਂ 'ਚ ਉੱਡ ਜਾਵਾਂ, ਤੇਰੀ ਤੱਕਣੀ 'ਚ ਅਰਜ਼ ਹੋਵੇ। ਦਿਲ 'ਚ ਖੁਮਾਰੀ ਹੋਵੇ, ਤੈਨੂੰ ਸਾਡੀ ਜਿੰਦ ਜੇ ਪਿਆਰੀ ਹੋਵੇ। ਜੇ ਤੂੰ ਸਾਡਾ ਚੰਨ ਬਣ ਜੇ, ਸਾਡੀ ਰੋਜ਼ ਉਡਾਰੀ ਹੋਵੇ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਕੋਈ ਵੱਖਰੀ ਜਿਹੀ ਇੱਕ ਥਾਂ ਹੋਵੇ। ਤੇਰਾ ਚੰਨ ਜਿਹਾ ਮੁੱਖ ਹੋਵੇ, ਸਾਡੇ ਨੈਣਾਂ ਦੀ ਛਾਂ ਹੋਵੇ। ਸਾਡੇ ਨੈਣਾਂ ਦੀ ਛਾਂ ਹੋਵੇ। ਧੰਨਵਾਦ। ਕਵਿਤਾ ਹੈ। ਰੂਹ ਦੀ ਗਵਾਹੀ। ਤੂੰ ਮੇਰਾ ਸੋਹਣਾ ਹੀਰਾ, ਮੱਖਣ ਚੰਨ ਸੂਰਜ ਤਾਰਾ। ਮੇਰਾ ਸੱਜਣ ਪਿਆਰਾ, ਮੇਰੀ ਜਿੰਦ ਦਾ ਸਹਾਰਾ। ਮੇਰੀ ਜਿੰਦ ਮੇਰੀ ਜਾਨ, ਮੇਰੀ ਦੁਨੀਆ ਮੇਰੀ ਆਨ। ਮੇਰਾ ਜਹਾਨ ਮੇਰਾ ਮਾਣ, ਮੇਰੀ ਆਬਰੂ ਮੇਰਾ ਤਾਣ। ਮੇਰੀ ਸੱਦਰ ਮੇਰੀ ਰੀਝ, ਮੇਰੇ ਚਾਅ ਮੇਰੀ ਖੁਸ਼ੀ। ਮੇਰੀ ਹਸਰਤ ਮੇਰੀ ਪ੍ਰੀਤ। ਮੇਰਾ ਗੀਤ ਮੇਰਾ ਸੰਗੀਤ, ਮੇਰਾ ਮੀਤ ਮੇਰੀ ਜੀਤ। ਮੇਰਾ ਸੰਸਾਰ ਮੇਰਾ ਪਿਆਰ, ਮੇਰਾ ਸਬੱਬ ਮੇਰਾ ਰੱਬ। ਮੇਰੀ ਜੰਨਤ ਮੇਰੀ ਮੰਨਤ, ਮੇਰਾ ਨੂਰ ਮੇਰਾ ਸਰੂਰ। ਮੇਰੀ ਆਸ਼ਨਾਈ ਮੇਰੀ ਤਨਹਾਈ। ਮੇਰੀ ਰੰਗਤ ਮੇਰੀ ਸੰਗਤ, ਮੇਰਾ ਅਰਮਾਨ ਮੇਰਾ ਅਸਮਾਨ। ਮੇਰੀ ਰੂਹ ਮੇਰੀ ਖੁਸ਼ਬੂ, ਮੇਰੀ ਮੁਹੱਬਤ ਮੇਰੀ ਸੋਬਤ। ਤੂੰ ਹੈ ਤਾਂ ਚੁਫੇਰੀ ਕਹਿਕਸ਼ਾਂ, ਬਖਸ਼ਿਸ਼ਾਂ ਰਹਿਮਤਾਂ, ਰੌਸ਼ਨੀਆਂ ਸੁਪਨਈ ਕਿਰਨਾਂ। ਜਗਮਗਾਂਦੀ ਲਾਟ ਜਿਹਾ ਤੇਰਾ ਹੁਸਨ। ਮੈਂ ਤੇਰੀ ਬਾਂਦੀ ਮੈਂ ਤੇਰੀ ਗੋਲੀ, ਖੇਲਦੀ ਰਹਾਂ ਮੈਂ ਤੇਰੇ ਸੰਗ ਰੰਗਾਂ ਦੀ ਹੋਲੀ। ਤੂੰ ਐਸਾ ਮਿਲਿਆ ਮੈਨੂੰ, ਮੋਤੀ ਮਾਣਕ ਜਿਹਾ, ਮੈਂ ਸਦਾ ਲਈ ਤੇਰੇ ਸੰਗ ਹੋਲੀ। ਤੇਰੇ ਮੁਖੜੇ ਤੇ ਅਰਸ਼ਾਂ ਦਾ ਨੂਰ, ਤੇਰੇ ਹੁੰਦਿਆਂ ਹਨੇਰਾ ਰਹੇ ਦੂਰ। ਤੈਨੂੰ ਪਾ ਕੇ ਅਸਾਂ ਐਸਾ ਨੂਰ ਪਾਇਆ, ਕਿ ਅਸੀਂ ਰੌਸ਼ਨ ਰੌਸ਼ਨ ਹੋ ਗਏ ਹਾਂ। ਸਾਨੂੰ ਕਦੀ ਦੂਰ ਨਾ ਕਰੀਂ ਸੱਜਣਾ, ਘੁੱਟ ਕੇ ਕਲੇਜੇ ਨਾਲ ਲਾ ਛੱਡੀਂ। ਬਸ ਲਾਈ ਰੱਖੀਂ, ਸਾਡੀ ਜਨਮਾਂ ਦੀ ਪਿਆਸ ਬੁਝਾਈ ਰੱਖੀਂ। ਐਸੀ ਪ੍ਰੀਤ ਨਿਭਾਈ ਸੱਜਣਾ, ਸਾਡਾ ਸਦਾ ਲਈ ਰੱਬ ਬਣ ਰਵੀਂ ਸੱਜਣਾ। ਬਸ ਤੇਰੇ ਹਾਂ ਸੱਜਣਾ, ਇਹ ਸਾਡੀ ਰੂਹ ਦੀ ਗਵਾਹੀ ਸੱਜਣਾ। ਇਹ ਸਾਡੀ ਰੂਹ ਦੀ ਗਵਾਹੀ ਸੱਜਣਾ। ਧੰਨਵਾਦ। ਕਵਿਤਾ ਹੈ। ਰੌਸ਼ਨ ਜਿੰਦ। ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸਾਂ ਧਾ ਗਲਵੱਕੜੀ ਪਾਈ। ਨਿਰਾ ਨੂਰ ਅਸਾਂ ਐਸਾ ਪਾਇਆ, ਸਾਡੀ ਜਿੰਦ ਗਈ ਰੁਸ਼ਨਾਈ। ਮਹਿਕਾਂ ਦੇ ਵਣਜਾਰੇ ਹੋ ਤੁਸੀਂ, ਸਾਡੀ ਰੂਹ ਗਈ ਮਹਿਕਾਈ। ਚੰਦਨ ਹੋ ਤੁਸੀਂ ਚੰਦਨ ਜੀ, ਅਸੀਂ ਉਸ ਮਾਲਾ ਦੇ ਮਣਕੇ। ਜਿਨ੍ਹਾਂ ਤੁਹਾਡੇ ਪਾਵਨ ਹੱਥਾਂ ਦੀ ਹੈ ਛੋਹ ਪਾਈ।
ਹੋਰ ਅਸਾਂ ਹੁਣ ਕੁਝ ਨਹੀਂ ਕਹਿਣਾ। ਸੱਚੇ ਰੱਬ ਨੇ ਸਾਡੀ ਰੱਖ ਵਿਖਾਈ, ਸਾਡੀ ਰੌਸ਼ਨ ਜਿੰਦ ਗਈ ਹੋਰ ਰੁਸ਼ਨਾਈ, ਸਾਡੀ ਰੌਸ਼ਨ ਜਿੰਦ ਗਈ ਹੋਰ ਰੁਸ਼ਨਾਈ। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਕਵਿਤਾ ਹੈ ਮੰਜ਼ਿਲ। ਰੁੱਸੇ ਰੱਬ ਨੂੰ ਮਨਾਉਣਾ ਆਸਾਨ ਦੋਸਤੋ, ਰੁੱਸੇ ਯਾਰ ਨੂੰ ਮਨਾਉਣਾ ਮੁਸ਼ਕਿਲ ਦੋਸਤੋ। ਲੱਗੀਆਂ ਹਿਜਰ ਦੀਆਂ ਕੋਈ ਕੀ ਜਾਣੇ, ਚੋਟਾਂ ਜਿਗਰ ਦੀਆਂ ਕੋਈ ਕੀ ਜਾਣੇ। ਅਸੀਂ ਖੁੰਝੇ ਹੋਏ ਰਾਹੀ ਹਾਂ, ਸਾਡੇ ਪੈਰੀਂ ਛਾਲੇ ਨੇ, ਦਿਲਾਂ 'ਚੋਂ ਬਾਲੇ ਨੇ। ਅਸੀਂ ਅਸਲੋਂ ਮੁੱਕੇ ਹਾਂ, ਅਸੀਂ ਬਿਰਹੋਂ ਦੇ ਮਾਰੇ ਹਾਂ, ਸਾਡੇ ਨੈਣ ਨਸ਼ੀਲੇ ਨੇ। ਉਹਦੇ ਦਰਸ ਦਾ ਜਾਦੂ ਹੈ, ਜਿਹਦੇ ਦਰਸ ਦੇ ਪਿਆਸੇ ਹਾਂ, ਸਾਡਾ ਇੱਕ ਇੱਕ ਨੈਣ ਪਿਆਲਾ ਏ, ਹੈ ਇਸ਼ਕ ਇਹਦਾ ਮਤਵਾਲਾ ਏ। ਸਾਡੇ ਨੈਣੀ ਡੋਰੇ ਗੂੜੇ ਨੇ, ਇਸ਼ਕੇ ਨੇ ਲਾਏ ਜੋ ਡੇਰੇ ਨੇ। ਫਿਰ ਕਾਹਦੇ ਝਗੜੇ ਝੇੜੇ ਨੇ, ਕਾਹਤੋਂ ਨਿੱਤ ਦੇ ਬਖੇੜੇ ਨੇ। ਪਿਆਰ ਦੀਆਂ ਜੋ ਸਾਂਝਾਂ ਨੇ, ਸਾਂਝੀਆਂ ਰੀਤ ਰਿਵਾਜ਼ਾਂ ਨੇ, ਸਾਨੂੰ ਸਿੱਧੇ ਰਾਹੀ ਪਾਵਣ ਲਈ, ਸਾਡੀ ਬਿਰਹੋਂ ਚੋਟ ਮੁਕਾਵਣ ਲਈ, ਸਾਡੀ ਭਟਕਣ ਦੂਰ ਭਜਾਵਣ ਲਈ, ਸਾਡੇ ਜ਼ਖਮੀ ਮਰਹਮ ਲਾਵਣ ਲਈ, ਸਾਡੀ ਭਟਕਣ ਦੂਰ ਭਜਾਵਣ ਲਈ, ਸਾਡੀ ਜ਼ਖਮੀ ਮਰਹਮ ਲਗਾਵਣ ਲਈ। ਅਸੀਂ ਭਟਕੇ ਰਾਹੀ ਨਹੀਂ ਬਣਨਾ, ਅਸੀਂ ਇਸ਼ਕ ਦੀ ਐਸੀ ਪੌੜੀ ਚੜ੍ਹਨਾ, ਅਸੀਂ ਐਸੀ ਮੰਜ਼ਿਲ ਨੂੰ ਫੜਨਾ, ਅਸੀਂ ਐਸੀ ਮੰਜ਼ਿਲ ਨੂੰ ਫੜਨਾ। ਧੰਨਵਾਦ ਜੀ। ਅਗਲੀ ਕਵਿਤਾ ਹੈ बेखुदी का आलम। खुदी हमारी मिट गई है आलम बेखुदी दा, तुम हो तो नूर छा गया है सदियां तो बाद इस सदी दा। तुम मसीहा हो हमारे, मसीहा ही रहोगे, हम चाहे खाक हो जाएं अपनी ही राख में। कुकुनस की तरह हजारों लाखों साल आपका इंतज़ार करेंगे, और तन्हाई के आलम में चुन चुन कर आपकी खुशबूदार यादें जोड़ कर घर बनाएंगे, और उसमें बैठकर गीत गाएंगे। अपने जिगर दी गर्मी से खुद को जला डालेंगे, और सूरज की भेंट चढ़ा देंगे। हम मिट जाएंगे और मिट जाएगी खुदी हमारी, और सदियों में फैल जाएगा हमारी बेखुदी का आलम, हमारी बेखुदी का आलम। ਧੰਨਵਾਦ। ਮਨਦੀਪ ਕੌਰ ਭਮਰਾ ਦੀ ਪੁਸਤਕ ਰੰਗਾਂ ਦੀ ਰੌਸ਼ਨੀ ਦੀ ਅਗਲੀ ਕਵਿਤਾ ਹੈ ਇਬਾਦਤ। ਇੱਕ ਜਾਮ ਇਬਾਦਤ ਦਾ ਅਸਾਂ ਐਸਾ ਪੀਤਾ ਹੈ, ਇੱਕ ਜਾਮ ਮੁਹੱਬਤ ਦਾ ਅਸਾਂ ਐਸਾ ਪੀਤਾ ਹੈ। ਛੋ ਲਿਆ ਹੋਠਾਂ ਨੇ ਜਦ ਇਸ਼ਕ ਪਿਆਲਾ, ਹੋ ਗਿਆ ਸਾਡਾ ਮਨ ਮਤਵਾਲਾ। ਅਸੀਂ ਭਰੇ ਭਰੇ ਨਸ਼ਿਆਏ, ਸਾਨੂੰ ਹੋਸ਼ ਨਾ ਕਾਈ, ਸਾਡੀ ਸੁਰਤੀ ਤੇਰੇ ਚਰਨਾਂ ਦੇ ਵਿੱਚ ਮਾਹੀ। ਅਸੀਂ ਹੋ ਗਏ ਅੱਧ ਸ਼ੁਦਾਈ, ਸਾਨੂੰ ਹੋਸ਼ ਨਾ ਕਾਈ। ਰਹਿਣ ਦਿਓ ਸਾਨੂੰ ਇਸੇ ਹਾਲੇ ਤਾਈਂ। ਅਸਾਂ ਭੇਦ ਇਬਾਦਤ ਦਾ ਐਸਾ ਪਾਇਆ ਹੈ, ਅਸਾਂ ਗੀਤ ਮੁਹੱਬਤ ਦਾ ਐਸਾ ਗਾਇਆ ਹੈ। ਸਾਡੇ ਹੋਸ਼ ਗਵਾਚੇ ਚੰਗੇ ਨੇ, ਸਾਡੇ ਗਲ ਵਿੱਚ ਫੰਦੇ ਹੀ ਫੰਦੇ ਨੇ। ਕੁਝ ਅੰਦਰ ਅਟਕੇ ਕੰਡੇ ਨੇ, ਕੁਝ ਸੂਲਾਂ ਨੇ, ਕੁਝ ਦਰਦਾਂ ਨੇ, ਕੁਝ ਪ੍ਰੀਤ 'ਚ ਗੁੰਨੀਆਂ ਤਰਜ਼ਾਂ ਨੇ। ਸਾਨੂੰ ਗੀਤ ਪ੍ਰੀਤ ਦਾ ਗਾਉਣ ਦਿਓ,
ਸਾਨੂੰ ਅੰਦਰ ਚੁੱਭੀ ਲਾਉਣ ਦਿਓ, ਅਸੀਂ ਮਾਹੀ ਤੇ ਮਤਵਾਲੇ ਹਾਂ, ਸਾਨੂੰ ਮਾਹੀ ਮਾਹੀ ਗਾਉਣ ਦਿਓ। ਸਾਨੂੰ ਜਾਮ ਦਾ ਕਰਜ਼ਾ ਲਾਉਣ ਦਿਓ, ਜੋ ਇੱਕ ਜਾਮ ਮੁਹੱਬਤ ਦਾ ਪੀਤਾ ਹੈ, ਇੱਕ ਨਾਮ ਇਬਾਦਤ ਦਾ ਅਸਾਂ ਲਿੱਤਾ ਹੈ। ਸਾਨੂੰ ਉਹਦੀ ਖੁਸ਼ੀ ਮਨਾਉਣ ਦਿਓ, ਸਾਨੂੰ ਉਹਦੀ ਖੁਸ਼ੀ ਮਨਾਉਣ ਦਿਓ। ਧੰਨਵਾਦ। ਅਗਲੀ ਕਵਿਤਾ ਹੈ ਅਰਜ਼ੋਈ। ਕਦੀ ਖੈਰ ਮੇਰ ਦੀ ਪਾਸ ਆਈਆਂ, ਸਾਨੂੰ ਇੰਝ ਨਾ ਤੂੰ ਸਤਾ ਸਾਈਆਂ। ਕਦੀ ਖੈਰ ਮੇਰ ਦੀ ਪਾਸ ਆਈਆਂ, ਸਾਨੂੰ ਇੰਝ ਨਾ ਤੂੰ ਸਤਾ ਸਾਈਆਂ। ਸਾਨੂੰ ਲਾਲਚ ਤੇਰੀ ਸ਼ੌਹ ਦਾ ਵੇ, ਹੋਰ ਨਾ ਕੋਈ ਸਾਨੂੰ ਲਾਲਚ ਸਾਈਆਂ। ਅਸਾਂ ਪ੍ਰੀਤਾਂ ਤੇਰੇ ਸੰਗ ਨੇ ਲਾਈਆਂ, ਤੂੰ ਕਾਹਨੂੰ ਕਰਦਾ ਤੋੜ ਵਿਛੋਈਆਂ। ਸਾਡੀ ਪੀੜ ਵਧਾਉਣਾ, ਸਾਨੂੰ ਮਾਰ ਮੁਕਾਉਣਾ, ਅਸਾਂ ਕੀ ਤੇਰਾ ਚਾਹਿਆ, ਬਸ ਤੈਨੂੰ ਹੀ ਚਾਹਿਆ। ਇਹ ਕੇਹੀ ਸਜ਼ਾਇਆ, ਕਿਹਾ ਬਾਣ ਚਲਾਇਆ, ਬਸ ਕਰ ਹੁਣ ਝਲਕ ਦਿਖਾ ਦੇ, ਬੇਬਲ ਮਨ ਦੀ ਆਸ ਪੁਗਾ ਦੇ। ਜ਼ਖਮੀ ਦਿਲ ਨੂੰ ਧੀਰ ਬਣਾ ਦੇ, ਮਿੱਠਾ ਬਸ ਇੱਕ ਬੋਲ ਸੁਣਾ ਦੇ। ਨਾ ਕਰ ਅੜੀਆਂ ਸਾਡੇ ਵੀ ਸਾਈਆਂ, ਨਾ ਕਰ ਅੜੀਆਂ ਸਾਡੇ ਵੀ ਸਾਈਆਂ। ਬੇਸ਼ੱਕ ਸਾਨੂੰ ਜਾਣ ਨਿਮਾਣੇ, ਅਸੀਂ ਰਹਿੰਦੇ ਹਾਂ ਵਿੱਚ ਤੇਰੇ ਹੀ ਭਾਣੇ। ਸਾਡੀ ਹਾਲਤ ਨੂੰ ਕੋਈ ਹੋਰ ਕਿਉਂ ਜਾਣੇ, ਇੱਕ ਤੇਰੇ ਚਰਨਾਂ ਵਿੱਚ ਅਰਜ਼ੋਈ। ਤੂੰ ਹੀ ਜਾਣੇ, ਬਸ ਤੂੰ ਹੀ ਜਾਣੇ, ਤੂੰ ਹੀ ਜਾਣੇ, ਬਸ ਤੂੰ ਹੀ ਜਾਣੇ। ਧੰਨਵਾਦ। ਕਵਿਤਾ ਹੈ ਨਿਮਾਣੀ ਜਿੰਦ। ਚੁੱਪ-ਚਾਪ ਜੀਣਾ ਜੇ ਗੁਨਾਹ ਹੈ, ਖਾਮੋਸ਼ ਹੋ ਜਾਣਾ ਜੇ ਗੁਨਾਹ ਹੈ। ਜਬਰ ਨੂੰ ਜਰ ਜਾਣਾ ਜੇ ਗੁਨਾਹ ਹੈ, ਸਬਰ ਦਾ ਪੱਲਾ ਫੜਨਾ ਜੇ ਗੁਨਾਹ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ ਜੇ ਗੁਨਾਹ ਹੈ, ਔਰਤ ਹੋਣਾ ਜੇ ਮੇਰਾ ਗੁਨਾਹ ਹੈ। ਤਾਂ ਮੈਂ ਇਕਬਾਲੇ ਜੁਰਮ ਕਰਦੀ ਹਾਂ ਕਿ ਇਹ ਸਾਰੇ ਗੁਨਾਹ ਮੈਂ ਕੀਤੇ ਨੇ। ਇਹ ਮੇਰੀ ਮੂਕ ਬਗਾਵਤ ਦਾ ਹੀ ਰੂਪ ਨੇ, ਜ਼ਮਾਨੇ ਨਾਲ ਰੋਸੇ ਨੇ, ਆਪਣਿਆਂ ਪ੍ਰਤੀ ਸ਼ਿਕਵੇ ਨੇ, ਚੁੱਪ ਜ਼ਬਾਨ ਨਾਲ ਦਿੱਤੇ ਨਹੋਰੇ ਨੇ। ਬੇਮਾਨੀ ਰਿਸ਼ਤਿਆਂ ਦੇ ਖਿਲਾਫ ਮੇਰੇ ਪ੍ਰਚੰਡ ਰੋਹ ਦੀ ਸ਼ਾਂਤ ਵਹਿੰਦੀ ਧਾਰਾ ਨੇ। ਦਰਦ ਦਾ ਸਮੁੰਦਰ ਨੇ, ਅਣਬੁਝੀ ਪਿਆਸ ਦੇ ਸਰਸਰਾਂਦੀ ਖਲਸ਼ ਨੇ। ਅੰਦਰੋਂ ਅੰਦਰੀ ਦੱਬੇ ਹੋਏ ਹੌਕੇ ਨੇ। ਚੁੱਪ ਦੀ ਇਕਾਂਤਮਈ ਗੁਫਾ 'ਚ ਬੈਠ ਕੇ ਕੀਤਾ ਗਿਆ ਮਨਨ ਏ। ਮਨ ਦੀ ਸਾਧਗਰੀ ਏ, ਮਨ ਦੀ ਸਾਧਗਿਰੀ ਏ, ਰੂਹ ਦੀ ਫਕੀਰੀ ਏ। ਅੱਖਾਂ ਦੀਆਂ ਕੋਰਾਂ 'ਤੇ ਟਪਕਦੇ ਹੰਝੂ ਨੇ, ਸਮਾਜ ਦੇ ਭ੍ਰਿਸ਼ਟ ਵਤੀਰੇ ਪ੍ਰਤੀ ਮੇਰੀ ਖਾਮੋਸ਼ ਟਿੱਪਣੀ ਏ। ਅੰਨੇ ਕਾਨੂੰਨ ਨੂੰ ਕਟਹਿਰੇ 'ਚ ਖੜ੍ਹਾ ਕਰਨ ਦੀ ਜੁਰਅਤ ਏ। ਬੇਲਗਾਮ ਪ੍ਰਸ਼ਾਸਨ ਨੂੰ ਜਗਾਉਣ ਲਈ ਬੁਲੰਦ ਨਾਅਰਾ ਏ। ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਜਗਾਉਣ ਲਈ ਹਲੂਣਾ ਏ। ਅੰਦਰ ਦੇ ਦਰਦ ਨੂੰ ਮਹਿਸੂਸ ਕਰਨ ਲਈ ਇੱਕ ਹੋਕਾ ਏ। ਪਰਾਈ ਪੀੜ ਨੂੰ ਜਾਣਨ ਦਾ ਇੱਕ ਮੌਕਾ ਏ, ਤਾਂ ਜੋ ਸਮਾਂ ਰਹਿੰਦਿਆਂ ਤੁਸੀਂ ਸਾਰੇ ਸੱਚ ਦੀ ਪਹਿਚਾਣ ਕਰ ਸਕੋ ਅਤੇ ਕਿਸੇ ਨਿਮਾਣੀ ਜਿੰਦ ਨੂੰ ਮੁੜ ਅਜਿਹੇ ਗੁਨਾਹ ਕਰਨ ਦੀ ਲੋੜ ਨਾ ਪਏ ਤੇ ਉਹ ਜ਼ਿੰਦਗੀ ਜਿਉ ਸਕੇ ਸਹਿਜ ਨਾਲ। ਕਿਸੇ ਨਿਮਾਣੀ ਜਿੰਦ ਨੂੰ ਮੁੜ ਅਜਿਹੇ ਗੁਨਾਹ ਕਰਨ ਦੀ ਲੋੜ ਨਾ ਪਈ ਅਤੇ ਉਹ ਜ਼ਿੰਦਗੀ ਜਿਉ ਸਕੇ ਸਹਿਜ ਨਾਲ। ਅਗਲੀ ਕਵਿਤਾ ਹੈ ਧੀਆਂ। ਧੀਆਂ ਮਾਂ ਬਾਪ ਦਾ ਸਰਮਾਇਆ ਹੁੰਦੀਆਂ ਹਨ।
ਕਿਸੇ ਦੀ ਅਮਾਨਤ ਨਹੀਂ ਹੁੰਦੀਆਂ, ਸਗੋਂ ਧੀਆਂ ਦੀ ਜ਼ਿੰਦਗੀ ਮਾਂ-ਬਾਪ ਕੋਲ ਪਈ ਅਮਾਨਤ ਹੁੰਦੀ ਏ। ਜੋ ਮਾਪਿਆਂ ਨੇ ਕਿਸੇ ਵਿਸ਼ਵਾਸ ਪਾਤਰ ਵਿਅਕਤੀ ਦੇ ਹਵਾਲੇ ਕਰਨੀ ਹੁੰਦੀ ਹੈ। ਮਾਪਿਆਂ ਨੇ ਬਸ ਦੇਖਣਾ ਹੁੰਦਾ ਹੈ ਕਿ ਇਹ ਹਵਾਲਗੀ ਉਮਰ ਭਰ ਦੀ ਕੈਦ ਨਾ ਬਣ ਜਾਵੇ, ਅਮਾਨਤੀ ਜ਼ਿੰਦਗੀ ਨੂੰ ਅੱਗੋਂ ਸੰਭਾਲਣ ਵਾਲੀ ਧਿਰ ਸਾਜ਼ਿਸ਼ੀ ਨਾ ਹੋਵੇ, ਅਮਾਨਤ ਵਿੱਚ ਖਿਆਨਤ ਨਾ ਕਰ ਸਕੇ, ਬੰਧਕ ਨਾ ਬਣਾ ਸਕੇ, ਧੀਆਂ ਦੀ ਜ਼ਿੰਦਗੀ ਜਿਉਣ ਯੋਗ ਹੋਵੇ, ਧੀਆਂ ਦੀ ਜ਼ਿੰਦਗੀ ਜਿਉਣ ਯੋਗ ਹੋਵੇ। ਧੰਨਵਾਦ।